ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਪਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਕਰੰਟ ਅਫੇਅਰ ਦੇ ਮੁੱਦੇ ਲੈਂਦੇ ਹਾਂ ਜਿਹੜੇ ਬਿਲਕੁਲ ਪੱਕੇ ਹੁੰਦੇ ਆ। ਦੋਨਾਂ ਪੱਕੇ ਮੁੱਦਿਆਂ ਦੀ ਲਿਸਟ ਹੈ ਸੰਜੀਵ ਕੋਲ, ਤੇ ਸੰਜੀਵ ਜੀ ਉਹਨਾਂ ਨੂੰ 1 ਬਾਈ 1 ਸਾਡੇ ਸਾਰੇ ਦਰਸ਼ਕਾਂ ਨਾਲ ਸਾਂਝਾ ਕਰੋ ਤੇ ਫਿਰ ਇਹਨੂੰ ਅਸੀਂ ਇਲੈਬੋਰੇਟ ਕਰਦੇ ਹਾਂ, ਡਿਸਕਸ ਬਿਲਕੁਲ, ਕਰਦੇ ਹਾਂ। ਕਿਉਂਕਿ ਨਾ ਹਮੇਸ਼ਾ ਹਰ ਦੇਸ਼ ਦੀ ਪਾਲਿਸੀ ਹੁੰਦੀ ਹੈ ਕਿ ਬਾਕੀ ਦੇਸ਼ਾਂ ਦੇ ਨਾਲ ਕਿੱਦਾਂ ਦੇ ਸੰਬੰਧ ਨੇ। ਜੀ ਜੀ ਜੀ। ਕਿਉਂਕਿ ਫੋਰਨ ਪਾਲਿਸੀ ਹਮੇਸ਼ਾ ਕਿਸੇ ਵੀ ਦੇਸ਼ ਨੂੰ ਕਾਮਯਾਬ ਬਣਾਉਂਦੀ ਹੈ ਜਦੋਂ ਤੱਕ ਅਸੀਂ ਬਾਕੀ ਦੇਸ਼ਾਂ ਨਾਲ ਚੰਗੇ ਸੰਬੰਧ ਨਹੀਂ ਰੱਖਦੇ। ਉਸੇ ਸਿਲਸਿਲੇ ਵਿੱਚ ਭਾਰਤ ਤੇ ਆਸਟ੍ਰੇਲੀਆ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ। ਬੇਸਿਕਲੀ ਇਹੀ ਹੈ ਕਿ ਕੁਝ ਟ੍ਰੇਡ ਸਾਈਨ ਹੋਣਗੇ ਤੇ ਮੋਦੀ ਸਾਹਿਬ ਗਏ ਹੋਏ ਨੇ ਆਸਟ੍ਰੇਲੀਆ ਤੇ 21,000 ਪ੍ਰਵਾਸੀ ਭਾਰਤੀ ਉੱਥੇ ਮਿਲੇ ਨੇ। ਹੋ ਸਕਦਾ ਹੈ ਕਿ ਵੀਜ਼ਾ ਵਾਸਤੇ ਵੀ ਔਰ ਜਿੱਦਾਂ ਸਾਡੇ ਭਾਰਤੀ ਵਿਦੇਸ਼ਾਂ ਜਾ ਕੇ ਸੈਟਲ ਹੋਣ ਵਾਸਤੇ ਕੋਸ਼ਿਸ਼ ਕਰਦੇ ਨੇ, ਸ਼ਾਇਦ ਆਸਟ੍ਰੇਲੀਆ ਦੇ ਵਿੱਚ ਵੀ ਨਵੀਆਂ ਓਪਰਚੁਨਿਟੀਜ਼ ਪੈਦਾ ਹੋਣ ਸਟੂਡੈਂਟਸ ਵਾਸਤੇ ਵੀ, ਤੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ। ਸੋ ਅਗਲੀ ਗੱਲ ਇਹ ਹੈ ਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸੁਪਰੀਮ ਕੋਰਟ 6 ਹਫ਼ਤੇ ਦੀ ਛੁੱਟੀ ਦੇ ਉੱਤੇ ਹੈ, ਤਾਂ ਕੇਂਦਰ ਸਰਕਾਰ ਵੱਲੋਂ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਹੈ ਇੱਕ ਬਿੱਲ ਪਾਸ ਕਰਨ ਵਾਸਤੇ। ਪਾਰਲੀਮੈਂਟ ਵਿੱਚ ਡਿਸਕਸ਼ਨ ਹੋਣੀ ਹੈ, ਉਹ ਸਭ ਪੈਂਡਿੰਗ ਹੈ। ਤੇ ਕੇਜਰੀਵਾਲ ਔਰ ਵਿਰੋਧੀ ਧਿਰ ਮਿਲ ਕੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਇਹ ਦਿੱਲੀ ਦੀ ਜਿਹੜੀ ਮੌਜੂਦਾ ਸਰਕਾਰ ਕੇਜਰੀਵਾਲ ਸਰਕਾਰ ਹੈ ਉਹਦੇ ਲਈ ਕਹਿੰਦੇ ਨੇ ਕਿ ਕਾਫੀ ਸਖਤਾਈ ਹੋਣ ਵਾਲੀ ਹੈ। ਤੇ ਟਾਈਮਿੰਗ ਕਹਿੰਦੇ ਕਿਉਂ ਚੁਣੀ ਗਈ ਕਿ ਜਦੋਂ ਸੁਪਰੀਮ ਕੋਰਟ ਛੁੱਟੀ ਜਾ ਰਿਹਾ। ਸੋ ਇਹਦੇ ਉੱਤੇ ਵਿਰੋਧੀ ਧਿਰ ਮਿਲਦੇ ਪਏ ਨੇ ਕੇਜਰੀਵਾਲ ਜੀ ਨੂੰ ਇਸ ਬਿੱਲ ਨੂੰ ਰੋਕਣ ਵਾਸਤੇ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦਰਬਾਰ ਸਾਹਿਬ ਤੋਂ ਜੋ ਗੁਰਬਾਣੀ ਦਾ ਟੈਲੀਕਾਸਟ ਹੁੰਦਾ ਉਸ ਟੈਲੀਕਾਸਟ ਨੂੰ ਸਾਰੇ ਚੈਨਲਸ ਨੂੰ ਦਿੱਤਾ ਜਾਵੇ। ਭਗਵੰਤ ਮਾਨ ਸਾਹਿਬ ਵੀ ਕਹਿ ਰਹੇ ਨੇ ਹੁਣ ਇਹਦੇ ਵਾਸਤੇ ਓਪਨ ਟੈਂਡਰ ਖੋਲ੍ਹਿਆ ਜਾਏਗਾ ਜਿਹਦੇ ਵਾਸਤੇ ਸਭ ਵਾਸਤੇ ਇਕੁਅਲ ਅਪਰਚੁਨਿਟੀ ਹੋਏਗੀ ਕਿ ਕੌਣ ਚੈਨਲ ਅਪਲਾਈ ਕਰਕੇ ਇਸ ਟੈਂਡਰ ਦੇ ਵਿੱਚ ਕਾਮਯਾਬੀ ਹਾਸਿਲ ਕਰਦਾ। ਸੋ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਜਿਹੜਾ 28 ਮਈ ਨੂੰ ਤੁਸੀਂ ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਹੈ, ਅਸੀਂ ਉਹਦਾ ਬਾਈਕਾਟ ਕਰਾਂਗੇ ਜੋ ਪ੍ਰਾਈਮ ਮਿਨਿਸਟਰ ਮੋਦੀ ਕਰਨ ਜਾ ਰਹੇ ਨੇ। ਔਰ ਇਹ ਵੀ ਮੰਗ ਉੱਠੀ ਸੀ ਕਿ ਰਾਸ਼ਟਰਪਤੀ ਕਰਨ ਇਸ ਦਾ ਉਦਘਾਟਨ, ਤਦੇ ਕਰਕੇ ਕਰ ਰਹੇ ਤਾਂ ਹੀ ਕਰਕੇ ਕਰ ਰਹੇ ਨੇ। ਔਰ 28 ਮਈ ਨੂੰ ਲੇਡੀਜ਼ ਦੀ ਜਿਹੜੀ ਪੰਚਾਇਤ ਹੈ, ਔਰਤਾਂ ਦੀ ਪੰਚਾਇਤ ਹੈ ਜੋ ਪਹਿਲਵਾਨਾਂ ਦੇ ਸਪੋਰਟ ਦੇ ਵਿੱਚ ਉਤਰ ਰਹੀ ਹੈ ਜੰਤਰ ਮੰਤਰ ਤੇ ਔਰ ਰਾਮਲੀਲਾ ਗਰਾਊਂਡ ਦੇ ਜਿਹੜਾ ਧਰਨਾ ਚੱਲਦਾ ਪਿਆ, ਤਾਂ ਉਹ ਵੀ 28 ਮਈ ਨੂੰ ਉਹਨਾਂ ਨੇ ਚੁਣੀ ਹੈ ਕਿ ਉਸੇ ਪਾਰਲੀਮੈਂਟ ਦੇ ਬਾਅਦ ਜਿਹੜੀ ਨਵੀਂ ਉਦਘਾਟਨ ਹੋਣਾ ਹੈ ਅਸੀਂ ਧਰਨਾ ਦੇਣਾ ਹੈ ਔਰ ਖਿਡਾਰਨਾਂ ਜਿਹੜੀਆਂ ਹੈਗੀਆਂ ਨੇ ਧਰਨੇ ਤੇ ਬੈਠੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ। ਇਹ ਬਹੁਤ ਇੱਕ ਰਿਸਕੀ ਮਾਮਲਾ ਹੋਣ ਵਾਲਾ ਹੈ। ਦੇਖੋ ਇਹਦੇ ਵਿੱਚ ਕੀ ਰਿਸਕੀ ਮਾਮਲਾ ਇਸ ਕਰਕੇ ਕਿਉਂਕਿ ਸਿਕਿਉਰਿਟੀ ਪਰਪਸ ਨੂੰ ਵੀ ਦੇਖਿਆ ਜਾਏਗਾ ਔਰ ਉਸ ਮੁਕਾਮ ਦੇ ਉੱਤੇ ਜਾ ਕੇ ਉਹਨਾਂ ਦਾ ਧਰਨਾ ਪ੍ਰਦਰਸ਼ਨ, ਇਹ ਬੜੀ ਸੋਚਣ ਵਾਲੀ ਗੱਲ ਹੈ। ਹਾਲਾਂਕਿ ਕੈਂਡਲ ਲਾਈਟ ਦਾ ਤੇ ਮੋਮਬੱਤੀ ਦਾ ਤੇ ਉਹ ਕਰਦੇ ਪਏ ਨੇ ਯਾਤਰਾ ਸਾਰੇ ਖਿਡਾਰੀ ਮਿਲ ਕੇ। ਸੋ ਰਾਹੁਲ ਗਾਂਧੀ ਹੁਣ ਟਰੱਕ ਦੇ ਉੱਤੇ ਟਰੱਕ ਡਰਾਈਵਰਾਂ ਨੂੰ ਮਿਲਦੇ ਪਏ ਨੇ ਔਰ ਉਹਨਾਂ ਨਾਲ ਆਪਣੇ ਦਿਲ ਦੀ ਗੱਲ ਕਰਦੇ ਪਏ ਨੇ। ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਆਏ ਨੇ। ਪੰਜਾਬ ਉਹਨਾਂ ਨੇ ਖਾਸ ਚੁਣਿਆ ਹੋਇਆ। ਦੇਖੋ ਪੰਜਾਬ ਨਾਲ ਖਾਸ ਪਿਆਰ ਹੈ, ਸ਼ਾਇਦ ਇੱਥੋਂ ਦਾ ਖਾਣਾ ਪੀਣਾ ਉਹਨਾਂ ਨੂੰ ਜ਼ਿਆਦਾ ਪਸੰਦ ਆਇਆ ਜਦੋਂ ਭਾਰਤ ਜੋੜੋ ਯਾਤਰਾ ਵਿੱਚ ਸੀਗੇ। ਸੋ ਅਗਲੀ ਗੱਲ ਇਹ ਹੈ ਕਿ ਪੰਜਾਬ ਵੱਲੋਂ ਰਾਜਸਥਾਨ ਨੂੰ ਪੰਜਾਬ ਵੱਲੋਂ ਜਦੋਂ ਰਾਜਸਥਾਨ ਨੂੰ ਅਸੀਂ ਪਾਣੀ ਦੇਣ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਹਰਿਆਣਾ, ਰਾਜਸਥਾਨ ਤੇ ਪੰਜਾਬ ਇਹਦੇ ਵਿੱਚ ਇਹ ਮਸਲਾ ਚੱਲਦਾ ਰਹਿੰਦਾ ਕਿ ਪਾਣੀ ਕਿਹਦਾ ਹੱਕ ਹੈ। ਹੁਣ ਪਾਣੀ ਤਾਂ ਆਲਰੇਡੀ ਨਹੀਂ ਹੈਗਾ ਪੰਜਾਬ ਦੇ ਕੋਲ, ਤੇ ਇਸ ਮਾਮਲੇ ਵਿੱਚ ਕੀ ਕੀਤਾ ਜਾ ਸਕਦਾ ਕਿ ਜੋ ਰਾਜਸਥਾਨ ਵੀ ਮੰਗ ਕਰਦਾ ਤੇ ਅਕਾਲੀ ਦਲ ਕਹਿੰਦਾ ਕਿ ਅਸੀਂ ਧਰਨਾ ਦੇਵਾਂਗੇ ਇਹਦੇ ਉੱਤੇ। ਸੋ ਇੱਕ ਨਵਾਂ ਟਾਈਟਲ ਆਇਆ ਸੁੱਕਦਾ ਪੰਜਾਬ। ਕਦੀ ਆਉਂਦਾ ਉੜਦਾ ਪੰਜਾਬ ਕਿ ਨਸ਼ਿਆਂ ਦੀ ਗੱਲ ਹੁੰਦੀ, ਅੱਜ ਸੁੱਕਦਾ ਪੰਜਾਬ ਦੀ ਗੱਲ ਹੁੰਦੀ ਪਈ ਹੈ ਕਿ ਪਾਣੀਆਂ ਦੀ ਧਰਤੀ ਕਿਤੇ ਸਪਤ ਸਿੰਧੂ ਸੀ, 7 ਦਰਿਆ ਸੀ, ਫਿਰ 5 ਨਦ ਹੋ ਗਿਆ, ਪੰਜਾਬ 5 ਹੋ ਗਏ। ਬਟਵਾਰੇ ਤੋਂ ਬਾਅਦ 2, ਸਵਾ 2 ਜਾਂ 2.5 ਰਹਿ ਗਏ ਨੇ, ਬਾਕੀ ਪਾਕਿਸਤਾਨ ਚਲੇ ਗਏ ਨੇ। ਸੋ ਉਸ ਪਾਣੀ ਨੂੰ ਜ਼ਮੀਨ 'ਚੋਂ ਖਿੱਚਣ ਵਾਸਤੇ ਜਿਹੜੀਆਂ ਮੋਟਰ ਲਗਾਈ ਜਾਂਦੀ ਹੈ 400-500 ਫੁੱਟ ਡੂੰਘਾ ਬੋਰ ਕੀਤਾ ਜਾਂਦਾ ਹੈ, ਉਹ ਵੀ ਪਾਣੀ ਕੱਢਣ ਵਿੱਚ ਫੇਲ ਹੋ ਰਿਹਾ ਹੈ, ਅਸਫਲ ਹੋ ਰਿਹਾ ਹੈ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਪਹਿਲਵਾਨਾਂ ਨੇ ਇੰਡੀਆ ਗੇਟ ਤੱਕ ਮੋਮਬੱਤੀ ਮਾਰਚ ਕਰਨਾ ਹੈ 23 ਮਾਰਚ ਨੂੰ। ਇਹ ਵੀ ਇੱਕ ਖਾਸ ਨਿਊਜ਼ ਹੈ। ਤੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਦੇ ਉੱਤੇ ਭਗਵੰਤ ਮਾਨ ਜੀ ਦੋਸ਼ ਲਗਾਉਂਦੇ ਨੇ ਕਿ ਤੁਹਾਡਾ ਭਾਣਜਾ ਇਨਵੋਲਵ ਹੈ। 2 ਕਰੋੜ ਦੀ ਉਹਨੇ ਰਿਸ਼ਵਤ ਮੰਗੀ ਸੀ ਇੱਕ ਖਿਡਾਰੀ ਕੋਲੋਂ ਨੌਕਰੀ ਦਿਵਾਉਣ ਵਾਸਤੇ, ਕਿਉਂਕਿ ਉਹ ਆਪਣੀ ਸ਼ਿਕਾਇਤ ਲੈ ਕੇ ਗਿਆ ਸੀਗਾ ਕਿ ਅਮਰਿੰਦਰ ਸਿੰਘ ਜੀ ਦੇ ਵੇਲੇ ਮੈਨੂੰ ਨੌਕਰੀ ਨਹੀਂ ਮਿਲੀ, ਵਾਅਦਾ ਉਹਨਾਂ ਨੇ ਕੀਤਾ ਤਾਂ ਵੀ ਨਹੀਂ ਮਿਲੀ। ਸੋ ਇਹ ਸਾਰੀਆਂ ਗੱਲਾਂ ਆਪਾਂ ਡਿਸਕਸ ਕਰਨੀਆਂ ਨੇ। ਸਭ ਤੋਂ ਪਹਿਲਾਂ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਕਿ ਜਿਹੜੇ ਮੋਦੀ ਸਾਹਿਬ ਉੱਥੇ ਪਹੁੰਚੇ ਨੇ, ਵਿਦੇਸ਼ਾਂ ਨਾਲ ਸਾਡੇ ਸੰਬੰਧ ਕਿਹੋ ਜਿਹੇ ਨੇ। ਜੀ ਬਲਕਾਰ ਜੀ। ਜਿਸ ਤਰ੍ਹਾਂ ਵਿਦੇਸ਼ਾਂ ਦੇ ਨਾਲ ਸਾਡੇ ਸੰਬੰਧ ਬਿਲਕੁਲ ਅੱਛੇ ਬਰਕਰਾਰ ਹੋ ਗਿਆ, ਜਿਹਦੇ ਵਿੱਚ ਖਾਸ ਤੌਰ 'ਤੇ ਨਰਿੰਦਰ ਮੋਦੀ ਜੀ ਬਾਹਰਲੇ ਦੇਸ਼ਾਂ 'ਚ ਜਦੋਂ ਦੌਰਾ ਰੱਖਦੇ ਆ ਤੇ ਉਹ ਸੁਪਰ ਪਾਵਰ ਕੰਟਰੀ ਜਿਹੜੀ ਆ ਉਹਨਾਂ ਕੋਲ ਜਾ ਕੇ ਪਹੁੰਚਦੇ ਆ। ਔਰ ਇਹ ਹੁਣ ਇਹਨਾਂ ਦਾ ਜਿਹੜਾ ਦੌਰਾ ਸੀਗਾ ਰੀਸੈਂਟਲੀ, ਇਹ ਆਸਟ੍ਰੇਲੀਆ ਸਿਡਨੀ ਗਏ। ਸਿਡਨੀ ਜਾ ਕੇ ਜਦੋਂ ਇਹਨਾਂ ਨੇ ਉੱਥੇ ਭਾਸ਼ਣ ਦਿੱਤਾ
ਉੱਥੇ ਇੱਕ ਲਿਟਲ ਇੰਡੀਆ ਦਾ ਸੀਗਾ ਏਰੀਆ, ਪਾਰਕ ਸੀਗਾ, ਉਹਦਾ ਨੀਂਹ ਪੱਥਰ ਵੀ ਸੀ ਰੱਖਣਾ। ਔਰ ਉੱਥੇ ਬੇਸ਼ੁਮਾਰ ਜਿਹੜੇ ਸਾਡੇ NRI ਵੀਰ ਆ ਉੱਥੇ ਪਹੁੰਚੇ, ਜਿਹੜੇ ਆਸਟ੍ਰੇਲੀਆ 'ਚ ਵਸੇ ਹੋਏ ਆ। ਉਹਨਾਂ ਨੇ ਇਹਨਾਂ ਨੂੰ ਵੈਲਕਮ ਕੀਤਾ ਔਰ ਇਹਨਾਂ ਨਾਲ ਗੱਲਬਾਤ ਕੀਤੀ। ਔਰ ਉਹਦੇ ਨਾਲ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਐਂਥਨੀ, ਉਹ ਬੜੇ ਖੁਸ਼ ਹੋਏ। ਉਹਨਾਂ ਨੇ ਕਿਹਾ ਕਿ ਇਹ ਬੜੀ ਵੱਡੀ ਗੱਲ ਹੈ ਕਿ ਲੋਕ ਅਜੇ ਵੀ ਇਹਨਾਂ ਨੂੰ ਉਸੇ ਤਰ੍ਹਾਂ ਪੂਜਦੇ, ਉਸੇ ਤਰ੍ਹਾਂ ਦਾ ਪਿਆਰ ਮੁਹੱਬਤ ਕਰਦੇ ਆ। ਹਾਲਾਂਕਿ ਬਾਹਰ ਬੈਠੇ ਆ, ਇਹਨਾਂ ਦਾ ਇੰਡੀਆ ਨਾਲ ਇੰਨਾ ਕੋਈ ਵਾਬਸਤਾ ਨਹੀਂ ਰਿਹਾ, ਤਾਂ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਧਰਤੀ ਆ, ਉਹਨੂੰ ਉਹਨਾਂ ਦੀ ਪੂਜਣਯੋਗ ਔਰ ਜੰਮਣ ਧਰਤੀ ਆ। ਉਸੇ ਕਰਕੇ ਪ੍ਰਧਾਨ ਮੰਤਰੀ ਜੀ ਨੂੰ ਜੀ ਆਇਆਂ ਨੂੰ ਕਿਹਾ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਖਾਸ ਤੌਰ 'ਤੇ ਜਿਹੜੇ ਇਹਨਾਂ ਨਾਲ ਵਪਾਰਕ ਸੰਬੰਧ ਸੀਗੇ, ਪਹਿਲਾਂ ਨਾਲੋਂ ਦੁੱਗਣੇ ਤਿੱਗਣੇ ਹੋ ਗਿਆ, ਉਹਨਾਂ ਦੇ ਪ੍ਰਧਾਨ ਮੰਤਰੀ ਨੇ, ਆਸਟ੍ਰੇਲੀਆ ਵਾਲੇ ਨੇ ਕਿਹਾ। ਔਰ ਉਹਨਾਂ ਨੇ ਕਿਹਾ ਕਿ ਡੂਰਿੰਗ ਪ੍ਰਾਈਮ ਮਿਨਿਸਟਰ ਮੋਦੀ ਜੀ ਨਾਲ ਸਾਡਾ ਜਿਹੜਾ ਸੰਬੰਧ ਸੀਗੇ ਬਹੁਤ ਅੱਛੇ ਰਹੇ ਔਰ ਬੜੇ ਸੋਲਿਡ ਸੰਬੰਧ ਰਹੇ। ਔਰ ਇਸ ਫੇਰੀ ਦੇ ਵਿੱਚ ਜਿਹੜਾ ਵਿਸ਼ਵ ਦੀ ਪੂਰੀ ਵੱਡੀ ਚਰਚਾ ਬਣ ਗਈ ਹੈ, ਕਿਉਂਕਿ ਇਸ ਕਰਕੇ ਕਿ ਇੱਕ ਤਾਂ ਆਸਟ੍ਰੇਲੀਅਨ ਜਿਹੜੀ ਗੌਰਮੈਂਟ ਆ ਉਹਨਾਂ ਨੇ ਵੈਲਕਮ ਕੀਤਾ ਇਹਨਾਂ ਨੂੰ, ਦੂਸਰਾ ਜਿਹੜਾ ਉਹਨਾਂ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਦੱਸਿਆ ਕਿ ਜੈ ਸ਼ੰਕਰ ਜਿਹੜੇ ਆਪਣੇ ਵਿਦੇਸ਼ ਮੰਤਰੀ ਆ, ਉਹਨਾਂ ਨਾਲ ਪਹਿਲੋਂ ਇਹਨਾਂ ਦੀ ਚਰਚਾ ਹੋਈ ਸੀਗੀ ਇਹਨਾਂ ਦੇ ਕੁਝ ਮੁੱਦਿਆਂ 'ਤੇ, ਕੁਝ ਵਪਾਰਕ ਸੰਬੰਧਾਂ 'ਤੇ। ਜਿਹੜੀ ਆਰਥਿਕ ਸਥਿਤੀ ਆ ਉਹਨੂੰ ਹੋਰ ਮਜ਼ਬੂਤ ਬਣਾਉਣ ਲਈ ਦੋਵਾਂ ਦੇਸ਼ਾਂ ਲਈ ਕੁਝ ਚੀਜ਼ਾਂ ਆਪਣੇ ਇੰਡੀਆ 'ਚੋਂ ਉਹਨਾਂ ਉੱਧਰ ਭੇਜੀਆਂ ਜਾਂਦੀਆਂ ਸੀ ਅਤੇ ਕੁਝ ਆਸਟ੍ਰੇਲੀਆ ਤੋਂ ਆਪਾਂ ਨੂੰ ਆਉਂਦੀਆਂ ਸੀਗੀਆਂ। ਆਸਟ੍ਰੇਲੀਆ ਵੀ ਬਹੁਤ ਦੇਰ ਪਹਿਲੋਂ ਅੰਗਰੇਜ਼ਾਂ ਦੇ ਅੰਡਰ ਰਿਹਾ ਔਰ ਬਹੁਤ ਸਮਾਨ ਅਜੇ ਤੱਕ ਅੰਗਰੇਜ਼ਾਂ ਦਾ ਉੱਥੇ ਪਿਆ ਸੀਗਾ। ਔਰ ਉਹਨਾਂ ਦੀ ਬ੍ਰਿਟਿਸ਼ ਫੌਜ ਵੀ ਜਿਹੜੀ ਸੀ ਉੱਥੇ ਬਿਲਕੁਲ ਆਪਣੀ ਮਾਰਚ ਕਰਦੀ ਰਹੀ ਕਿਸੇ ਜ਼ਮਾਨੇ 'ਚ, ਜਿਸ ਤਰ੍ਹਾਂ ਅਸੀਂ ਰਹੇ ਹਾਂ ਗੁਲਾਮ, ਇਸੇ ਤਰ੍ਹਾਂ ਹੀ ਰਿਹਾ। ਨਾਲ ਲੱਗਦਾ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਹੈਗਾ, ਔਰ ਨਿਊਜ਼ੀਲੈਂਡ ਵੀ ਅੰਗਰੇਜ਼ਾਂ ਦੇ ਅੰਦਰ ਅਧੀਨ ਰਿਹਾ। ਅੱਜ ਵੀ ਉੱਥੇ ਅੰਗਰੇਜ਼ਾਂ ਦਾ ਕੁਝ ਨਾ ਕੁਝ ਬਹੁਤ ਜਿਹੜਾ ਕਬਜ਼ਾ ਹੈਗਾ ਉਸ ਤਰੀਕੇ ਦਾ। ਉੱਥੋਂ ਦੇ ਮੂਲ ਨਿਵਾਸੀ ਜਿਹੜੇ ਹੈਗੇ ਆ, ਉਹਨਾਂ ਨੂੰ ਖਾਸ ਤੌਰ 'ਤੇ ਇੱਕ ਟੈਕਸ ਦਿੰਦੇ ਆ। ਜਿਹੜੇ ਟੈਕਸ ਆਸਟ੍ਰੇਲੀਆ 'ਚ ਵੀ ਜਿਹੜੇ ਮੂਲ ਨਿਵਾਸੀ ਆ, ਤੇ ਉਹ ਵੀ ਉੱਥੇ ਉਹ ਵਿਹਲੇ ਬੈਠੇ ਖਾਂਦੇ ਆ। ਉਹਨਾਂ ਨੂੰ ਇਹ ਨਹੀਂ ਕੋਈ ਬੀਚਿਸ ਜਿਹੜੀਆਂ ਹੈਗੀਆਂ ਉੱਥੇ ਬੈਠੇ ਉਹ ਪੂਰਾ ਆਪਣੇ ਰੋਬ ਨਾਲ ਘੁੰਮਦੇ ਫਿਰਦੇ ਔਰ ਨੱਚਦੇ ਗਾਉਂਦੇ ਹੈਗੇ, ਕਿਉਂਕਿ ਉਹਨਾਂ ਨੂੰ ਫ੍ਰੀ ਫੰਡ ਮਿਲਦਾ ਹੈਗਾ। ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਰਿਵਾਈਵ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਹੁੰਚੇ ਉੱਥੇ ਔਰ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਲਚਰ ਔਰ ਹਿੰਦੁਸਤਾਨ ਦਾ ਕਲਚਰ ਜਿਹੜਾ ਅਸੀਂ ਇੱਥੋਂ ਦੇਖਦੇ ਰਹੇ ਹਾਂ ਆਸਟ੍ਰੇਲੀਆ 'ਚ, ਉਹਨਾਂ ਦੇ ਪ੍ਰਧਾਨ ਮੰਤਰੀ ਨੇ ਕਿਹਾ। ਔਰ ਇਹ ਕਹਿੰਦੇ ਬੜਾ ਪਰੰਪਰਾ ਨਾਲ, ਬੜੀਆਂ ਟਰੈਡੀਸ਼ਨ ਨਾਲ ਜੁੜਿਆ। ਅਜੇ ਵੀ ਜਿਹੜੇ ਉੱਥੇ ਸਾਡੇ ਪੰਜਾਬੀ ਜਾਂ ਸਾਡੇ ਹਿੰਦੁਸਤਾਨ ਦੇ ਇੰਡੀਅਨ ਲੋਕ ਬੈਠੇ ਨੇ, ਉਹ ਉਸੇ ਤਰ੍ਹਾਂ ਦੇ ਆ ਵਿਆਹ, ਉਸੇ ਤਰ੍ਹਾਂ ਦੇ ਖਾਣ ਪੀਣ, ਉਸੇ ਤਰ੍ਹਾਂ ਦਾ ਪਹਿਨਣਾ, ਸਾਰਾ ਕੁਝ ਆਸਟ੍ਰੇਲੀਆ 'ਚ, ਸਿਡਨੀ ਦੇ ਵਿੱਚ। ਔਰ ਦੂਜੀ ਗੱਲ ਪ੍ਰਧਾਨ ਮੰਤਰੀ ਨੇ ਕਹੀ ਕਿ ਜਦੋਂ ਸਾਡਾ ਕ੍ਰਿਕਟ ਦਾ ਮੈਚ ਹੁੰਦਾ ਸੀ ਆਸਟ੍ਰੇਲੀਆ ਨਾਲ, ਔਰ ਉਦੋਂ ਤੱਕ ਇਹ ਇੰਡੀਅਨ ਵੀ ਉੱਥੇ ਜਾਂਦੇ ਰਹੇ ਤੇ ਉਹ ਵੀ ਜਾਂਦੇ ਰਹੇ। ਟੀਮ ਉਹਨਾਂ ਦੀ ਬੜੀ ਅੱਛੀ ਹੈ ਔਰ ਆਪਣੀ ਇੰਡੀਅਨ ਟੀਮ ਵੀ ਬਹੁਤ ਅੱਛੀ ਹੈ। ਆਸੀਸ ਦੀ ਟੀਮ ਬੜੀ ਜ਼ਬਰਦਸਤ ਹੈ। ਬਹੁਤ ਵਧੀਆ। ਇੱਕ ਚੀਜ਼ ਹੈ ਬਲਕਾਰ ਜੀ, ਇਹਦੇ ਵਿੱਚ ਸਾਰੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ, ਅੱਜ ਦੇ ਜ਼ਮਾਨੇ ਦੇ ਵਿੱਚ ਜੇ ਤੁਸੀਂ ਸਰਵਾਈਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਹੱਥੀਂ ਕੰਮ ਕਰਨਾ ਹੀ ਪੈਣਾ ਜ਼ਰੂਰ। ਭਾਵੇਂ ਤੁਹਾਡੇ ਕੋਲ ਦੌਲਤ ਦੇ ਅੰਬਾਰ ਕਿਉਂ ਨਹੀਂ ਲੱਗੇ ਹੋਏ, ਤਾਂ ਵੀ ਤੁਹਾਨੂੰ ਆਪਣੇ ਹੱਥੀਂ ਕੰਮ ਕਰਨਾ ਪੈਣਾ। ਔਰ ਤੁਸੀਂ ਬਿਜ਼ੀ ਵੀ ਰਹੋ, ਆਪਣਾ ਮਨਪਸੰਦ ਕੰਮ ਵੀ ਕਰੋ, ਤੇ ਨਾਲ ਤੁਸੀਂ ਉਹਦੇ ਤੇ ਸਰਵਾਈਵ ਵੀ ਕਰੋਗੇ ਔਰ ਬਾਕੀ ਲੋਕਾਂ ਦੇ ਕੰਮ ਵੀ ਆ ਸਕੋਗੇ, ਉਹਨਾਂ ਦਾ ਵੀ ਭਲਾ ਕਰ ਸਕੋਗੇ ਜਿੱਥੋਂ ਤੱਕ ਤੁਹਾਡੀ ਪਹੁੰਚ ਹੋ ਸਕੇਗੀ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਹਰਲੇ ਦੇਸ਼ਾਂ ਵਿੱਚ ਵਰਕ ਕਲਚਰ ਹੈ ਨਾ, ਉਹ ਬਹੁਤ ਜ਼ਬਰਦਸਤ ਹੈ। ਉਹ ਹੱਥੀਂ ਕੰਮ ਕਰਦੇ ਔਰ ਹੱਥੀਂ ਕੰਮ ਕਰਨ ਦਾ ਜਿਹੜਾ ਦਿੰਦੇ ਆ ਪੈਸਾ ਜਾਂ ਮਿਹਨਤ ਦਿੰਦੇ, ਉਹ ਜ਼ਿਆਦਾ ਦਿੰਦੇ ਮਸ਼ੀਨਰੀ ਨਾਲੋਂ। ਇਸ ਕਰਕੇ ਤੁਸੀਂ ਇੰਗਲੈਂਡ ਚਲ ਜਾਓ, ਤੁਸੀਂ ਆਸਟ੍ਰੇਲੀਆ ਚਲ ਜਾਓ, ਜਾਂ ਤੁਸੀਂ ਅਮਰੀਕਾ ਚਲ ਜਾਓ, ਜਿੱਥੇ ਜਾਓਗੇ ਜਿੱਥੇ ਹੱਥ ਨਾਲ ਕੰਮ ਕਰਦੇ ਆ ਨਾ, ਅੰਗਰੇਜ਼ ਆਪ ਖੁਦ ਕਰਦੇ ਆ। ਉਹ ਝਾੜੂ ਪੋਚਾ ਵੀ ਆਪ ਲਾ ਦਿੰਦੇ ਆ, ਆਪ ਵੀ ਸਾਰਾ ਕੁਝ ਕਰਦੇ ਆ। ਔਰ ਜਿਹੜੀ ਕੰਮ ਕਰਨ ਵਾਲੀਆਂ ਉਹ ਵੀ ਬੜੀਆਂ ਸੂਟਡ ਬੂਟਡ ਵੱਡੀਆਂ ਵੱਡੀਆਂ ਕਾਰਾਂ 'ਤੇ ਆਉਂਦੀਆਂ, ਕਿਉਂਕਿ ਇਸ ਕਰਕੇ ਉਹਦੀਆਂ ਮਿਹਨਤ ਕਰਦੇ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਉਹ ਵਰਕ ਦੀ ਵਰਸ਼ਿਪ ਹੁੰਦੀ ਆ, ਕੰਮ ਦੀ ਪੂਜਾ ਹੁੰਦੀ ਆ। ਇਸੇ ਕਰਕੇ ਸਾਰੇ ਲੋਕ ਕੰਮ ਨੂੰ ਜਾਣਦੇ ਆ ਔਰ ਜਿਸੇ ਕਰਕੇ ਤੰਦਰੁਸਤ ਵੀ ਰਹਿੰਦੇ ਆ। ਇੱਕ ਵਾਰੀ ਇੱਕ ਕੋਈ ਨਿਊਜ਼ ਸੀ ਇਸ ਤਰ੍ਹਾਂ ਦੀ ਕਿ ਇੱਕ ਪੰਜਾਬੀ ਸੀਗਾ, ਉਹਦਾ ਬਹੁਤ ਵਿਹੜਾ ਵੱਡਾ ਸੀਗਾ, ਉਹਦੇ ਪਾਰਕ ਬਹੁਤ ਵੱਡੀ ਸੀ, ਉੱਥੇ ਰੁੱਖ ਬਹੁਤ ਲੱਗੇ ਅਤੇ ਰੁੱਖਾਂ ਦੇ ਜਦੋਂ ਪਤਝੜ ਦਾ ਮੌਸਮ, ਬੜੇ ਪੱਤੇ ਆ ਕੇ ਡਿੱਗ ਜਾਂਦੇ, ਫੁੱਲ ਡਿੱਗ ਜਾਂਦੇ ਆ, ਜ਼ਮੀਨ ਉਹਦੇ ਨਾਲ ਕਵਰ ਹੋ ਗਈ ਸਾਰੀ ਦੀ ਸਾਰੀ। ਉਹ ਬੰਦਾ ਬੜੇ ਪਰੇਸ਼ਾਨ ਸੀ, ਬਜ਼ੁਰਗ ਸੀਗਾ। ਇੱਕ ਅੰਗਰੇਜ਼ ਦਾ ਬੱਚਾ ਆਇਆ, ਉਹਨੇ ਕਿਹਾ ਕਿ ਕੀ ਹੈਗਾ, ਉਹ ਕਹਿੰਦਾ ਜੀ ਇਹ ਪੱਤੇ ਡਿੱਗੇ ਬਹੁਤ। ਕਹਿੰਦਾ ਕੋਈ ਗੱਲ ਨਹੀਂ, ਫਿਰ ਤੁਸੀਂ ਪਾਸੇ ਹਟ ਜਾਓ, ਮੈਂ ਕਰਦਾ। ਉਹਨੇ ਝਾੜੂ ਲਿਆ, ਸਾਰੇ ਪੱਤੇ ਇਕੱਠੇ ਕਰਕੇ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਕੀ ਲੈਂਗਾ। ਕਹਿੰਦਾ ਜੀ ਮੈਂ ਮਿਹਨਤ ਕਰਦਾ, ਕੋਈ ਇਹ 'ਚ ਡਰ ਨਹੀਂ ਹੈਗਾ, ਜੇ ਤੁਸੀਂ ਮੈਨੂੰ ਜੋ ਕੁਝ ਦੇਣਾ ਤਾਂ ਦਿਓ, ਮੈਂ ਆਪਣੀ ਪੜ੍ਹਾਈ 'ਤੇ ਲਾਊਂਗਾ। ਔਰ ਉਹਨਾਂ ਦੇ ਬੱਚਿਆਂ ਨੇ ਵੇਖਿਆ ਕਿ ਐਡਾ ਵੱਡਾ ਅੰਗਰੇਜ਼ ਦਾ ਬੱਚਾ ਆਹ ਕੰਮ ਕਰ ਰਿਹਾ, ਇਹ ਹੈ ਵਰਕ ਕਲਚਰ। ਕਹਿੰਦਾ ਅਸੀਂ ਹੱਥ 'ਤੇ ਹੱਥ ਧਰ ਕੇ ਬੈਠੇ, ਅਸੀਂ ਕਿਉਂ ਨਹੀਂ ਸਾਫ਼ ਕਰਦੇ? ਨਹੀਂ, ਬਿਲਕੁਲ ਸਹੀ ਕਹਿੰਦੇ ਹੋ। ਸਾਨੂੰ ਕੰਮ ਕਰਨ ਦਾ ਸ਼ੌਕ ਹੋਣਾ ਚਾਹੀਦਾ। ਹਾਂ, ਇਸ ਕਰਕੇ ਨਿਤ ਨਵਾਂ ਕੰਮ ਕਰੋ, ਨਿਤ ਨਵੇਂ ਕੰਮ ਦੇ ਵਿੱਚ ਬਿਜ਼ੀ ਰਹੋ ਤੇ ਤੰਦਰੁਸਤ ਰਹੋ। ਮਤਲਬ ਸ਼ੌਕ ਰੱਖੋ ਹਰ ਕੰਮ ਦਾ। ਇੱਥੋਂ ਤੱਕ ਕਿ ਕਈ ਲੋਕ ਕਹਿੰਦੇ ਨੇ ਮੈਨੂੰ ਖਾਣਾ ਬਣਾਉਣਾ ਚੰਗਾ ਨਹੀਂ ਲੱਗਦਾ। ਉਹ ਸ਼ੌਕ ਰੱਖੋ ਯਾਰ, ਨਵੀਂ ਨਵੀਂ ਡਿਸ਼ ਬਣਾਉਣੀ ਸਿੱਖੋ, ਆਪ ਵੀ ਖਾਓ, ਫੈਮਿਲੀ ਨੂੰ ਵੀ ਖਵਾਓ,
ਰੋਜ਼ ਕੁਝ ਨਾ ਕੁਝ ਨਵਾਂ ਕਰੋ, ਰੋਜ਼ ਕੁਝ ਨਾ ਕੁਝ ਨਵਾਂ ਸਿੱਖੋ, ਕੰਮ ਕਰਨ ਦਾ ਸ਼ੌਕ ਹੋਣਾ ਚਾਹੀਦਾ। ਫਿਰ ਦੇਖੋ ਲਾਈਫ ਕਿੰਨੀ ਖੂਬਸੂਰਤ ਹੈ। ਲਾਈਫ ਬੋਰ ਕਦੋਂ ਹੁੰਦੀ ਹੈ? ਜਦੋਂ ਅਸੀਂ ਕੰਮ ਕਰਨ ਦਾ ਸ਼ੌਕ ਨਹੀਂ ਰੱਖਦੇ। ਜਿਹੜੇ ਬੰਦੇ ਕੰਮ ਕਰਨ ਦੇ ਸ਼ੌਕੀਨ ਨੇ ਹਮੇਸ਼ਾ ਖੁਸ਼ ਰਹਿੰਦੇ ਨੇ। ਵੈਸੇ ਇੱਕ ਗੱਲ ਜ਼ਰੂਰੀ ਆ ਕਰਨੀ, ਜਿੱਥੇ ਸਾਡੇ NRI ਵੀਰ ਬੈਠੇ ਆ, ਜਿਹੜੇ ਵੀ ਦੇਸ਼ ਵਿੱਚ ਬੈਠੇ ਆ, ਕਿਉਂਕਿ ਸਾਡੇ ਜ਼ਿਆਦਾ ਦਰਸ਼ਕ ਅਮਰੀਕਾ ਦੇ ਵਿੱਚ ਬਹੁਤ ਬੈਠੇ ਆ, ਬਾਹਰਲੇ ਬਾਕੀ ਦੇਸ਼ਾਂ ਵਿੱਚ ਵੀ ਦੇਖਦੇ ਇਸ ਪ੍ਰੋਗਰਾਮ ਨੂੰ, ਪਰ ਅਸੀਂ ਇਹ ਗੱਲ ਬੜੀ ਵੱਡੀ ਖਾਸ ਦੇ ਤੌਰ ਤੇ ਔਰ ਵੱਡੇ ਸਤਿਕਾਰ ਨਾਲ ਕਹਿਣਾ ਚਾਹੁੰਦੇ ਹਾਂ, ਜਿੱਥੇ ਸਾਡੇ ਪੰਜਾਬੀ ਔਰ ਹਿੰਦੁਸਤਾਨੀ ਇੰਡੀਅਨ ਬੈਠੇ ਆ, ਖਾਸ ਤੌਰ ਤੇ ਬਿਲਕੁਲ ਵੈਲ ਐਸਟੈਬਲਿਸ਼ ਤੌਰ ਤੇ ਬੈਠੇ ਆ। ਮਿਹਨਤ ਜਿਹੜੀ ਤੁਸੀਂ ਗੱਲ ਕੀਤੀ ਆ, ਕੰਮ ਕਰਕੇ ਉਹਨਾਂ ਦੇ ਬਾਗ ਵੀ ਉੱਥੇ ਹੈਗੇ ਆ, ਜਹਾਜ਼ ਵੀ ਉਹਨਾਂ ਦੇ ਉੱਥੇ ਹੈਗੇ ਆ, ਖੇਤ ਵੀ ਉਹਨਾਂ ਦੇ ਉੱਥੇ ਹੈਗੇ ਆ, ਟਰੈਕਟਰ ਵੀ ਆ, ਮਸ਼ੀਨਰੀ ਹੈ, ਸਾਰੀ ਕੁਛ। ਇਸ ਕਰਕੇ ਇੱਥੋਂ ਗਏ ਉਹ ਸਿਰਫ ਖਾਲੀ ਹੱਥੀਂ, ਔਰ ਉੱਥੇ ਜਾ ਕੇ ਉਹਨਾਂ ਨੇ ਕਿੰਨਾ ਧਨਾੜ ਹੋ ਗਿਆ, ਕਿੱਥੋਂ ਤੱਕ ਸਾਰਾ ਕੁਝ ਬਣ ਲਿਆ। ਕਾਹਦਾ ਇਹ ਸਾਰਾ ਮਨਸੂਬਾ ਹੈਗਾ? ਮਿਹਨਤ ਦਾ। ਇੱਕ ਇਹ ਵਰਕ ਕਲਚਰ ਦੀ ਗੱਲ ਹੈਗੀ। ਉਹਨਾਂ ਨੇ ਉੱਥੇ ਕੰਮ ਕੀਤਾ। ਖਾਸ ਤੌਰ ਤੇ ਪੰਜਾਬੀ ਤੁਹਾਨੂੰ ਪਤਾ ਬਹੁਤ ਮਿਹਨਤੀ ਹੁੰਦੀ ਹੈ। ਇਹ ਬਹੁਤ ਵੱਡੇ ਲੰਗਰ ਵੀ ਲਾਉਂਦੇ ਆ, ਜੱਗ ਵੀ ਕਰ ਦਿੰਦੇ ਆ, ਲੋਕਾਂ ਨੂੰ ਲੋੜਵੰਦਾਂ ਨੂੰ ਪੈਸਾ ਵੀ ਦਿੰਦੇ, ਇਸ ਕਰਕੇ ਕਮਾਈ ਕਰਦੇ ਆ। ਇਹਨਾਂ ਦਾ ਮਨ ਸਾਫ਼ ਹੈ, ਸਾਫ਼ ਕਰਕੇ ਵਾਹਿਗੁਰੂ ਦਿੰਦਾ ਇਹਨਾਂ ਨੂੰ। ਇਹ ਗੱਲ ਬਿਲਕੁਲ ਵੱਡਾ ਮਨਸ਼ਾ ਹੈ, ਬੜਾ ਵੱਡਾ ਜਿਹੜਾ ਹੈਗਾ ਇਹਦੇ ਪਿੱਛੇ ਬਹੁਤ ਵੱਡਾ ਅਰਦਾਸ ਦਾ ਭਾਵਨਾ ਹੈ। ਇਹ ਸਾਰੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਕੰਮ ਕਰੋ, ਖੁਸ਼ ਰਹੋ। ਸੋ ਅਗਲੀ ਗੱਲ ਕਰਦੇ ਆਪਾਂ ਜੀ, ਜਿਹੜਾ ਇਹ ਕੰਮ ਸਹੀ ਵੀ ਹੋਣੇ ਚਾਹੀਦੇ ਨੇ। ਕੰਮ ਉਦਾਂ ਦੇ ਨਹੀਂ ਹੋਣੇ ਚਾਹੀਦੇ ਜਿਹੜੇ ਦੂਜਿਆਂ ਵਾਸਤੇ ਵਕਤ ਪਾ ਕੇ ਰੱਖਦੇ ਹੋ। ਸਹੀ ਕੰਮ ਕਰੋ। ਆ ਇੱਕ ਵਕਤ ਪਿਆ ਹੋਇਆ, ਹੁਣ ਇਹਦੀ ਗੱਲ ਕਰਾਂਗੇ ਆਪਾਂ ਜੀ। ਵਕਤ ਇਹ ਪਿਆ ਹੋਇਆ ਕਿ ਜਿਹੜਾ ਨਵਾਂ ਆਰਡੀਨੈਂਸ ਆਉਣ ਲੱਗਾ, ਨਵਾਂ ਬਿੱਲ ਆਉਣ ਲੱਗਾ ਪਾਰਲੀਮੈਂਟ ਦੇ ਵਿੱਚ। ਉਹ ਕਹਿੰਦੇ ਨੇ ਕਿ ਜਿਹੜੀ ਦਿੱਲੀ ਵਿੱਚ ਮੌਜੂਦਾ ਸਰਕਾਰ ਹੈਗੀ ਹੈ ਕੇਜਰੀਵਾਲ ਜੀ ਦੀ, ਆਮ ਆਦਮੀ ਪਾਰਟੀ ਦੀ, ਉਹਦੇ ਵਾਸਤੇ ਕੁਝ ਸਖਤਾਈ ਹੋਣ ਲੱਗੀ ਹੈ ਔਰ ਕੇਂਦਰ ਸਰਕਾਰ ਵੱਲੋਂ ਇਹ ਬਿੱਲ ਆ ਰਿਹਾ ਔਰ ਵਿਰੋਧੀ ਧਿਰਾਂ, ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਕੇਜਰੀਵਾਲ ਜੀ ਦਾ ਸਾਥ ਦੇ ਰਹੀਆਂ ਨੇ ਤਾਂ ਕਿ ਇਸ ਆਰਡੀਨੈਂਸ ਨੂੰ ਰੋਕਿਆ ਜਾ ਸਕੇ। ਔਰ ਇਹਦਾ ਕ੍ਰਿਟਿਸਿਜ਼ਮ ਇਹ ਹੁੰਦਾ ਪਿਆ ਕਿ ਜਦੋਂ ਸੁਪਰੀਮ ਕੋਰਟ ਛੁੱਟੀ ਚਲਾ ਗਿਆ 6 ਹਫ਼ਤਿਆਂ ਦੀ, ਇਹ ਉਦੋਂ ਹੀ ਕਿਉਂ ਲੈ ਕੇ ਆਏ ਨੇ, ਪਹਿਲਾਂ ਕਿਉਂ ਨਹੀਂ ਲੈ ਕੇ ਆਏ? ਕਿਉਂਕਿ ਇਹ ਗੈਰ ਸੰਵਿਧਾਨਿਕ ਹੈ ਔਰ ਸੁਪਰੀਮ ਕੋਰਟ ਨੇ ਇਹਦੇ ਉੱਤੇ ਰੋਕ ਲਗਾ ਦੇਣੀ ਸੀ। ਹੁਣ ਉਹ ਛੁੱਟੀ ਚਲਾ ਗਿਆ ਤੇ ਹੁਣ ਰੋਕ ਲਗਾਉਣ ਵਾਸਤੇ ਸੁਪਰੀਮ ਕੋਰਟ ਮੌਜੂਦ ਨਹੀਂ ਹੈ ਤੇ ਇਹਨਾਂ ਨੇ ਵੋਟਿੰਗ ਦੇ ਆਧਾਰ ਦੇ ਉੱਤੇ, ਕਿਉਂਕਿ ਉੱਥੇ ਬਹੁਮਤ ਹੈ ਕੇਂਦਰ ਸਰਕਾਰ ਦਾ, BJP ਦਾ ਲੋਕ ਸਭਾ ਦੇ ਵਿੱਚ, ਤਾਂ ਉਹ ਬਹੁਮਤ ਦੇ ਆਧਾਰ ਦੇ ਉੱਤੇ ਇਹਨਾਂ ਨੇ ਆਰਡੀਨੈਂਸ ਪਾਸ ਕਰਵਾ ਲੈਣਾ। ਇਹ ਮਸਲਾ ਰਾਜਨੀਤਿਕ ਤੌਰ ਤੇ ਬੜਾ ਗੁੰਝਲਦਾਰ ਔਰ ਬੜਾ ਟੇਢਾ ਮਸਲਾ ਹੈਗਾ ਹਿੰਦੁਸਤਾਨ 'ਚ ਇਸ ਵੇਲੇ, ਕਿਉਂਕਿ ਤਖਤ ਹੈ ਜਿਹੜਾ ਦਿੱਲੀ ਦਾ, ਜਿਹਨੂੰ ਹਿੰਦੁਸਤਾਨ ਦਾ ਤਖਤ ਕਹਿੰਦੇ ਆ, ਜਿੱਥੇ ਮੁਗਲ ਵੀ ਬੈਠਦੇ ਰਹੇ, ਪਠਾਨ ਵੀ ਬੈਠੇ ਆ, ਉੱਥੇ ਇਸ ਵੇਲੇ BJP ਬੈਠੀ ਹੈ। ਮੋਦੀ ਸਾਹਿਬ ਦੀ ਸਰਕਾਰ ਹੈ ਔਰ ਇਹਦੇ ਵਿੱਚ ਇਸ ਵੇਲੇ ਇਹਨਾਂ ਨੇ ਜਿਹੜਾ ਉਹਨੂੰ ਰੋਕਣ ਲਈ ਯਤਨ ਕੀਤਾ ਆ। ਕੇਜਰੀਵਾਲ ਦਿੱਲੀ ਵਿੱਚ ਬੈਠੇ ਆ, ਜਿਹੜੀ ਉਹਨਾਂ ਦੀ ਵਿਧਾਨ ਸਭਾ ਹੈਗੀ ਆ, ਉਹਦੇ ਕਰਤਾ ਧਰਤਾ ਤੇ ਕਨਵੀਨਰ ਵੀ ਹੈਗੇ ਆ ਆਪ ਸਰਕਾਰ ਦੇ, ਔਰ ਆਪ ਸਰਕਾਰ ਨੂੰ ਹੁਣੇ ਨੈਸ਼ਨਲ ਪਾਰਟੀ ਦਾ ਰੁਤਬਾ ਵੀ ਮਿਲ ਗਿਆ। ਔਰ ਇਹ ਦੋ ਚੀਜ਼ਾਂ ਦੀ ਆਪਸੀ ਖਹਿਬਾਜ਼ੀ, ਜਿਹਨੂੰ ਟੱਕਰ ਕਹਿੰਦੇ ਆ, ਉਹਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੇ ਕਹਿਤਾ ਕਿ ਅਸੀਂ ਆਰਡੀਨੈਂਸ ਜਾਰੀ ਕਰਾਂਗੇ, ਜਿਹਦੇ ਵਿੱਚ ਦਿੱਲੀ ਦਾ ਜਿਹੜਾ ਸਾਰਾ ਹੁਕਮਾਂ, ਦਿੱਲੀ ਦੀ ਐਡਮਿਨਿਸਟ੍ਰੇਸ਼ਨ ਆ, ਪ੍ਰਸ਼ਾਸਨ ਆ, ਗਵਰਨਰ ਵੱਲੋਂ ਚਲਾਇਆ ਜਾਊਗਾ। ਜਦੋਂ ਇਹ ਗੱਲ ਆ ਵੇਖਣ ਚਾਹੀਦੀ, ਜਦੋਂ ਸ਼ੀਲਾ ਦੀਕਸ਼ਿਤ ਜੀ ਮੁੱਖ ਮੰਤਰੀ ਸੀਗੇ ਦਿੱਲੀ ਦੇ, ਉਹਨਾਂ ਨੇ ਇੰਡੀਪੈਂਡੈਂਟ ਕੰਮ ਕੀਤਾ, ਉਹਦੇ ਵਿੱਚ ਕੇਂਦਰ ਦਾ ਕੋਈ ਦਖਲਅੰਦਾਜ਼ੀ ਨਹੀਂ ਰਹੀ। ਉਸ ਤੋਂ ਪਹਿਲੇ ਵੀ ਮੁੱਖ ਮੰਤਰੀ ਜਿੰਨੇ ਰਹੇ ਆ, ਉਹ 'ਚ ਕੋਈ ਗਵਰਨਰ ਨੇ ਦਖਲਅੰਦਾਜ਼ੀ ਨਹੀਂ ਕੀਤੀ। ਪੰਜਾਬ ਵਿੱਚ ਗਵਰਨਰ ਦੀ ਦਖਲਅੰਦਾਜ਼ੀ ਰਹੀ ਹੈ, ਦਿੱਲੀ ਵਿੱਚ ਗਵਰਨਰ ਦੀ ਦਖਲਅੰਦਾਜ਼ੀ ਰਹੀ ਹੈ, ਤੇ ਬਾਕੀ ਸੂਬਿਆਂ 'ਚ ਜਿੱਥੇ ਗਵਰਨਮੈਂਟ ਨਹੀਂ ਹੈਗੀ, ਇਹਨਾਂ ਦੀ ਆਪੋਜੀਸ਼ਨ ਹੈ, ਜਿੱਥੇ ਡਬਲ ਇੰਜਨ ਦੀ ਆਪਾਂ ਗੱਲ ਕਰਦੇ ਨੇ, ਉਹ ਹੈਗਾ। ਹੁਣ ਇਸ ਵੇਲੇ ਨੀਤਿਸ਼ ਕੁਮਾਰ ਜੀ ਵੀ ਆ ਚੁੱਕੇ ਉੱਥੇ ਦਿੱਲੀ, ਮਮਤਾ ਬੈਨਰਜੀ ਵੀ ਆ ਗਏ ਆ, ਭਗਵੰਤ ਮਾਨ ਜੀ ਵੀ ਉੱਥੇ ਪਹੁੰਚ ਗਏ ਆ। ਇਹਨਾਂ ਨੂੰ ਇਹ ਖਤਰਾ ਹੋਗਾ ਕਿ ਇਹ ਸਾਡੇ 'ਤੇ ਵੀ ਇਸੇ ਤਰ੍ਹਾਂ ਦੀ ਪਾਬੰਦੀ ਲੱਗ ਸਕਦੀ ਆ। ਕੇਂਦਰ ਦੀ ਦਖਲਅੰਦਾਜ਼ੀ ਸੂਬੇ ਵਿੱਚ ਹੋ ਸਕਦੀ ਹੈ, ਜਿਹਨੂੰ ਅਸੀਂ ਕੇਂਦਰੀਕਰਨ ਕਹਿ ਦਿੰਦੇ ਹਾਂ, ਕਿਉਂਕਿ ਇਹ ਚਾਹੁੰਦਾ ਕੇਂਦਰ ਕਿ ਮੈਂ ਸਾਰੇ ਸੂਬਿਆਂ 'ਤੇ ਆਪਣਾ ਗਲਬਾ ਰੱਖਾਂ, ਜਦੋਂ ਕਿ ਕੁਝ ਅਧਿਕਾਰ ਜਿਹੜੇ ਹੁੰਦੇ ਆ, ਰਾਈਟਸ ਹੁੰਦੇ ਆ, ਜਿਹਨੂੰ ਅਸੀਂ ਫੰਡਾਮੈਂਟਲ ਰਾਈਟਸ ਆਨੇ ਆ, ਇਹ ਸਟੇਟਾਂ ਦੇ ਹੁੰਦੇ ਆ, ਜਿਸ 'ਚ ਐਜੂਕੇਸ਼ਨ ਹੈ, ਸੁਰੱਖਿਆ ਹੈਗੀ ਆ, ਉਹਦੇ 'ਚ ਲੋਕਾਂ ਨੂੰ ਨੌਕਰੀਆਂ ਦੇਣਾ ਹੈਗੀ ਆ, ਉਹਦੀ ਇਕੋਨਮੀ ਨੂੰ ਧਿਆਨ ਰੱਖਣਾ ਹੈਗਾ ਵਾ, ਉਹ 'ਚ ਕੇਂਦਰ ਦੀ ਕੋਈ ਦਖਲਅੰਦਾਜ਼ੀ ਨਹੀਂ ਦੀ। ਕੇਂਦਰ ਦਾ ਮਤਲਬ ਹੁੰਦਾ ਰੂਰਲ ਫੰਡ ਦੇਣਾ, ਜਦੋਂ ਕਿ ਉਹ ਬੰਦ ਕਰ ਦਿੱਤੇ ਗਏ ਆ। ਇਹ ਹੁਣ ਹਾਈ ਕੋਰਟ 'ਚ ਗਏ, ਸੁਪਰੀਮ ਕੋਰਟ 'ਚ ਗਏ ਆ ਕਿ ਸਾਡੇ ਜਿਹੜੇ ਫੰਡ ਆ, ਉਹ ਭਗਵੰਤ ਮਾਨ ਨੇ ਉਹਦਾ ਦਰਵਾਜ਼ਾ ਖੜਕਾ ਲਿਆ, ਬਾਕੀ ਸਟੇਟ ਵੀ ਜਾ ਰਹੇ ਆ। ਇਹ ਹੁਣ ਗੁੱਥਮ ਗੁੱਥਾ ਹੋ ਰਿਹਾ ਸਾਰਾ ਕੁਝ। ਆਹ ਜਿਹੜਾ ਆਰਡੀਨੈਂਸ ਜੇ ਪਾਸ ਹੋ ਗਿਆ, ਕੇਂਦਰ ਪੂਰਾ ਕਾਮਯਾਬ ਹੋ ਜਾਣਾ, ਕਿਉਂਕਿ ਜੇ ਅਸੀਂ ਗੱਲ ਕਰੀਏ ਜੁਡੀਸ਼ਰੀ ਦੀ, ਜੁਡੀਸ਼ਰੀ ਜਿਹੜੀ ਆ ਉਹ ਵੀ ਕਈ ਵਾਰੀ ਕੇਂਦਰ ਨਾਲ ਦੀ ਜਿਹੜੀ ਫੇਵਰ ਨਾਲ ਚੱਲਦੀ ਹੈ। ਔਰ ਇਸੇ ਤਰ੍ਹਾਂ ਦੀ ਆ ਗੱਲ ਜਿਹੜੀ ਹੁਣ ਆ ਗਈ ਸਾਰੀਆਂ, ਜਿੱਦਾਂ ਤੁਸੀਂ ਗੱਲ ਕਹੀ ਹੈ, ਸਾਰੇ ਜਿਹੜੇ ਰਾਜਨੀਤਿਕ ਵਿਰੋਧੀ ਪਾਰਟੀਆਂ, ਇਹਨਾਂ ਦਾ ਗੱਠਜੋੜ ਹੋ ਗਿਆ। ਇੱਕ ਹੈਗੀ ਆ ਇਲੈਕਸ਼ਨ ਆਉਣ ਆ ਰਹੀ ਹੈ ਜਿਹੜੀ 2024 ਦੀ, ਉਹ ਵੀ ਸਿਰ 'ਤੇ ਹੈਗੀ ਆ। ਉਹ ਹੁਣ ਇਹਦੇ ਵਿੱਚ ਕਾਂਗਰਸ ਵੀ ਮਿਲ ਗਈ ਹੈ। ਇਹਦੇ ਵਿੱਚ ਪੰਜਾਬ ਦੀ ਕਾਂਗਰਸ, ਜਿਹੜਾ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਕਹਿਤਾ ਕਿ ਅਸੀਂ ਅਜੇ ਤੱਕ ਇਹਨਾਂ ਦਾ ਸਾਥ ਨਹੀਂ ਨਿਭਾਵਾਂਗੇ। ਇਹ ਕਾਂਗਰਸ ਥੋੜ੍ਹੀ ਜਿਹੀ ਅਲੱਗਾ ਰਹਿੰਦੀ ਪੰਜਾਬ ਦੀ। ਹਾਈ ਕਮਾਂਡ ਨੂੰ ਨੇ ਕਿਹਾ ਕਿ ਤੁਸੀਂ ਇਹਨਾਂ ਦਾ ਪਿੱਛਾ ਨਾ ਪੂਰੋ ਆਪ ਸਰਕਾਰ ਦਾ, ਤਾਂ ਕਿ ਇਹ ਜਿਹੜੇ ਗਲਤ ਕੰਮ ਕਰ ਰਹੇ ਆ, ਪਹਿਲੋਂ ਇਹਨਾਂ ਨੇ ਇਹ ਕਹਿੰਦੇ ਰਾਈਟ ਹੈਂਡ ਹੈ BJP ਦੀ ਆਪ ਸਰਕਾਰ,
ਹੁਣ ਜਦੋਂ ਰਾਜਨੀਤਿਕ ਪਾਰਟੀਆਂ ਵਿੱਚ ਫੁੱਟ ਪੈ ਜਾਂਦੀ ਹੈ, ਬਾਕੀ ਜਿਹੜੀਆਂ ਸੂਬਾ ਦੀਆਂ ਪਾਰਟੀਆਂ ਸਾਰੀਆਂ ਯੂਨਾਈਟ ਹੋ ਗਈਆਂ, ਸਿਰਫ ਤੇ ਸਿਰਫ ਪੰਜਾਬ ਦੀ ਜਿਹੜੀ ਕਾਂਗਰਸ ਹੈ ਇਹ ਅਲੱਗਾ ਰਹੀ ਹੈ। ਇਹ 'ਚ ਨਵਜੋਤ ਸਿੱਧੂ ਜੀ ਵੀ ਇਹ 'ਚ ਨੇ, ਇੱਕ ਸੁਖਪਾਲ ਖਹਿਰਾ ਜੀ ਵੀ ਹੈਗੇ ਆ, ਇਹ ਤੁਹਾਨੂੰ ਪਤਾ ਹੈ ਪਾਸਾ ਵੱਟ ਲੈਂਦੇ ਆ ਆਪ ਤੋਂ। ਪਰ ਆਹ ਜਿਹੜਾ ਮਸਲਾ ਹੈਗਾ ਇਹਨਾਂ ਦਾ ਸਾਂਝਾ ਮਸਲਾ ਹੈਗਾ, ਕੱਲ੍ਹ ਨੂੰ ਜੇ ਕਾਂਗਰਸ ਆਉਂਦੀ ਹੈ ਤਾਂ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਉਹੀ ਗੱਲ ਚੱਲਣੀ ਪਊਗੀ ਜਿਹੜੀ ਇਹ ਚੱਲ ਰਿਹਾ। ਔਰ ਇਹ ਆਰਡੀਨੈਂਸ ਜਿੱਦਣ ਪਾਸ ਹੋ ਗਿਆ ਸਾਰੀਆਂ ਪਾਰਟੀਆਂ ਦਾ ਸਫਾਇਆ ਜਾਣੀ ਹੈ। ਇਹਦੇ ਵਿੱਚ ਇੱਕ ਚੀਜ਼ ਸੋਚਣ ਵਾਲੀ ਹੈ ਆ ਕਿ ਜੇ ਗਵਰਨਰ ਸਾਹਿਬ ਨੇ ਚਲਾਉਣਾ ਹੈ ਤਾਂ ਫਿਰ ਇਲੈਕਸ਼ਨਸ ਕਰਾਉਣ ਤੋਂ ਬਾਅਦ ਸੀਐਮ ਦਾ ਕੀ ਮਤਲਬ ਰਹਿ ਜਾਂਦਾ? ਫਿਰ ਡੈਮੋਕ੍ਰੇਸੀ ਕੀ ਹੈ? ਗਵਰਨਰ ਮੀਨਸ ਹੈਗਾ ਰਾਸ਼ਟਰਪਤੀ ਪੰਜਾਬ ਦਾ ਜਾਂ ਕਿਸੇ ਸੂਬੇ ਦਾ, ਉਹੀ ਹੀ ਕੈਨ ਡੂ ਐਨੀਥਿੰਗ। ਰਾਸ਼ਟਰਪਤੀ ਰਾਜ ਹੋ ਗਿਆ, ਫਿਰ ਸੀਐਮ ਦਾ ਤੇ ਕੋਈ ਮਤਲਬ ਹੀ ਨਹੀਂ, ਇਲੈਕਸ਼ਨਸ ਦਾ ਕੋਈ ਮਤਲਬ ਨਹੀਂ। ਮਤਲਬ ਇਹ ਹੈ ਕਿ ਇਹ ਇਦਾਂ ਦੇ ਕੰਮ ਕਿਉਂ ਕੀਤੇ ਜਾ ਰਹੇ ਨੇ? ਇਹ ਕੰਮ ਇਸ ਕਰਕੇ ਕੀਤੇ ਸਾਰੇ ਦਾ ਤਾਕਤ ਹਥਿਆਉਣ ਲਈ, ਤਾਕਤ ਹਥਿਆਉਣ ਲਈ ਹੈਗਾ ਕਿ ਕੇਂਦਰ ਦੇ ਹੱਥ 'ਚ ਚੱਲ ਜੇ। ਤੇ ਇੱਥੇ ਫਿਰ ਲੋਕ ਕਿੱਥੇ ਖੜੇ ਨੇ? ਲੋਕ ਵਿਚਾਰੇ ਵੋਟਾਂ ਪਾ ਕੇ ਸੌਂ ਜਾਂਦੇ, ਇਹ ਜਾਗਦੇ ਹੁੰਦੇ, ਇਹੀ ਗੱਲ ਹੁੰਦੀ। ਲੋਕਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਵੀ ਜੇ ਜਦੋਂ ਸਾਡਾ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਸਾਰੇ ਸੂਬੇ ਆਪਣੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ, ਕਿਉਂਕਿ ਜਿਹੜੀਆਂ ਸੂਬੇ 'ਚ ਬੈਠੀਆਂ ਪਾਰਟੀਆਂ ਨੇ ਉਹ ਸੂਬੇ ਬਾਰੇ ਵਧੀਆ ਤਰੀਕੇ ਨਾਲ ਜਾਣਦੀਆਂ ਹੁੰਦੀਆਂ ਨੇ। ਜਿਵੇਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਖੇਤਰੀ ਪਾਰਟੀ ਹੈ, ਜਿੰਨਾ ਡੂੰਘਾਈ ਦੇ ਵਿੱਚ ਜਿੰਨੀ ਚੰਗੀ ਤਰ੍ਹਾਂ ਅਕਾਲੀ ਦਲ ਸਮਝਦਾ ਪੰਜਾਬ ਨੂੰ, ਕੌਮੀ ਪਾਰਟੀਆਂ ਨਹੀਂ ਸਮਝਦੀਆਂ। ਇਸ ਕਰਕੇ ਪੰਜਾਬ ਦੇ ਵਾਸੀਆਂ ਦਾ ਹੁਕਮ ਚੱਲਣਾ ਚਾਹੀਦਾ ਪੰਜਾਬ ਦੇ ਵਿੱਚ, ਉੱਦਾਂ ਹੀ ਬਾਕੀ ਸਟੇਟਾਂ ਦੇ ਵਿੱਚ ਉੱਥੋਂ ਦੇ ਲੋਕਾਂ ਦਾ ਹੁਕਮ ਚੱਲਣਾ ਚਾਹੀਦਾ, ਕਿਉਂਕਿ ਉਹ ਲੋਕ ਬਿਹਤਰ ਸਮਝਦੇ ਨੇ ਉਹਨਾਂ ਦੀਆਂ ਪ੍ਰੋਬਲਮਸ ਨੂੰ। ਸਭ ਕੁਝ ਕੇਂਦਰ ਦੇ ਹੱਥ ਚਲਾ ਜਾਊਗਾ ਤਾਂ ਫਿਰ ਸੰਵਿਧਾਨ ਦੇ ਮੁਤਾਬਿਕ ਜਿਹੜੇ ਸਭ ਸੂਬਿਆਂ ਨੂੰ ਰਾਜ ਨੂੰ ਮਿਲੇ ਹੋਏ ਨੇ ਅਧਿਕਾਰ, ਉਹ ਕਿੱਥੇ ਜਾਣਗੇ? ਉਹ ਵੀ ਤਾਂ ਖਿਆਲ ਰੱਖਣਾ ਚਾਹੀਦਾ। ਹੁਣ ਗਵਰਨਰ ਸਾਹਿਬ ਚਲਾਉਣਗੇ ਤੇ ਫਿਰ ਇਹਦਾ ਸਿੱਧਾ ਕੇਂਦਰ ਦਾ ਸ਼ਾਸਨ ਹੋ ਗਿਆ ਨਾ, ਫਿਰ ਇਹਦੇ ਵਿੱਚ ਸੀਐਮ ਦਾ ਤੇ ਕੋਈ ਮਤਲਬ ਹੀ ਨਹੀਂ ਰਹਿ ਗਿਆ। ਤੇ ਸਭ ਜਗ੍ਹਾ ਜੇ ਇਹੀ ਹਾਲ ਹੋ ਗਿਆ ਤੇ ਫਿਰ ਤੇ ਲੋਕਤੰਤਰ ਦਾ ਕੋਈ ਮਤਲਬ ਨਹੀਂ ਰਹਿ ਗਿਆ, ਡੈਮੋਕ੍ਰੇਸੀ ਦੇ ਵਿੱਚ ਇਲੈਕਸ਼ਨਸ ਦਾ ਕੋਈ ਮਤਲਬ ਨਹੀਂ ਰਹਿ ਗਿਆ, ਤੇ ਫਿਰ ਤੇ ਕੁਝ ਹੋਰ ਹੀ ਗੱਲ ਹੋ ਜਾਏਗੀ। ਮਲਿਕ ਸਾਹਿਬ ਜਿਹੜੇ ਹਮੇਸ਼ਾ ਸਤਿਆਪਾਲ ਮਲਿਕ J&K ਦੇ ਜਿਹੜੇ ਸਾਬਕਾ ਗਵਰਨਰ ਨੇ, ਉਹ ਹਮੇਸ਼ਾ ਹੀ ਇਹ ਗੱਲ ਕਹਿੰਦੇ ਨੇ, ਕਹਿੰਦੇ ਜੇ ਇਸ ਵਾਰ ਵੀ ਇਲੈਕਸ਼ਨਸ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਬਣਦੀ ਹੈ ਕੇਂਦਰ ਦੇ ਵਿੱਚ, ਤਾਂ ਇਹ ਪੋਸੀਬਲ ਹੈ ਕਿ 2029 ਦੇ ਵਿੱਚ 5 ਸਾਲਾਂ ਬਾਅਦ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ, ਸ਼ਾਇਦ ਇਲੈਕਸ਼ਨਸ ਹੀ ਨਾ ਹੋਣ, ਕਿਉਂਕਿ ਇਹਨਾਂ ਵੱਲੋਂ ਇਹ ਗੱਲ ਕਹੀ ਜਾਵੇ ਕਿ ਹਰ ਵਾਰ ਤੁਸੀਂ ਮੈਨੂੰ ਹੀ ਜਿਤਾਉਂਦੇ ਹੋ, ਮੈਂ ਹੀ ਜਿੱਤਦਾ, ਇਸ ਕਰਕੇ ਇਲੈਕਸ਼ਨਸ ਦੇ ਉੱਤੇ ਖਰਚਾ ਕਰਨ ਦੀ ਕੋਈ ਲੋੜ ਨਹੀਂ, ਇਸ ਕਰਕੇ ਇਦਾਂ ਹੀ ਚੱਲਣ ਦਿਓ। ਇਹ ਮਲਿਕ ਸਾਹਿਬ ਦਾ ਜਿਹੜਾ ਬਿਆਨ ਹੈ, ਮਲਿਕ ਸਾਹਿਬ ਦੀ ਜਿਹੜੀ ਗੱਲਬਾਤ ਹੈ, ਉਹਦੇ 'ਚ ਗੱਲਾਂ ਸਾਹਮਣੇ ਆਉਂਦੀਆਂ ਪਈਆਂ। ਮਲਿਕ ਸਾਹਿਬ ਨੇ ਜਿੰਨੇ ਵੀ ਉੱਥੋਂ ਕੱਢੀਆਂ ਗੱਲਾਂ ਨਾ, ਉਹ ਬਿਲਕੁਲ ਸੱਚੀਆਂ ਵੀ ਹੈਗੀਆਂ। ਉਹਨਾਂ ਨੇ ਕਿਹਾ ਹੈਗਾ ਕਿ ਜੇ ਪੁਲਵਾਮਾ ਦੇ ਵਿੱਚ ਜੋ ਹੋਇਆ, ਕਹਿੰਦੇ ਇਹ ਜੇ ਰਾਜ ਕਰਦੇ ਆ ਤੇ ਸਰਹੱਦਾਂ 'ਤੇ ਬੈਠੇ ਫੌਜੀਆਂ ਦੀ ਹਿੱਕ 'ਤੇ ਰਾਜ ਕਰਦੇ ਆ। ਔਰ ਜਦੋਂ ਉਹਨਾਂ ਨੂੰ ਆਂਦੇ ਮਾਰਿਆ ਗਿਆ, ਮੈਂ ਗਵਰਨਰ ਸੀ ਉੱਥੇ, ਜਦੋਂ ਮੈਂ ਇਮੀਡੀਏਟ ਉਹਨਾਂ ਨੂੰ ਕਿਹਾ ਸੀਗਾ, ਸੀਐਮ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ, ਔਰ ਜਿਹੜਾ ਸਾਡੇ ਵਿਦੇਸ਼ ਮੰਤਰੀ ਨੇ, ਔਰ ਨਾਲ ਉੱਥੋਂ ਦੇ ਡਿਫੈਂਸ ਮਿਨਿਸਟਰੀ ਰਾਜਨਾਥ ਜੀ, ਉਹਨਾਂ ਨੂੰ ਕਿਹਾ ਸੀਗਾ ਕਿ ਇਹਦੇ ਬਾਰੇ ਆਪਾਂ ਕੁਝ ਕਹੀਓ। ਆਂਦੇ ਨਹੀਂ, ਚੁੱਪ ਵੱਟ ਜਾਓ, ਕੋਈ ਇਹਦੇ ਮਤ 'ਚ ਨਹੀਂ ਹੈਗਾ, ਕੋਈ ਇਨਕੁਆਇਰੀ ਨਹੀਂ, ਕੁਝ ਨਹੀਂ ਹੋਇਆ। ਔਰ ਕਾਰਵਾਈ ਚੱਲਦੀ ਜਾਂਦੀ ਜਾਂਦੀ ਉਹਨਾਂ ਨੇ ਫੌਜੀ ਮਾਰ ਦਿੱਤੇ, ਔਰ ਉਹ ਨਾ ਕੋਈ ਫੜਿਆ ਗਿਆ, ਨਾ ਕਿਸੇ ਨੂੰ ਮਾਰਿਆ, ਨਾ ਕੀਤਾ। ਉਹ ਬੜਾ ਸੱਚ ਬੋਲਦੇ ਆ, ਬੜਾ ਕੁਝ ਕਰਦੇ ਆ, ਉਹਨਾਂ ਦੀ ਵੀਡੀਓ ਸੁਣਨ ਵਾਲੀ ਹੁੰਦੀ ਹੈ। ਗੱਲ ਇਹ ਹੈ ਹੁਣ ਜਿਹੜਾ 2029 ਵਾਸਤੇ ਉਹਨਾਂ ਨੇ ਇਲੈਕਸ਼ਨਸ ਨੂੰ ਲੈ ਕੇ ਕਿਹਾ ਕਿ ਇਲੈਕਸ਼ਨਸ ਪਤਾ ਨਹੀਂ ਹੋਣ ਕਿ ਨਾ ਹੋਣ 2029 ਦੇ ਵਿੱਚ, ਜੇ ਇਸ ਵਾਰ ਬੀਜੇਪੀ ਸੱਤਾ ਦੇ ਵਿੱਚ ਆ ਜਾਂਦੀ ਹੈ 2024 ਦੇ ਵਿੱਚ, ਇਹ ਜਿਹੜੀ ਗੱਲ ਮਲਿਕ ਸਾਹਿਬ ਨੇ ਕਹੀ ਹੈ, ਇਹ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ, ਉਹਨਾਂ ਦਾ ਆਪਣਾ ਵਿਜ਼ਨ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਇਦਾਂ ਹੋਣਾ ਹੈ, ਜ਼ਰੂਰੀ ਨਹੀਂ ਕਿ ਡੈਮੋਕ੍ਰੇਸੀ ਖਤਮ ਹੋ ਜਾਣੀ ਹੈ, ਜ਼ਰੂਰੀ ਨਹੀਂ ਹੈ। ਇਹ ਉਹਨਾਂ ਦਾ ਆਪਣਾ ਵਿਜ਼ਨ ਹੈ, ਆਪਣੀ ਸੋਚ ਹੋ ਸਕਦੀ ਹੈ, ਹੋ ਸਕਦਾ ਇਦਾਂ ਨਾ ਵੀ ਹੋਵੇ। ਸੋ ਗੱਲ ਇਹ ਹੈ ਕਿ ਉਹ ਇਹ ਗੱਲ ਕਹਿ ਰਹੇ ਨੇ, ਇਸ ਕਰਕੇ ਉਹ ਕਾਬਿਲ ਗੌਰ ਹੈ ਕਿ ਉਹ ਗੱਲ ਇਹ ਕਿਉਂ ਕਹਿ ਰਹੇ ਨੇ, ਕਿਉਂਕਿ ਗਵਰਨਰ ਰਹਿ ਚੁੱਕੇ ਨੇ, ਕਾਫੀ ਡੂੰਘਾਈ ਤੱਕ ਰਾਜਨੀਤੀ ਨੂੰ ਜਾਣਦੇ ਨੇ, ਔਰ ਕਾਲਜ ਟਾਈਮ ਤੋਂ ਹੀ ਸੋਸ਼ਲ ਐਕਟਿਵਿਸਟ ਵੀ ਰਹੇ ਨੇ, ਔਰ ਰਾਜਨੀਤੀ ਦੇ ਵਿੱਚ ਵੀ ਸਰਗਰਮ ਰਹੇ ਨੇ। ਜਿਹੜਾ ਸਟੂਡੈਂਟ ਪੋਲਿਟਿਕਸ ਉਸ ਜ਼ਮਾਨੇ 'ਚ ਹੁੰਦਾ ਸੀ ਕਾਲਜਾਂ ਦੇ ਵਿੱਚ, ਅੱਜ ਕੱਲ੍ਹ ਤੇ ਖਤਮ ਹੀ ਹੋ ਗਿਆ, ਅੱਜ ਕੱਲ੍ਹ ਤੇ ਹੁੰਦਾ ਹੀ ਨਹੀਂ, ਬਹੁਤ ਘੱਟ ਹੈ। ਉਹਦੇ ਵਿੱਚ ਸਿਆਸਤ ਦਾ ਬਹੁਤ ਡਾਇਰੈਕਟ ਦਖਲ ਹੈ ਜਿੱਥੇ ਜਿੱਥੇ ਵੀ ਹੈ। ਪਰ ਜੋ ਸਤਿਆਪਾਲ ਮਲਿਕ ਕਹਿ ਰਹੇ ਨੇ, ਉਹ ਵੀ ਇੱਕ ਗੱਲ ਅਸੀਂ ਸੋਚ ਸਕਦੇ ਹਾਂ ਕਿ ਉਹਨਾਂ ਨੇ ਇਹ ਗੱਲ ਕਹੀ ਹੈ। ਔਰ ਦੂਜੀ ਗੱਲ ਇਹ ਹੈ ਕਿ ਜੋ ਇਸ ਵਕਤ ਇਹ ਆਰਡੀਨੈਂਸ ਹੋ ਰਿਹਾ ਹੈ, ਇਹ ਤੇ ਸਾਰੇ ਕਹਿ ਰਹੇ ਨੇ ਕਿ ਸੰਵਿਧਾਨਿਕ ਨਹੀਂ ਹੈ, ਇਸ ਦੇ ਉੱਤੇ ਗੱਲਬਾਤ ਚਰਚਾ ਹੋਣੀ ਚਾਹੀਦੀ ਹੈ ਕਿ ਇਦਾਂ ਦੇ ਰੂਲਸ ਕਿਉਂ ਕਾਇਮ ਕੀਤੇ ਜਾਣ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਬਣਦੀ ਪਈ ਹੈ ਕਿ ਇੱਥੇ ਆ ਕੇ ਇਹ ਸਾਨੂੰ ਸਾਰਿਆਂ ਨੂੰ ਵਿਚਾਰ ਕਰਨਾ ਪਏਗਾ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ, ਔਰ ਇਨਕਲੂਡਿੰਗ ਬੀਜੇਪੀ ਨੂੰ ਵੀ, ਜੋ ਸੱਤਾ 'ਚ ਕਾਇਮ ਹੈ, ਕਿ ਜੋ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਪਏ ਨੇ, ਵਿਰੋਧੀ ਤੇਰੇ ਇਲਜ਼ਾਮ ਲਗਾਉਂਦੇ ਨੇ ਜਾਂ ਜਨਤਾ ਵੀ ਇਲਜ਼ਾਮ ਲਗਾਉਂਦੀ ਹੈ, ਉਹਨਾਂ ਨੂੰ ਸਫਾਈ ਦੇਣੀ ਪਏਗੀ ਕਿ ਨਹੀਂ ਬਈ, ਸਾਡੀ ਐਸੀ ਮਨਸ਼ਾ ਨਹੀਂ ਹੈ, ਤੁਸੀਂ ਗਲਤ ਸਮਝ ਰਹੇ ਹੋ, ਅੰਡਰ ਐਸਟੀਮੇਟ ਕਰ ਰਹੇ ਹੋ ਸਾਨੂੰ। ਵੈਸੇ ਆਰਡੀਨੈਂਸ ਬਣਨ ਤੋਂ ਪਹਿਲਾਂ ਜਿਹੜੀ ਡੈਮੋਕ੍ਰੇਸੀ 'ਚ ਜਿੱਥੇ ਪ੍ਰਧਾਨ ਮੰਤਰੀ ਦੀ ਸਰਕਾਰ ਹੁੰਦੀ ਹੈ, ਬਾਕਾਇਦਾ ਤੌਰ 'ਤੇ ਜਿੰਨੇ ਵੀ ਸੂਬੇ ਹੈਗੇ ਆ ਹਿੰਦੁਸਤਾਨ ਦੇ, ਉਹਨਾਂ ਦੇ ਮੁੱਖ ਮੰਤਰੀਆਂ ਨਾਲ ਪਹਿਲਾਂ ਮੀਟਿੰਗ ਹੁੰਦੀ ਹੈ। ਉਹਨਾਂ ਨੂੰ ਕਹਿੰਦਾ ਕਿ ਆਹ ਜਿਹੜਾ ਇਸ਼ੂ ਹੈਗਾ, ਅਸੀਂ ਇਹਨੂੰ ਲੈ ਕੇ ਇਹਦੇ ਵਿੱਚ ਮਸਲਾ ਰੱਖਣ ਲੱਗੇ ਹਾਂ ਪਾਰਲੀਮੈਂਟ 'ਚ। ਫਿਰ ਆਪੋਜੀਸ਼ਨ ਜਿਹੜੀ ਹੁੰਦੀ ਹੈ, ਇਸ ਵੇਲੇ ਜਿਹੜੀ ਨੈਸ਼ਨਲ ਪਾਰਟੀ ਕਾਂਗਰਸ ਆ, ਉਹਨਾਂ ਦੀ ਹਾਈ ਕਮਾਂਡ ਦੇ ਨੇ, ਉਹਦੇ ਖੜਕੇ ਸਾਹਿਬ ਉਹਦੇ ਪ੍ਰਮੁੱਖ ਨੇਤਾ ਨੇ, ਪ੍ਰਧਾਨ ਨੇ,
ਉਹਨਾਂ ਨੂੰ ਪਤਾ ਹੀ ਨਹੀਂਗਾ, ਉਹਨਾਂ ਨਾਲ ਗੱਲ ਹੀ ਨਹੀਂ ਕੀਤੀ। ਬਾਕੀ ਇਹਨਾਂ ਨੂੰ ਜੁਡੀਸ਼ਰੀ ਨਾਲ ਵੀ ਗੱਲ ਹੁੰਦੀ ਹੈ, ਬੜਾ ਕੁਝ ਸਾਰਾ ਕੁਝ ਹੁੰਦਾ ਉਹਦੀ ਰਿਪੋਰਟ ਲੈ ਕੇ ਫਿਰ ਪੜ੍ਹੀ ਜਾਂਦੀ ਪਾਰਲੀਮੈਂਟ 'ਚ, ਫਿਰ ਗੰਦੀ ਹੈ। ਡਾਇਰੈਕਟਲੀ ਆਰਡੀਨੈਂਸ ਨਹੀਂ ਲਿਆ ਜਾਂਦਾ, ਇਹਦੇ ਪਿੱਛੇ ਪਹਿਲਾਂ ਮੀਟਿੰਗ ਹੁੰਦੀ ਹੈ, ਮੰਤਰੀ ਮੰਡਲ ਨਾਲ ਹੁੰਦੀ ਹੈ, ਉਹ ਕਿਸੇ ਨੂੰ ਪਤਾ ਨਹੀਂ, ਸਿੱਧਾ ਆਰਡੀਨੈਂਸ ਹੈ। ਔਰ ਰਾਜ ਸਭਾ 'ਚ ਆ ਚੁੱਕਿਆ ਵਾ, ਰਾਜ ਸਭਾ ਦੇ ਵਿੱਚ ਜੇ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਤੇ ਰਾਜ ਸਭਾ ਤੋਂ ਜੇ ਪਾਸ ਹੋ ਗਿਆ, ਆਪੋਜੀਸ਼ਨ ਤਾਂ ਅੱਗੇ ਹੀ ਉੱਥੇ ਨਾਂ ਦੀ ਆਪੋਜੀਸ਼ਨ ਹੈਗਾ, ਆਪੋਜੀਸ਼ਨ ਦੀ ਬਹੁਤ ਮਤ ਹੈ ਨਹੀਂ। ਜੇ ਉਹ ਪਾਸ ਹੋ ਗਿਆ ਫਿਰ ਪ੍ਰੈਜ਼ੀਡੈਂਟ ਦੇ ਕੋਲ ਚੱਲ ਜਾਣਾ, ਪ੍ਰੈਜ਼ੀਡੈਂਟ ਨੇ ਸਾਈਨ ਕਰ ਦੇਣੇ ਤੇ ਕਾਨੂੰਨ ਬਣ ਗਿਆ, ਆਰਡੀਨੈਂਸ ਪਾਸ ਹੈ। ਬਿਲਕੁਲ ਸਹੀ ਗੱਲ ਹੈ। ਤਾਂ ਹੀ ਮੈਂ ਕਹਿ ਰਿਹਾ ਕਿ ਬੀਜੇਪੀ ਇਹ ਗੱਲ ਕਹਿ ਸਕਦੀ ਹੈ ਕਿ ਤੁਸੀਂ ਸਾਨੂੰ ਅੰਡਰ ਐਸਟੀਮੇਟ ਕਰ ਰਹੇ ਹੋ, ਕਿਵੇਂ ਕਿ ਤੁਸੀਂ ਸਾਨੂੰ ਬਹੁਤ ਹੀ ਨੀਚੇ ਗਿਰਾ ਰਹੇ ਹੋ। ਹਾਂ, ਅਸੀਂ ਇਦਾਂ ਨੀਚੇ ਨਹੀਂ ਗਿਰੇ ਹੋਏ ਕਿ ਇਦਾਂ ਦੀ ਅਸੀਂ ਇਸ ਪੱਧਰ ਦੀ ਰਾਜਨੀਤੀ ਕਰਦੇ ਹਾਂ। ਅਸੀਂ ਦੇਸ਼ ਵਾਸਤੇ, ਲੋਕਾਂ ਵਾਸਤੇ ਸੋਚਦੇ ਹਾਂ। ਹਾਂ, ਮਸਲਾ ਇਸ ਵੇਲੇ ਉੱਠਿਆ, ਬੀਜੇਪੀ ਨੂੰ ਜਸਟੀਫਾਈ ਕਰਨਾ ਪਏਗਾ ਕਿਉਂਕਿ ਇਸ ਵਕਤ ਇਹ ਮਸਲਾ ਉੱਠਿਆ ਹੋਇਆ ਹੈ ਔਰ ਬਹੁਤ ਜ਼ਿਆਦਾ ਕੁਐਸਚਨ ਮਾਰਕਸ ਲੱਗਦੇ ਪਏ ਨੇ ਬੀਜੇਪੀ ਦੀ ਲੀਡਰਸ਼ਿਪ ਤੇ। ਬੜਾ ਟਾਈਮਲੀ ਮਸਲਾ ਆ ਗਿਆ। ਹੁਣ ਦੇਖੋ ਅੱਗੇ ਕੀ ਹੁੰਦਾ, ਜੁਡੀਸ਼ਰੀ ਕੀ ਕਹਿੰਦੀ ਹੈ, ਮੰਤਰੀ ਮੰਡਲ ਕੀ ਕਹਿੰਦਾ ਹੈਗਾ, ਆਪੋਜੀਸ਼ਨ ਨੂੰ ਉੱਤੇ ਮੰਨਦੀ ਜਾਂ ਨਹੀਂ ਮੰਨਦੀ। ਸਾਰੀਆਂ ਖੇਤਰੀ ਪਾਰਟੀ ਮਿਲ ਚੁੱਕੀਆਂ ਇਸ ਵੇਲੇ, ਔਰ ਨਿਤਿਸ਼ ਕੁਮਾਰ ਨੇ ਇੱਥੇ ਇਨੀਸ਼ੀਏਟਿਵ ਲਿਆ, ਸਭ ਤੋਂ ਪਹਿਲਾਂ ਆਇਆ। ਕੇਂਦਰ ਵਿੱਚ ਬੈਠੀ ਬੀਜੇਪੀ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਪਈ ਹੈ ਇਸ ਵਕਤ ਅੱਗੇ ਆ ਕੇ ਸਾਰੀ ਗੱਲ ਕਲੀਅਰ ਕਰਨ, ਜਸਟੀਫਾਈ ਕਰਨ, ਕਲੈਰਿਟੀ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਿਆਦਾ ਕਨਫਿਊਜ਼ਨ ਪੈਦਾ ਹੋ ਰਹੇ ਨੇ ਜੀ। ਸੋ ਅਗਲੀ ਗੱਲ, ਵਿਰੋਧੀ ਪਾਰਟੀਆਂ ਦੀ ਗੱਲ ਹੀ ਆਪਾਂ ਕਰਦੇ ਪਏ ਆ ਤਾਂ ਉਹਨੂੰ ਅੱਗੇ ਤੋੜਦੇ ਹਾਂ ਕਿ ਜੋ ਇਮਾਰਤ ਬਣ ਰਹੀ ਹੈ ਨਵੀਂ ਪਾਰਲੀਮੈਂਟ ਦੀ, 28 ਤਰੀਕ ਨੂੰ ਉਹਦਾ ਉਦਘਾਟਨ, 28 ਮਈ ਨੂੰ ਉਦਘਾਟਨ, ਤੇ ਵਿਰੋਧੀ ਪਾਰਟੀਆਂ ਉਹਦਾ ਵਿਰੋਧ ਕਰਨਗੀਆਂ। ਤੇ ਨਾਲ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ ਹੈ ਕਿ ਜੋ ਇਸਤਰੀ ਸਭਾਵਾਂ ਕੇਂਦਰ ਦੇ ਵਿੱਚ ਉਤਰ ਰਹੀਆਂ ਨੇ ਖਿਡਾਰੀਆਂ ਦੀਆਂ ਸਪੋਰਟ ਵਾਸਤੇ, ਉਹ ਵੀ ਕਹਿੰਦੀਆਂ ਨੇ ਕਿ 28 ਤਰੀਕ ਨੂੰ ਹੀ ਅਸੀਂ ਨਵੀਂ ਪਾਰਲੀਮੈਂਟ ਦੇ ਬਾਹਰ ਜਿਹੜਾ ਉਦਘਾਟਨ ਹੋਣਾ ਉੱਥੇ ਹੀ ਅਸੀਂ ਧਰਨਾ ਵੀ ਦੇਣਾ ਖਿਡਾਰੀਆਂ ਦੀ ਸਪੋਰਟ ਦੇ ਵਿੱਚ। ਖਾਪ ਪੰਚਾਇਤਾਂ ਨੇ ਮਹਾ ਪੰਚਾਇਤ ਕਰਕੇ ਇਹ ਫੈਸਲਾ ਵੀ ਲਿਆ। ਹੁਣ ਇਹ 2-3 ਇਕੱਠੀਆਂ ਗੱਲਾਂ ਹੋ ਗਈਆਂ ਨੇ। ਔਰ ਇੱਧਰ ਉਹ ਜਿਹੜੇ ਪੁਰਾਣੇ ਪੈਨਸ਼ਨ ਕੇਸਿਸ ਨੇ ਪੰਜਾਬ ਦੇ ਵਿੱਚ, ਉਹ ਵੀ ਇੱਕ ਧਰਨੇ ਦੀ ਗੱਲ ਚੱਲਦੀ ਪਈ ਹੈ ਕਿ ਜਿਹੜੇ ਪੁਰਾਣੇ EMPLOYEES ਨੇ ਉਹ ਵੀ 28 ਮਈ ਚੁਣਦੇ ਪਏ ਨੇ, ਉਹ ਵੀ ਧਰਨਾ ਦੇਣਾ ਕਿ ਪੁਰਾਣੀ ਪੈਨਸ਼ਨ ਸਕੀਮ, ਨਵੀਂ ਪੈਨਸ਼ਨ ਸਕੀਮ, ਉਹਦਾ ਜਿਹੜਾ ਇਕੱਠਿਆਂ ਦਾ ਧਰਨਾ ਹੋ ਜਾਊਗਾ। ਲੋਕ ਥੋੜਾ ਜਿਹਾ ਇਸ ਬਾਰੇ ਜ਼ਿਆਦਾ ਧਿਆਨ ਕੇਂਦਰਿਤ ਹੋ ਜਾਊਗਾ। ਬਿਲਕੁਲ। ਪਹਿਲੀ ਗੱਲ ਤਾਂ ਹੈਗੀ ਕਿ ਜਿਹੜਾ ਸੰਸਦ ਦੀ ਨਵੀਂ ਇਮਾਰਤ ਬਣਾਈ ਆ, ਪਾਰਲੀਮੈਂਟ ਦੀ ਨਵੀਂ ਇਮਾਰਤ ਬਣਾਈ ਹੈ, ਇਹਦੇ ਤੇ ਬਹੁਤ ਕ੍ਰਿਟਿਸਾਈਜ਼ ਕੀਤਾ ਜਿਹੜੇ ਆਲੋਚਕ ਨੇ, ਜਿਹੜੇ ਪੜ੍ਹੇ ਲਿਖੇ ਤੇ ਸੂਝਵਾਨ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਮੁਗਲਾਂ ਨੇ ਬਣਾਈਆਂ ਇਮਾਰਤਾਂ, ਉਹਦਾ ਹੁਨਰ, ਉਹਦਾ ਆਰਟ ਸ਼ਾਇਦ ਬਾਅਦ 'ਚ ਨਾ ਬਣੇ। ਔਰ ਜਹਾਂਗੀਰ ਦੇ ਟਾਈਮ ਤੇ ਬੜਾ ਕੁਝ ਬਣਿਆ, ਜਾਮਾ ਮਸਜਿਦ ਉਹਨਾਂ ਦੇ ਟਾਈਮ ਤੇ ਬਣੀ ਹੈ ਉੱਥੇ, ਔਰ ਉੱਥੇ ਜਿੰਨੇ ਵੀ ਚਬੂਤਰੇ ਔਰ ਜਿੰਨੀਆਂ ਵੱਡੀਆਂ ਇਮਾਰਤਾਂ, ਲਾਲ ਕਿਲ੍ਹਾ ਔਰ ਲਾਲ ਪੱਥਰ ਕਿੱਥੋਂ ਆਇਆ, ਔਰ ਤਾਜ ਮਹਿਲ ਉਸ ਜ਼ਮਾਨੇ ਦੀਆਂ ਚੀਜ਼ਾਂ, ਉਹ ਕਦੀ ਕ੍ਰੀਏਟ ਨਹੀਂ ਹੋ ਸਕਦੀਆਂ, ਅਜੂਬੇ ਦੀ ਤਰ੍ਹਾਂ ਦੇ ਬਣਾਏ ਆ। ਉਹ ਕਹਿੰਦੇ ਇਹਨੂੰ ਕੀ ਹਾਲਤ ਹੋ ਗਈ ਸੀ, ਕੀ ਖਸਤਾ ਹੋ ਗਿਆ ਸੀਗਾ ਪਾਰਲੀਮੈਂਟ ਦੀ ਜਿਹੜੀ ਪਹਿਲੀ ਬਿਲਡਿੰਗ ਬਣੀ ਆ, ਜਿਹਦਾ ਨਿਰਮਾਣ ਉਸ ਵੇਲੇ ਦੀ ਜਿਹੜੀ ਮੁਗਲ ਹਕੂਮਤ ਨੇ ਕੀਤਾ ਸੀ, ਉਹ ਕਿੱਧਰ, ਉਹਨੂੰ ਹੋਇਆ ਕੀ ਸੀਗਾ। ਹੁਣੇ ਤੁਸੀਂ ਕਿੰਨੀ ਕੁ ਸੋਲਿਡ ਬਣਾ ਲਓਗੇ, ਉਹ 'ਚ ਜਿਹੜਾ ਚੂਨਾ ਲੱਗਾ, ਜਿਹਦੇ ਵਿੱਚ ਉਹਦੇ ਪੱਥਰ ਲਾਲ ਲੱਗਾ, ਕਈ ਚੀਜ਼ਾਂ ਲੱਗੀਆਂ, ਔਰ ਉਹਦਾ ਜਿਹੜਾ ਆਰਕੀਟੈਕਟ ਬਣਾਇਆ ਉਹ ਤਾਂ ਬਣ ਹੀ ਨਹੀਂ ਸਕਦਾ। ਉਹ ਕਹਿੰਦੇ ਇਹਦੇ 'ਚ ਇਹੀ ਪੈਸਾ ਜੇ ਹੁੰਦਾ ਤਾਂ ਉਹ ਲੋੜੀਂਦੇ ਲੋਕ ਜਿਹੜੇ ਹੈਗੇ ਆ, ਗਰੀਬ ਬੈਠੇ ਆ, ਜਿਹੜੇ ਦਿੱਲੀ ਦੇ ਇਰਦ ਗਿਰਦ ਵਿਚਾਰੇ ਟੱਪਰੀਆਂ 'ਚ ਬੈਠੇ ਆ, ਉਹਨਾਂ ਦੇ ਕਿਉਂ ਨਹੀਂ ਲਾਇਆ। ਉਹਨਾਂ ਗਰੀਬਾਂ 'ਤੇ ਜਿਹਨਾਂ ਨੂੰ ਛੱਤ ਮੁਹੱਈਆ ਕਰਨੀ ਸੀ। ਇੱਕ ਪਾਰਲੀਮੈਂਟ 'ਚ ਉੱਠ ਕੇ ਦੂਜੀ ਪਾਰਲੀਮੈਂਟ 'ਚ ਚਲੇ ਗਿਆ। ਇਹ ਪਹਿਲੀ ਪਾਰਲੀਮੈਂਟ 'ਤੇ ਹਮਲਾ ਵੀ ਹੋਇਆ ਸੀਗਾ, ਜਿਹਦਾ ਕੇਸ ਚੱਲ ਰਿਹਾ, ਰਾਣਾ ਉਹ ਕੈਪਚਰ ਹੋ ਰਿਹਾ ਜਦੋਂ ਬੰਬਾਰਮੈਂਟ ਹੋਈ ਹੈ ਉਦੋਂ ਤੱਕ, ਔਰ ਉਹਨੂੰ ਕੋਈ ਨੁਕਸਾਨ ਨਹੀਂ ਹੋਇਆ। ਮੇਰਾ ਕਹਿਣ ਦਾ ਮਤਲਬ ਜੇ ਬੰਬਾਰਮੈਂਟ ਹੋਈ ਜਾਂ ਕੁਛ, ਉਹਦਾ ਕੋਈ ਇੱਟ ਹਿੱਲੀ ਨਹੀਂ, ਕਿਉਂਕਿ ਉਹ ਬੜੀ ਸੋਲਿਡ ਤਰੀਕੇ ਨਾਲ ਬਣਾਈ ਸੀ ਔਰ ਉਹਦੇ 'ਤੇ ਬੜਾ ਮਟੀਰੀਅਲ ਬੜਾ ਸੋਲਿਡ ਲੱਗਾ ਸੀ। ਹੁਣ ਜਿਹੜਾ ਇਹਨਾਂ ਨੇ ਬਣਾਤਾ ਹੈ, ਕਿੰਨਾ ਕੁ ਵੱਡਾ ਉਹਨਾਂ ਤੋਂ ਉੱਥੋਂ ਵੱਡਾ ਹੁਨਰ ਦਾ ਇਮਾਰਤ ਬਣਾ ਦਿੱਤੀ ਹੈ। ਔਰ ਦੂਜੀ ਗੱਲ ਰਹੀ ਹੈ ਕਿ ਇਹਦੇ ਵਿੱਚ ਜਿਹੜੀ ਕਾਂਗਰਸ ਆ ਜਾਂ ਬਾਕੀ ਪਾਰਟੀਆਂ ਨੇ, ਉਹਨਾਂ ਨੇ ਕਿਹਾ ਸੀਗਾ ਕਿ ਉਦਘਾਟਨ ਇਹਦਾ ਰਾਸ਼ਟਰਪਤੀ ਸਾਹਿਬ ਕਰਨਗੇ, ਪ੍ਰਧਾਨ ਮੰਤਰੀ ਨਹੀਂ। ਕਿਉਂਕਿ ਜਦੋਂ ਦੇਸ਼ ਦੀ ਵੱਡੀ ਕੋਈ ਗੱਲ ਹੁੰਦੀ ਆ, ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਜਾਂਦਾ, ਤਾਂ ਜਦੋਂ ਕੋਈ ਕੰਮ ਹੁੰਦਾ ਰਾਸ਼ਟਰਪਤੀ ਨੂੰ ਸਾਰਾ ਸਵਾਗਤ ਦਿੱਤਾ ਜਾਂਦਾ, ਉਹ ਹੀ ਝੰਡਾ ਲਹਿਰਾਉਂਦੇ ਆ, ਉਹੀ ਸਾਰਾ ਕੁਝ ਕਰਦੇ ਆ। ਇਹ ਵੀ ਇੱਕ ਦੇਸ਼ ਦੀ ਬਹੁਤ ਵੱਡੀ ਇਮਾਰਤ ਆ ਜਿਹਦੇ ਵਿੱਚ ਸਾਰੀਆਂ ਨੀਤੀਆਂ ਘੜੀਆਂ ਜਾਂਦੀਆਂ। ਉਸ ਇਮਾਰਤ ਨੂੰ ਜੇ ਰੁਤਬਾ ਦੇਣਾ ਸੀਗਾ ਤਾਂ ਉਹ ਰਾਸ਼ਟਰਪਤੀ ਲਈ ਇਹਨਾਂ ਨੇ ਕਿਹਾ ਸੀ ਵੀ ਅਸੀਂ ਕੋਈ ਧਰਨਾ ਨਹੀਂ ਦਿੰਦੇ, ਕੋਈ ਰੌਲਾ ਨਹੀਂ ਪਾਵਾਂਗੇ। ਆਪੋਜੀਸ਼ਨ ਨੇ ਕਿਹਾ ਰਾਸ਼ਟਰਪਤੀ ਸਾਹਿਬ ਆ ਜਾਣ। ਉਹ ਮਾਮਲਾ ਉੱਥੇ ਦਾ ਉੱਥੇ ਰਿਹਾ। ਡਿਫੈਂਸ ਮਿਨਿਸਟਰ ਨੇ ਵੀ ਨਹੀਂ ਗੱਲ ਮੰਨੀ, ਹੋਮ ਮਿਨਿਸਟਰ ਨੇ ਵੀ ਨਹੀਂ ਇਹ ਗੱਲ ਮੰਨੀ, ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਨਾਂ ਨੇ ਇਨਵੀਟੇਸ਼ਨ ਦੇ ਦਿੱਤਾ ਕਿ ਤੁਸੀਂ ਆ ਜਾਓ। ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਜਦੋਂ ਇਨਵੀਟੇਸ਼ਨ ਚਲੇ ਗਿਆ, ਜਦੋਂ ਉਹਨਾਂ ਨੂੰ ਦਾਅਵਾ ਚਲੇ ਗਿਆ, ਉਹ ਤਾਂ ਆਉਣਗੇ, ਉਹਨਾਂ ਨੇ ਤਾਂ ਕਰਨਾ ਹੈਗਾ। ਹੁਣ ਇਹਦਾ ਬਾਈਕਾਟ ਕਿਹਨਾਂ ਕਰ ਦਿੱਤਾ ਵਾ, ਆਪੋਜੀਸ਼ਨ ਨੇ, ਕਾਂਗਰਸ ਨੇ ਤੇ ਬਾਕੀ ਪਾਰਟੀਆਂ ਨੇ। ਹੁਣ ਦੇਖੋ ਜਿਹਦੇ ਵਿੱਚ ਜਮਘਟਾ ਬਣ ਗਿਆ, ਰੌਲਾ ਪਊਗਾ, ਪੁਲਿਸ ਆਊ, ਡੰਡੇ ਮਾਰਨਗੇ, ਸਾਰਾ ਕੁਝ ਹੈ, ਅਤੇ ਫਿਰ ਕੀ ਹੋਊਗਾ, ਸਾਰਾ ਹਾਲਤ ਖਸਤਾ ਆ ਜਾਊਗੀ। ਔਰ ਇਹਦੇ ਵਿੱਚ ਦੂਜੀ ਗੱਲ ਰਹੀ ਜਿਹੜੀ ਇਸ ਵੇਲੇ ਪਹਿਲਵਾਨ ਐਸੋਸੀਏਸ਼ਨ, ਉਹਨਾਂ ਨੇ ਵੀ ਕਹਿਤਾ ਕਿ ਅਸੀਂ ਉੱਥੇ ਦਿਖਾਵਾ ਕਰਾਂਗੇ, ਅਸੀਂ ਜਾਵਾਂਗੇ ਧਰਨੇ ਦੇ ਉੱਤੇ। ਤੀਜੀ ਗੱਲ ਤੁਸੀਂ ਕਹੀ ਹੈ ਕਿ ਇਹਦੇ ਵਿੱਚ ਬਾਕੀ ਪਾਰਟੀਆਂ ਜਿਹੜਾ ਹੈਗੇ ਆ, ਜਿਹਨਾਂ ਨੂੰ ਪੈਨਸ਼ਨਾਂ ਨਹੀਂ ਮਿਲੀਆਂ ਪੁਰਾਣੀਆਂ, ਉਹ ਵੀ ਜਾਣਗੇ। ਇਹਦਾ ਹੁਣ ਉਦਘਾਟਨ ਹੋ ਗਿਆ ਜਾਂ ਇਹਦੇ 'ਚ ਧਰਨਾ ਹੋ ਗਿਆ, ਇਹ ਤਾਂ ਮਿਕਸ ਹੋ ਗਿਆ ਨਾ ਸਾਰਾ ਕੁਝ। ਇਹ ਬਣ ਜਾਣਾ ਸਤਨਾਜਾ।
ਜਿਹਦੇ ਵਿੱਚ ਕਈ ਚੀਜ਼ਾਂ ਰਲ ਜਾਂਦੀਆਂ, ਇਹ ਸਤਨਾਜਾ ਬਣ ਜਾਣਾ। ਤਾਂ ਇਹਨੂੰ ਪੰਜਾਬ 'ਚ ਬੇਰੜਾ ਵੀ ਆਉਂਦੇ ਸੀ। ਬੇਰੜਾ ਮਤਲਬ ਜਿੱਥੇ ਕਣਕ ਵੀ ਹੁੰਦਾ, ਜਿਸ 'ਚ ਛੋਲੇ ਵੀ ਹੁੰਦੇ ਆ, ਜਿਸ 'ਚ ਮਸਰ ਵੀ ਹੁੰਦੇ ਆ, ਉਹ ਬੇਰੜਾ ਬਣ ਜਾਂਦਾ। ਸਾਰੀਆਂ ਚੀਜ਼ਾਂ ਮਿਕਸ ਹੋ ਜਾਂਦੀਆਂ, ਇਹ ਗੱਲਾਂ ਬਣ ਜਾਣੀਆਂ, ਬੇਰੜਾ ਬਣ ਜਾਂਦਾ। ਸੋ ਇਹ ਸਤਨਾਜਾ ਜਿਹੜਾ ਤੁਸੀਂ ਕਹਿ ਰਹੇ ਹੋ, ਇਹ ਬਣ ਗਿਆ ਤੇ ਫਿਰ ਇਹ ਮਸਲੇ ਹੋਰ ਉਲਝਣਗੇ ਜੀ। ਇਹ ਪਤਾ ਨਹੀਂ ਹੁਣੇ ਕਿਹੜੀ ਖਿਚੜੀ ਪਕਣੀ ਹੈ, ਕਿਸੇ ਨੂੰ ਹਜ਼ਮ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਇਹ ਮਾਮਲਾ ਜਿਹੜਾ ਨਾ ਬੜਾ ਭਖਿਆ ਹੋਇਆ ਹੈ। ਭਖਿਆ ਮਾਮਲਾ, ਕਿਉਂਕਿ ਉਧਰ ਜਿਹੜੇ ਬੈਠੇ ਹੋਏ ਨੇ ਸਾਰੇ ਪਹਿਲਵਾਨ, ਆਹ ਉਹ ਵੀ ਬੜੇ ਤਾਕਤਵਰ ਹੋ ਚੁੱਕੇ ਨੇ, ਕਿਉਂਕਿ ਕਿਸਾਨਾਂ ਦੀ ਵੀ ਉਹਨਾਂ ਨੂੰ ਸਪੋਰਟ ਹੋ ਗਈ, ਕਿਸਾਨ ਯੂਨੀਅਨ ਵੀ ਆ ਚੁੱਕੀ ਹੈ ਬਹੁਤ ਔਰ ਇਹ ਜ਼ਬਰਦਸਤ ਇੱਕ ਮੂਵਮੈਂਟ ਬਣਦੀ ਪਈ ਹੈ। ਜੀ ਜੀ। ਸੋ ਇਹ ਧਰਨੇ ਜਿਹੜੇ ਨੇ, ਉਧਰ ਇੱਕ ਨਵਾਂ ਪਾਰਲੀਮੈਂਟ ਹੈ, ਉਹਦੇ ਵਿੱਚ ਕਿੱਦਾਂ ਦੇ ਰਿਚੁਅਲਸ ਹੋਣੇ ਨੇ, ਕਿੱਦਾਂ ਉਹ ਉਦਘਾਟਨ ਹੋਣਾ ਹੈ, ਕਿਹੜੇ ਉੱਥੇ ਪਾਠ ਪੂਜਾ ਹੋਣੀ ਹੈ, ਇਹ ਸਭ ਵੀ ਹੈ ਕਿ ਕਿਹੜੇ ਕਿਹੜੇ ਧਰਮ ਦੇ ਪਾਠ ਪੂਜਾ ਹੁੰਦੀ ਹੈ, ਇਹ ਵੀ ਵਿੱਚੋਂ ਗੱਲ ਉੱਠਦੀ ਪਈ ਹੈ ਕਿ ਉੱਥੇ ਜਿਹੜੀ ਪਾਠ ਪੂਜਾ ਹੋਣੀ ਹੈ ਕਿਸ ਧਰਮ ਦੀ ਹੋਣੀ ਹੈ, ਉਹ ਵੀ। ਔਰ ਵੀਰ ਸਾਵਰਕਰ ਦੀ ਵੀ ਗੱਲ ਉੱਠਦੀ ਪਈ ਹੈ ਕਿ 28 ਮਈ ਹੀ ਕਿਉਂ ਚੁਣਿਆ ਗਿਆ, ਉਹ ਵੀਰ ਸਾਵਰਕਰ ਨਾਲ ਵੀ ਕੋਈ ਉਹਦਾ ਲਿੰਕ ਹੈ, ਇਹ ਵੀ ਗੱਲ ਕਹੀ ਜਾ ਰਹੀ ਹੈ। ਇਸ तमाम ਗੱਲਾਂ ਜਿਹੜੀਆਂ ਨੇ ਨਾ, ਇਹ ਬਹੁਤ ਪੱਖੀਆਂ ਹੋਈਆਂ ਨੇ। ਇਸ ਕਰਕੇ ਕੇਂਦਰ ਸਰਕਾਰ ਨੂੰ ਇਹਦੇ ਉੱਤੇ ਖਾਸ ਕਲੈਰਿਟੀ ਦੇਣੀ ਪੈਣੀ ਹੈ, ਤਾਂ ਕਿ ਸਭ ਦੇ ਮਨ ਦੀਆਂ ਗੱਲਾਂ ਦੇ ਜਵਾਬ ਉਹਨਾਂ ਨੂੰ ਮਿਲ ਸਕਣ, ਜੋ ਚਾਹੁੰਦੇ ਨੇ ਕੇਂਦਰ ਸਰਕਾਰ ਕੋਲੋਂ ਜਵਾਬ ਉਹਨਾਂ ਨੂੰ ਮਿਲ ਸਕਣ। ਤੇ ਧਰਨੇ ਦੀ ਗੱਲ ਆਪਾਂ ਅੱਗੇ ਵਧਾਉਨੇ ਆ। ਇੱਕ ਹੋਰ ਧਰਨੇ ਦੀ ਗੱਲ ਹੋ ਰਹੀ, ਕਿਉਂਕਿ ਮੇਰਾ ਖਿਆਲ ਭਾਰਤ ਦੇ ਵਿੱਚ ਧਰਨੇ ਸ਼ੁਰੂ ਹੋ ਜਾਣੇ ਨੇ। ਧਰਨਾ ਬਸ ਧਰਨਾ ਉਹੀ ਹੈ। ਅਕਾਲੀ ਦਲ ਵੱਲੋਂ ਵੀ ਧਰਨੇ ਦਾ ਐਲਾਨ ਹੋ ਗਿਆ ਕਿ ਜੇ ਰਾਜਸਥਾਨ ਨੂੰ ਪਾਣੀ ਦਿੱਤਾ ਤੇ ਅਸੀਂ ਧਰਨਾ ਦੇਵਾਂਗੇ। ਹੁਣ ਪਾਣੀ ਤੇ ਹੈ ਹੀ ਨਹੀਂ, ਜਿਹੜੀ ਚੀਜ਼ ਹੈ ਨਹੀਂ ਉਹ ਦੇਣੀ ਕਿੱਥੋਂ ਹੈ? ਕਿਉਂਕਿ ਮੋਟਰਾਂ ਦਾ ਹਾਲ ਅਸੀਂ ਦੇਖਦੇ ਪਏ ਹਾਂ। ਦੋਵੇਂ ਗੱਲਾਂ ਆਪਾਂ ਇਕੱਠੀਆਂ ਜੋੜਦੇ ਹਾਂ ਕਿ ਸੁੱਕਦਾ ਪੰਜਾਬ ਹੈ ਤੇ ਖੇਤੀ ਵਾਸਤੇ ਜਿਹੜੀਆਂ ਮੋਟਰਾਂ ਯੂਜ਼ ਹੁੰਦੀਆਂ ਨੇ ਉਹ ਪਾਣੀ ਪੂਰਾ ਖਿੱਚਦੀਆਂ ਨਹੀਂ ਪਈਆਂ, ਕਿਉਂਕਿ ਜ਼ਮੀਨ ਦੇ ਥੱਲੇ ਪਾਣੀ ਨਹੀਂ ਹੈਗਾ। ਬਿਜਲੀ ਸੁੱਖ ਨਾਲ ਫ੍ਰੀ ਹੋ ਗਈ ਹੈ, ਮੋਟਰ ਦੱਬ ਦਿੱਤੀ, ਬਟਨ ਦੱਬ ਦਿੱਤਾ ਤੇ ਮੋਟਰ ਚੱਲ ਗਈ, ਰਿਮੋਟ ਕੰਟਰੋਲ ਨਾਲ ਵੀ ਚੱਲਦੀ, ਤੁਸੀਂ ਆਲਰੇਡੀ ਇਹ ਦੱਸ ਚੁੱਕੇ ਹੋ। ਤੇ ਉਧਰ ਧਰਨਾ ਸ਼ੁਰੂ ਹੋ ਗਿਆ। ਦੋਵੇਂ ਗੱਲਾਂ ਇਕੱਠੀਆਂ ਕਰਦੇ ਹਾਂ ਆਪਾਂ। ਬਲਕਾਰ ਜੀ, ਅਕਾਲੀ ਦਲ ਨੇ ਜਿਹੜੇ ਉੱਦਾਂ ਦੇ ਨੇਤਾ ਨੇ, ਸੁਖਬੀਰ ਬਾਦਲ ਜੀ ਨੇ ਐਲਾਨ ਕਰ ਦਿੱਤਾ ਕਿ ਅੱਜ ਮਤਲਬ ਉੱਥੇ ਅਬੋਹਰ ਦੇ ਏਰੀਏ 'ਚ ਧਰਨਾ ਲੱਗ ਚੁੱਕਿਆ, ਔਰ ਉਹਦੇ ਵਿੱਚ ਇਹ ਹੈਗਾ ਉਹਨਾਂ ਦਾ ਰੋਸ ਕਿ ਜਿਹੜਾ ਰਾਜਸਥਾਨ ਨੂੰ ਪਾਣੀ ਦਿੱਤਾ ਹੈ 700 ਕਿਊਸਿਕ ਦੀ ਜਗ੍ਹਾ 1200 ਕਿਊਸਿਕ ਜਾ ਰਿਹਾ ਪਾਣੀ, ਔਰ ਉਹਦੇ ਵਿੱਚ ਹਰਿਆਣਾ ਨੂੰ ਵੀ ਪਾਣੀ ਦਿੱਤਾ ਜਾ ਰਿਹਾ, ਤੇ ਪਾਣੀ ਤਾਂ ਦੇ ਪਹਿਲੋਂ ਇੱਥੇ ਹੈ ਨਹੀਂ। ਔਰ ਜਦੋਂ ਇਹ ਐਲਾਨ ਉਹਨਾਂ ਦਾ ਸੁਣਿਆ ਮੁੱਖ ਮੰਤਰੀ ਪੰਜਾਬ ਨੇ, ਉਹਨੇ ਕਹਿਤਾ ਕਿ ਦੁੱਕਾ ਤਾਂ ਪਾਣੀ ਸਾਡੇ ਕੋਲ ਹੈ ਨਹੀਂ, ਅਸੀਂ ਕਿੱਧਰ ਪਾਣੀ ਦੇ ਰਹੇ ਹਾਂ, ਪਾਣੀ ਤਾਂ ਅਸੀਂ ਕਿਸੇ ਨੂੰ ਦਿੱਤਾ ਨਹੀਂ। ਅੱਗੇ ਨਹਿਰ ਦਾ SYL ਦਾ ਪੰਗਾ ਪਿਆ ਹੈਗਾ, ਉਹ ਮਸਾਂ ਰੋਕਿਆ। ਹੁਣ ਅਕਾਲੀ ਦਲ ਦੂਜੇ ਪੰਗੇ ਵਾਲੇ ਪਾਸੇ ਜਾ ਕੇ ਰਾਜਸਥਾਨ ਨੂੰ ਛੇੜ ਲਿਆ ਇਹਨਾਂ ਨੇ, ਔਰ ਇਹ ਕਹਿੰਦੇ ਨੇ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਸ਼ਾਂਤੀ ਬਹਾਲ ਨਾ ਹੋਵੇ, ਕਿਉਂਕਿ ਵਿਰੋਧੀ ਪਾਰਟੀਆਂ ਦੋਵੇਂ ਆਪੋ ਵਿੱਚ ਖਹਿਬਾਜ਼ੀ ਚੱਲਦੀ ਹੈ। ਕਾਂਗਰਸ ਵੱਲੋਂ ਕੋਈ ਬਿਆਨ ਨਹੀਂ ਆਇਆ। ਅਕਾਲੀ ਦਲ ਨੇ ਕਹਿ ਕੇ ਧਰਨਾ ਲਾਤਾ ਅਬੋਹਰ ਦੇ ਵਿੱਚ। ਅਬੋਹਰ ਦੇ ਵਿੱਚ ਸਾਰਾ ਕਿੰਨੂ ਦੀ ਖੇਤੀ ਹੁੰਦੀ ਆ, ਬਗੀਚੇ ਬਾਗ ਖਿੜੇ ਰਹਿੰਦੇ ਉੱਥੇ, ਜ਼ਮੀਨ ਬਹੁਤ ਖੁੱਲੀ ਹੈ, ਚੌਧਰੀਆਂ ਦਾ ਏਰੀਆ ਅਬੋਹਰ ਦਾ, ਔਰ ਉਹਦੇ ਨਾਲ ਪਰੇ ਤਾਂ ਲੱਗੇ ਰਾਜਸਥਾਨ ਲੱਗ ਜਾਂਦਾ ਪਟਨਾ। ਉਹਨਾਂ ਤਦੇ ਕਰਕੇ ਅਬੋਹਰ ਦਾ ਜਿਹੜਾ ਏਰੀਆ ਚੁਣਿਆ, ਔਰ ਉਹਦੇ ਵਿੱਚ ਇਹਨਾਂ ਨੇ ਪੂਰੇ ਜਿੰਨੇ ਵੀ ਅਕਾਲੀ ਦਲ ਦੇ ਨੇਤਾ ਨੇ ਪ੍ਰਮੁੱਖ ਉੱਥੇ ਪਹੁੰਚ ਚੁੱਕੇ ਆ, ਯੂਥ ਅਕਾਲੀ ਦਲ ਦੇ ਨੇਤਾ ਵੀ ਉੱਥੇ ਪਹੁੰਚ ਚੁੱਕੇ ਆ। ਇਹ ਮਸਲਾ ਕਾਫੀ ਉਹਨਾਂ ਨੇ ਭਖਾਇਆ, ਇਸ ਕਰਕੇ ਕਿ ਪਾਣੀ ਤੇ ਪੰਜਾਬ ਕੋਲ ਪਹਿਲੋਂ ਹੀ ਹੈ ਨਹੀਂ, ਪਰ ਜਿਹੜੀ ਖੇਤੀ ਹੁਣ ਦੂਜੀ ਝੋਨੇ ਦੀ ਖੇਤੀ ਆ ਰਹੀ ਹੈ, ਜੂਨ ਤੋਂ ਝੋਨਾ ਸ਼ੁਰੂ ਹੋ ਜਾਣਾ, ਜਿੱਥੇ ਸਿੱਧੀ ਬਿਜਾਈ ਜਿਹੜੀ ਸੀ ਉਹਨਾਂ ਨੇ ਕਹਿਤਾ ਕਿ ਉਹ ਲੋਕਾਂ ਨੂੰ 1500 ਰੁਪਈਆ ਦੇਣ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਸਰਕਾਰ ਨੇ, ਪਰ ਕਿਸਾਨ ਦਾ ਇੰਟਰਸਟ ਉੱਧਰ ਨਹੀਂ ਹੈਗਾ। ਉਹ ਜਿਹੜਾ ਟਰਾਂਸਪਲਾਂਟ ਕਰ ਰਹੇ ਆ, ਪਨੀਰੀ ਬੀਜੀ ਪਹਿਲੋਂ, ਪਨੀਰੀ ਨੂੰ ਉਖਾੜ ਕੇ ਫਿਰ ਝੋਨਾ ਲਾ ਰਹੇ ਆ ਕੱਦੂ ਕਰਕੇ, ਜਿਸ 'ਚ ਟਰੈਕਟਰ ਜਾਂ ਹਲਾਂ ਨਾਲ ਪਾਣੀ ਨੂੰ ਕਰਕੇ ਫਿਰ ਸੁਹਾਗਾ ਫੇਰ ਕੇ ਫਿਰ ਉਹਨਾਂ ਕੱਦੂ ਕੀਤਾ ਜਾਂਦਾ ਤਾਂ ਝੋਨਾ ਲੱਗਦਾ। ਇਹ ਪਾਣੀ ਦੀ ਖੇਤੀ ਹੈ। ਝੋਨਾ ਤਾਂ ਸਿਰਫ ਮੱਛੀ ਵਾਂਗੂ ਪਾਲਿਆ ਜਾਂਦਾ, ਜੇ ਪਾਣੀ 'ਚ ਤੇੜਾਂ ਆ ਗਈਆਂ ਸੁੱਕ ਗਈ ਤੇ ਝੋਨਾ ਵੀ ਸੁੱਕ ਗਿਆ। ਔਰ ਇਸੇ ਤਰ੍ਹਾਂ ਦੂਜਾ ਜਿਹੜਾ ਮਸਲਾ ਸੀਗਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਪਾਣੀ ਦੇ ਵਿੱਚ ਮੋਟਰਾਂ ਜਿਹੜੀਆਂ ਮੋਟਰਾਂ ਚੱਲਦੀਆਂ ਕਨੈਕਸ਼ਨ ਬੇਸ਼ੁਮਾਰ ਲੈ ਲਏ ਲੋਕਾਂ ਨੇ, ਮੋਟਰਾਂ ਚੱਲਦੀਆਂ, ਮੋਟਰਾਂ ਸੁੱਕੀਆਂ ਚਲੀ ਜਾਂਦੀਆਂ, ਪਾਣੀ ਆਉਂਦਾ ਹੀ ਨਹੀਂ, ਜ਼ਮੀਨ ਥੱਲੇ ਪਾਣੀ ਵਧੇ ਆ ਜਾਏ ਨਾ, ਤੇ ਨਾ ਪਾਣੀ ਵਿੱਚ ਯੂਰੇਨੀਅਮ ਪੈ ਗਿਆ, ਉਹ ਪੀਣ ਯੋਗ ਵੀ ਹੈ ਨਹੀਂਗਾ। ਔਰ ਜਿੱਥੇ ਜਿੱਥੇ ਖੇਤੀਬਾੜੀ ਹੁੰਦੀ ਸੀ, ਦਾਲਾਂ ਹੁੰਦੀਆਂ ਸੀ, ਝੋਨਾ ਹੁੰਦਾ ਸੀ, ਮੱਕੀ ਹੁੰਦੀ ਸੀ, ਉਹ ਸੁੱਕ ਰਹੇ ਆ। ਇਸ ਕਰਕੇ ਸੁੱਕ ਰਹੇ ਆ ਕਿਉਂਕਿ ਪਾਣੀ ਨਾਲ ਹੀ ਹੁੰਦਾ, ਜਿਹੜਾ ਫੁੱਲ ਬੂਟੇ ਜਾਂ ਬਗੀਚਾ ਖਿੜਨਾ ਉਹ ਪਾਣੀ ਨਾਲ ਹੀ ਹੋਣਾ। ਦੂਜੀ ਗਰਮੀ ਅੰਤਾਂ ਦੀ ਆ ਗਈ ਆ, 46 ਡਿਗਰੀ ਤੋਂ ਉੱਪਰ ਟੈਂਪਰੇਚਰ ਚਲੇ ਗਿਆ, ਇਸ ਕਰਕੇ ਵੀ ਹੈਗਾ। ਔਰ ਤੀਜੇ ਪਾਸੇ ਜਿਹੜਾ ਹੈਗਾ ਬਿਜਲੀ ਫ੍ਰੀ ਕੀਤੀ ਹੈ, ਉਹ ਵੀ ਲੋਕ ਉਹਦਾ ਦੁਰਉਪਯੋਗ ਕਰ ਰਹੇ ਆ, ਬਹੁਤ ਜ਼ਿਆਦਾ ਉੱਚਾ ਹੈ। ਤੀਜਾ ਹੈਗਾ ਜਦੋਂ ਪਾਣੀ ਜਦੋਂ ਚਲਾਉਂਦੇ ਮੋਟਰਾਂ, ਗੱਡੀਆਂ ਧੋ ਦਿਓ ਜੀ, ਹੈ ਨਾ, ਨਹਾ ਲਓ ਜੀ, ਪਾਣੀ ਸੜਕਾਂ ਧੋ ਦਿਓ ਜੀ, ਉਹ ਪਾਣੀ ਉੱਧਰ ਨੂੰ ਜਾਈ ਜਾਂਦਾ, ਸਾਰਾ ਪੰਜਾਬ ਹੀ ਧੋਈ ਜਾਂਦੇ ਬਸ ਪਾਣੀ 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 ਪਾਣੀ। ਕਈ ਵਾਰ ਤੇ ਮੈਂ ਲੰਘਦਾ ਹੋਵਾਂਗਾ ਨਾ ਤੇ ਕੋਈ ਜਾਣਾ ਛਿੜਕਾਅ ਕਰਦਾ ਹੋਏਗਾ, ਲੱਗਾ ਹੋਏਗਾ ਛਿੜਕਾਅ ਕਰਨ, ਮੈਂ ਹੱਥ ਜੋੜ ਦਿੰਦਾ, ਭਾਜੀ ਮੈਂ ਨਹਾ ਕੇ ਆਇਆ, ਮੈਨੂੰ ਨਾ ਨਵਾਓ, ਮੈਨੂੰ ਲੰਘ ਜਾਣ ਦਿਓ, ਫਿਰ ਆਪਣਾ ਨਵਾਈ ਜਾਈਓ ਜਿਹਨੂੰ ਨਵਾਉਣਾ ਹੈ। ਗੱਲ ਇਹ ਹੈ ਜਦੋਂ ਝੋਨਾ ਬੀਜਦੇ ਨੇ ਨਾ ਬਲਕਾਰ ਜੀ, ਹੜ੍ਹ ਲਿਆ ਦਿੰਦੇ ਨੇ ਖੇਤਾਂ ਦੇ ਵਿੱਚ, ਪਾਣੀ ਉਹ ਪਾਣੀ।
ਜਦ ਕਿ ਮਾਹਿਰ ਕਹਿੰਦੇ ਨੇ ਕਿ ਇੰਨੇ ਪਾਣੀ ਦੀ ਲੋੜ ਨਹੀਂ ਹੈਗੀ, ਤੁਬਕਾ ਖੇਤੀ ਹੈਗੀ ਹੈ, ਛਿੜਕਾਓ ਖੇਤੀ ਹੈਗੀ, ਕਈ ਤਰ੍ਹਾਂ ਦੇ ਸਾਧਨ ਨੇ ਸਹੀ ਤਰੀਕੇ ਨਾਲ ਪਾਣੀ ਲਗਾਉਣ ਦੇ। ਇਹ ਨਹੀਂ ਕਿ ਤੁਸੀਂ ਦਰਿਆ ਦੇ ਵਿਕਣ ਹੜ੍ਹ ਹੀ ਲਿਆ ਕੇ ਰੱਖਦੇ ਹੋ, ਇੰਨਾ ਪਾਣੀ ਤੁਸੀਂ ਖੇਤਾਂ 'ਚ ਪਾ ਦਿੰਦੇ ਹੋ, ਉਹ ਵੀ ਨੁਕਸਾਨ ਕਰੂਗਾ। ਸੋ ਇਹ ਵੈਸੇ ਇਹਨਾਂ ਨੂੰ ਝੋਨੇ ਤੋਂ ਨਾ ਜਿਹੜੀ ਬਦਲਣੀ ਖੇਤੀ ਕਰਨੀ ਚਾਹੀਦੀ ਹੈ। ਇਹਨਾਂ ਨੂੰ ਝੋਨੇ ਤੋਂ ਦੂਰ ਹੋ ਜਾਣਾ। ਮੋਟਾ ਅਨਾਜ ਚਾਵਲ ਤਾਂ ਖਾਂਦਾ ਨਹੀਂ ਪੰਜਾਬ ਦਾ ਕੋਈ ਬੰਦਾ, ਚਾਵਲ ਤਾਂ ਬਾਹਰਲੇ ਸੂਬਿਆਂ ਨੂੰ ਚੱਲ ਜਾਂਦੇ। ਜੇ ਤੁਸੀਂ ਖਾਂਦੇ ਨਹੀਂ ਤਾਂ ਤੁਸੀਂ ਮੱਕੀ ਕਿਉਂ ਨਹੀਂ ਬੀਜਦੇ? ਪਹਿਲਾਂ ਮੱਕੀ ਬੀਜਦੇ ਸੀਗੇ, ਬਾਜਰਾ ਬੀਜਦੇ ਕੀ ਸੀਗੇ, ਬਾਜਰਾ, ਦਾਲਾਂ ਬੀਜਦੇ ਕੰਗਣੀ, ਕੋਦਰਾ, ਸਾਡੇ ਮੋਟੇ ਅਨਾਜ। ਔਰ ਅੱਜ ਤੇ ਪੂਰੀ ਦੁਨੀਆ ਦੇ ਵਿੱਚ ਇਹਦਾ ਪ੍ਰਚਾਰ ਕੀਤਾ ਜਾ ਰਿਹਾ। ਔਰ ਭਾਰਤ ਸਰਕਾਰ ਨੂੰ ਖਾਸ ਤੌਰ ਤੇ ਜਿੱਦਾਂ ਪੂਰੀ ਵਰਲਡ ਵਿੱਚੋਂ ਫੰਡਿੰਗ ਵੀ ਹੈਗੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾਵੇ। ਔਰ ਅਸੀਂ ਦੇਖਦੇ ਹਾਂ ਕਿ ਭਾਰਤ ਸਰਕਾਰ ਇਸ ਚੀਜ਼ ਨੂੰ ਅੱਗੇ ਲਿਆ ਰਹੀ ਹੈ ਕਿ ਮੋਟਾ ਅਨਾਜ, ਸਾਡਾ ਜਿਹੜਾ ਰਵਾਇਤੀ ਅਨਾਜ ਹੈ, ਪੁਰਾਤਨ ਅਨਾਜ ਹੈ, ਉਹ ਇਸਤੇਮਾਲ ਕਰੋ ਤਾਂ ਦਵਾਈਆਂ ਤੋਂ ਦੂਰ ਹੋ ਜਾਓਗੇ। ਵੈਸੇ ਇੱਥੇ ਇੱਕ ਗੱਲ ਹੈਗੀ ਹੈ, ਜੇ ਕਿਸਾਨ ਨੂੰ ਜੋ ਕਿਹਾ ਜਾਂਦਾ ਉਹਦੀ MSP ਤੇ ਪਹਿਲਾਂ ਦੇਣ। MSP ਦੇ ਉਹ ਪੈਸਾ ਚਾਹੁੰਦਾ ਕਿ ਦਾਲਾਂ ਬੀਜੀਆਂ ਸੀਗੀਆਂ, ਜਿਹੜੀ ਦਾਲ ਉਹਨਾਂ ਨੇ ਮਾਂਹ ਦੀ ਤੇ ਮੋਠਾਂ ਦੀ ਬੀਜੀ ਦਾਲਾਂ, ਉਹਦਾ ਵਾਜਬ ਭਾਅ ਮਿਲਿਆ ਹੀ ਨਹੀਂਗਾ। ਫਿਰ ਉਹਨਾਂ ਨੇ ਸੂਰਜਮੁਖੀ ਬੀਜਿਆ ਸੀ ਕਿਸਾਨਾਂ ਨੇ ਸਾਰਿਆਂ ਨੇ ਰਲ ਕੇ, ਉਹਦਾ ਬਹੁਤ ਜ਼ਿਆਦਾ ਫਸਲ ਪੈਦਾਵਾਰ ਹੋਈ, ਉਹਦੀ ਕਿਤੇ ਵੀ ਬਹੁਤੀ ਜਿਹੜੀ ਖਰੀਦਦਾਰੀ ਨਹੀਂ ਹੋਈ ਔਰ ਨਾ ਉਹਨਾਂ ਨੂੰ ਵਾਜਬ ਭਾਅ ਮਿਲਿਆ। ਕਿਸਾਨ ਤਾਂ ਕਹਿੰਦਾ ਮੈਂ ਬਦਾਮ ਵੀ ਬੀਜ ਦੂੰ, ਮੈਂ ਇੱਥੇ ਸੇਬ ਵੀ ਪੈਦਾ ਕਰ ਦੂੰਗਾ, ਮੈਂ ਇੱਥੇ ਬਗੀਚੇ ਲਾ ਦੂੰਗਾ, ਸਾਰਾ ਕੁਝ ਹੈਗਾ, ਕਾਲੀਆਂ ਮਿਰਚਾਂ ਤੱਕ ਮੈਂ ਬੀਜ ਸਕਦਾ, ਮੇਰੀ ਬਾਂਹ ਤਾਂ ਮੇਰੀ ਫੜੋ, ਬਾਂਹ ਤਾਂ ਫੜੋ, ਮੈਂ ਸਾਰਾ ਕੁਝ ਕਰ ਸਕਦਾ। ਜ਼ਮੀਨ ਬੜੀ ਉਪਜਾਊ ਆ, ਗੁਰੂਆਂ ਦੀ ਧਰਤੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪ ਹਲ ਵਾਇਆ ਕਰਤਾਰਪੁਰ ਦੇ ਏਰੀਏ 'ਚ, ਆਪ ਬਗੀਚੇ ਲਾਏ ਆ, ਸਾਰਾ ਕੁਝ ਅਜੇ ਸਾਰਾ ਕੁਝ 500 ਕਿੱਲੇ ਉੱਥੇ ਉਸੇ ਤਰ੍ਹਾਂ ਦਾ। ਜਿਹੜੇ ਠੇਕੇ ਤੇ ਜਾਂਦੇ ਪਿੰਡਾਂ ਦੇ ਲੋਕ ਵਾਹੁੰਦੇ ਆ, ਜਿਹੜੇ ਗੁਰੂ ਨਾਨਕ ਦੀ ਧਰਤੀ ਦੇ ਸੀਗੀ, ਉਹੀ ਇੱਥੇ ਪੁੱਟ ਹੈਗੀ ਉਸੇ ਧਰਤੀ। ਇੱਕ ਚੀਜ਼ ਮੇਰੇ ਨੋਟਿਸ 'ਚ ਆਈ ਬੜੀ ਵਧੀਆ ਜੀ, ਆ ਜਿਹੜੇ ਖਾਣ ਪੀਣ ਵਾਲੇ ਫੂਡੀ ਸ਼ੋਅ ਹੁੰਦੇ ਨੇ ਉਹਦੇ 'ਚ ਆਈ ਅੰਮ੍ਰਿਤਸਰ ਤੇ ਲਾਹੌਰ, ਇਹ ਦੋਵਾਂ ਦਾ ਖਾਣਾ ਇੱਕੋ ਜਿਹਾ। ਕਹਿੰਦੇ ਕਿੱਦਾਂ? ਅੰਮ੍ਰਿਤਸਰ ਚਲੇ ਜਾਓ, ਛੋਲੇ ਬਹੁਤ ਮਿਲਣਗੇ ਤੁਹਾਨੂੰ ਖਾਣ ਨੂੰ, ਅੰਮ੍ਰਿਤਸਰ ਕੁਲਚੇ ਛੋਲੇ, ਭਿੱਜਾ ਕੁਲਚਾ ਛੋਲੇ, ਛੋਲੇ 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 ਹੀ ਛੋਲੇ, ਮੱਠੀ ਛੋਲੇ, ਪਤਾ ਨਹੀਂ ਛੋਲੇ ਕਿੰਨੀ ਤਰ੍ਹਾਂ ਦੇ ਮਿਲਦੇ ਨੇ, ਚਿੱਟੇ ਛੋਲੇ। ਤੇ ਉਦਾਂ ਹੀ ਲਾਹੌਰ, ਉਹਨੂੰ ਕਿਹਾ ਜਾਂਦਾ ਇਟ ਇਜ਼ ਅ ਲੈਂਡ ਆਫ ਚਨੇ, ਛੋਲਿਆਂ ਦੀ ਧਰਤੀ ਹੈ, ਉੱਥੇ ਵੀ ਛੋਲੇ 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 ਛੋਲੇ। ਮਤਲਬ ਹਰ ਥਾਂ ਦੇ ਉੱਤੇ ਤੁਸੀਂ ਸਟਰੀਟ ਫੂਡ ਚਲੇ ਜਾਓ, ਹੋਟਲਾਂ ਚਲੇ ਜਾਓ, ਤਰ੍ਹਾਂ ਤਰ੍ਹਾਂ ਦੇ ਪਿੰਡੀ ਛੋਲੇ, ਛੋਟੇ ਛੋਲੇ। ਅਨਡਿਵਾਈਡਡ ਜਦੋਂ ਸੀ ਨਾ ਸਾਰਾ ਹਿੰਦੁਸਤਾਨ ਇਕੱਠਾ ਸੀਗਾ ਤੇ ਕਾਰੀਗਰ ਇੱਕੋ ਜਿਹੇ ਸੀਗੇ, ਔਰ ਖਾਣ ਪੀਣ ਦਾ ਜਿਹੜਾ ਇਹਨਾਂ ਦਾ ਸ਼ੌਕ ਸੀ ਇੱਕੋ ਜਿਹਾ ਸੀ। ਇਹਨਾਂ ਦੀ ਬੋਲੀ ਉੱਦਾਂ ਦੀ ਖੜਕਵੀਂ ਬੋਲੀ, ਉਹੀ ਲਾਹੌਰ 'ਚ ਬੋਲਦੇ ਆ, ਉੱਦਾਂ ਦੇ ਇਹ ਬੋਲਦੇ ਆ, ਉੱਦਾਂ ਦੇ ਰੀਤੀ ਰਿਵਾਜ ਹੈਗੇ ਆ, ਉੱਦਾਂ ਦੇ ਡਾਂਸ ਹੈ, ਉਹੀ ਗਾਣੇ ਆ, ਉਹੀ ਬੋਲੀਆਂ, ਉਹੀ ਟੱਪੇ, ਉਹੀ ਮਾਈ ਆ, ਸਾਰਾ ਕੁਝ ਉਹੀ ਆ। ਕਲਚਰ ਇੱਕ ਹੈ ਤਾਂ ਫਿਰ ਖਾਣੇ ਕਿੱਦਾਂ ਵੰਡੇ ਜਾਣਗੇ? ਬਿਲਕੁਲ ਸਹੀ ਆ। ਤੇ ਵੰਡਿਆ ਇਹਨੂੰ ਕਹਿੰਦਾ ਰਾਜਨੀਤੀ ਨੇ, ਸਰਹੱਦਾਂ ਕਿਹਨੇ ਬਣਾਈਆਂ? ਰਾਜਨੀਤੀ ਨੇ, ਉਹਨਾਂ ਦਾ ਪਿਛੋਕੜ ਨਾਲ ਹੀ ਅੰਗਰੇਜ਼ਾਂ ਨੇ। ਉਹਨਾਂ ਨੂੰ ਬੁਰਾ ਲੱਗਦਾ ਕਿ ਯੂਨਾਈਟ ਆਏ, ਨੱਚਦੇ ਵੀ ਇਕੱਠੇ ਆ, ਗਾਉਂਦੇ ਵੀ ਇਕੱਠੇ ਆ, ਹੱਸਦੇ ਵੀ ਇਕੱਠੇ ਆ, ਇਹਨਾਂ ਨੂੰ ਡਿਵਾਈਡ ਕਰੋ, ਵੰਡ ਦਿਓ ਇਹਨਾਂ ਨੂੰ। ਉਹ ਕਰਕੇ ਹੋਇਆ। ਜਦੋਂ ਕਿ ਪੰਜਾਬ 67-68 ਸਾਲ ਹੀ ਰਿਹਾ ਅੰਗਰੇਜ਼ਾਂ ਦੇ ਥੱਲੇ, ਬਾਕੀ ਤਾਂ 250 ਸਾਲ ਤਾਂ ਬਾਹਰਲੇ ਸੂਬੇ ਰਹੇ ਆ, ਕਰਨਾਟਕ, ਮਦਰਾਸ, ਸਾਰੇ ਤਾਂ ਅੰਗਰੇਜ਼ੀ ਬਹੁਤ ਵਧੀਆ ਬੋਲਦੇ। ਸਾਨੂੰ ਅੰਗਰੇਜ਼ੀ ਇੰਨੀ ਘੱਟ ਆਉਂਦੀ ਹੈ ਕਿ ਅੰਗਰੇਜ਼ਾਂ ਦੇ ਅਧੀਨ ਘੱਟ ਰਹੇ। ਕਹਿੰਦੇ ਸਾਡੇ ਬਜ਼ੁਰਗਾਂ ਨੂੰ ਅੰਗਰੇਜ਼ਾਂ ਨੇ ਤੰਗ ਕੀਤਾ, ਸਾਨੂੰ ਅੰਗਰੇਜ਼ੀ ਤੰਗ ਕਰਦੀ ਹੈ। ਅੰਗਰੇਜ਼ੀ ਤੰਗ ਕਰਦੇ। ਸੋ ਜੇ ਖਾਣ ਪੀਣ ਦੀ ਗੱਲ ਕਰੋ ਤਾਂ ਅੰਮ੍ਰਿਤਸਰ ਤੇ ਲਾਹੌਰ, ਇਟ ਇਜ਼ ਅ ਲੈਂਡ ਆਫ ਛੋਲੇ। ਛੋਲੇ ਖਾਓ, ਹਰ ਚੀਜ਼। ਸੋ ਹਰ ਤਰ੍ਹਾਂ ਦੇ ਛੋਲੇ ਮਿਲਣਗੇ ਤੁਹਾਨੂੰ। ਸੋ ਇਹ ਮੈਨੂੰ ਬੜੀ ਪਸੰਦ ਆਈ ਚੀਜ਼। ਦੇਸੀ ਘਿਓ 'ਚ ਬਣਦੇ, ਦੇਸੀ ਘਿਓ 'ਚ ਜਿਹੜੇ ਬਣਦੇ ਆ ਨਾ, ਅੰਬ ਪਾਪੜ ਉੱਥੇ ਬਣਦੇ ਆ, ਅੰਬ ਪਾਪੜ ਬਹੁਤ ਸਵਾਦ ਆ, ਸਾਰਾ ਕੁਝ ਆ। ਔਰ ਉੱਥੇ ਜਲੇਬੀ ਖਾ ਕੇ, ਕਿ ਤੁਸੀਂ ਜਲੇਬੀ ਖਾਣ ਦੇ ਬਹੁਤ ਸ਼ੌਕ ਜੇ, ਔਰ ਤੁਸੀਂ ਪਕੌੜੇ ਖਾ ਕੇ ਵੇਖੋ ਅੰਮ੍ਰਿਤਸਰ ਦੇ, ਉੱਥੇ ਦਾ ਜੋ ਕੁਛ ਹੈਗਾ, ਤੁਸੀਂ ਜਿਹੜੀ ਫਿਸ਼ ਆ ਉਹ ਬਣੀ ਉਹ ਖਾ ਕੇ ਦੇਖੋ, ਉਹੀ ਲਾਹੌਰ 'ਚ ਉਹੀ ਇੱਥੇ। ਮੈਂ ਇਹ ਸੋਚਦਾ ਇਹ ਪ੍ਰੋਗਰਾਮ ਤੋਂ ਬਾਅਦ ਨਾ ਤੁਸੀਂ ਗੱਡੀ ਕੱਢੋ, ਆਪਾਂ ਚੱਲਦੇ ਅੰਮ੍ਰਿਤਸਰ ਚੱਲੋ ਤੇ ਅੱਜ ਦੀ ਪਾਰਟੀ ਤੁਹਾਡੇ ਵੱਲੋਂ। ਬਿਲਕੁਲ। ਵੈਸੇ ਮੈਂ ਬਹੁਤ ਦੇਖਿਆ ਪਟਿਆਲੇ ਤੋਂ ਵੀ ਲੋਕ ਲੰਚ ਕਰਨ ਅੰਮ੍ਰਿਤਸਰ ਆਉਂਦੇ ਨੇ। ਇੱਥੋਂ ਘੰਟੇ ਦਾ ਰਾਹ ਹੈ ਗੱਡੀ ਤੇ, ਆਪਣੇ ਕੋਲ 90 ਕਿਲੋਮੀਟਰ ਇੱਥੋਂ ਹੈਗਾ। ਨਾਲੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਾਂਗੇ ਤੇ ਫਿਰ ਛੋਲੇ ਖਾ ਕੇ ਆਉਂਦੇ। ਬਿਲਕੁਲ। ਗੁਰੂ ਮਹਾਰਾਜ ਦਾ ਲੰਗਰ ਵੀ ਛਕਾਂਗੇ। ਕਿਉਂ ਨਹੀਂ, ਉਹ ਤੇ ਪਹਿਲਾਂ, ਜ਼ਰੂਰ, ਉਹ ਤਾਂ ਪਹਿਲਾਂ। ਬਹੁਤ ਵੱਡੀ ਗੱਲ। ਸੋ ਹੁਣ ਆਪਾਂ ਅੱਗੇ ਚੱਲੀਏ। ਜੀ ਹਾਂ, ਪਹਿਲਵਾਨਾਂ ਨੇ ਆਪਾਂ ਗੱਲ ਕੀਤੀ ਕਿ ਹੁਣ ਉਹ ਮਾਰਚ ਕਰਨਾ ਹੈ, ਹਾਲਾਂਕਿ ਉਹਨਾਂ ਨੂੰ ਕਿਹਾ ਵੀ ਗਿਆ ਹੈ ਕਿ ਨਾ ਕਰੋ, ਪਰ ਫਿਰ ਵੀ ਮੋਮਬੱਤੀ ਮਾਰਚ ਔਰ ਧਰਨਾ ਦੇਣਾ ਹੈ ਤਾਂ ਇਹ ਇੰਡੀਆ ਗੇਟ ਤੱਕ ਜਾਣਗੇ। 23 ਮਈ ਚੁਣਿਆ ਗਿਆ। ਇਹ ਹੁਣ ਜੰਤਰ ਮੰਤਰ ਤੋਂ ਜਿਹੜਾ ਇਹਨਾਂ ਦੇ ਇੱਕ ਮਾਰਚ ਗਈ ਆ, ਮੋਮਬੱਤੀ ਮਾਰਚ, ਉਹਨਾਂ ਨੇ ਕਿਹਾ ਇਹਦੇ ਵਿੱਚ ਜਿੰਨੇ ਵੀ ਇਹਨਾਂ ਦੇ ਪਲੇਅਰ ਨੇ, ਜਿੰਨੇ ਵੀ ਪਹਿਲਵਾਨ ਨੇ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਹਿੰਦੁਸਤਾਨ ਨੂੰ ਚਾਨਣ ਵੱਲ ਹਨੇਰੇ ਤੋਂ ਲੈ ਕੇ ਆ ਰਹੇ ਹਾਂ। ਕਿ ਦੇਖੋ ਅਸੀਂ ਕਦੋਂ ਦੇ ਮਹੀਨੇ ਤੋਂ ਉੱਪਰ ਹੋ ਗਿਆ ਇਹਨਾਂ ਨੂੰ ਉੱਥੇ ਬੈਠਿਆਂ ਨੂੰ, ਜਦੋਂ ਤੱਕ ਕਿਸੇ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਅਸੀਂ ਸੋਚ ਰਹੇ ਹਾਂ ਕਿ ਸਰਕਾਰ ਕੁਛ ਨਾ ਕੁਛ ਐਲਾਨ ਕਰੂਗੀ। ਔਰ ਬ੍ਰਿਜ ਭੂਸ਼ਣ ਤੇ ਜਿਹੜੀ FIR ਲੌਜ ਹੋਈ ਸੀ, ਉਹਨਾਂ ਨੇ ਕਿਹਾ ਸੀ ਜਾਂ ਤਾਂ ਅਸਤੀਫਾ ਦੇ ਦੇਣ ਜਾਂ ਇਹਨਾਂ ਦੇ ਕੇਸ ਚੱਲ ਕੇ ਇਹਨਾਂ ਦੀ ਚਾਰਜ ਸ਼ੀਟ ਜਿਹੜੀ ਆ ਸਬਮਿਟ ਹੋਵੇ ਔਰ ਇਹਨਾਂ ਨੂੰ ਦੱਸਿਆ ਜਾਵੇ ਵੀ ਆਹ ਤੇਰੇ ਤੇ ਧਾਰਾ ਲੱਗ ਗਈ ਆ ਔਰ ਇੰਨੀ ਸਜ਼ਾ ਹੋ ਗਈ ਆ। ਕਹਿੰਦੇ ਉਹਦਾ ਵੀ ਕੁਝ ਨਹੀਂ ਪਤਾ ਲੱਗਾ।
ਜਦੋਂ ਕਿ ਉਹਨੇ ਕਹਿਤਾ ਕਿ ਜਿਹੜਾ ਬ੍ਰਿਜ ਭੂਸ਼ਣ ਨੇ ਕਹਿਤਾ ਕਿ ਮੈਨੂੰ ਜੋ ਇੱਥੇ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਮੈਂ ਕਰੂੰਗਾ, ਮੈਂ ਇਹਦੇ 'ਤੇ ਜਿਹੜੇ ਨਾਰਕੋ ਟੈਸਟ ਆ ਉਹ ਵੀ ਐਕਸੈਪਟ ਕਰਦਾ, ਪਰ ਇਹਨਾਂ ਦੇ ਵੀ ਨਾਲ ਹੋਣੇ ਚਾਹੀਦੇ ਆ। ਇਹ ਮਸਲਾ ਨਾ ਤਾਂ ਸਰਕਾਰ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਨਾ ਕੋਈ ਐਸੋਸੀਏਸ਼ਨ ਇਹਦੇ ਵਿੱਚ ਆਈ ਆ, ਪਰ ਇਸ ਵੇਲੇ ਹਿੰਦੁਸਤਾਨ ਦਾ ਬੱਚਾ ਬੁੜਾ ਇਕੱਠਾ ਹੋ ਗਿਆ ਇਹਨਾਂ ਦੇ ਪਿੱਛੇ, ਜਿਹਦੇ ਪਿੱਛੇ ਆਪਾਂ ਇੱਕ ਵਾਰੀ ਜ਼ਿਕਰ ਕੀਤਾ ਸੀਗਾ। ਇਹਦੇ ਵਿੱਚ ਫਿਲਮੀ ਹਸਤੀਆਂ ਵੀ ਆ ਗਈਆਂ, ਇਹਦੇ ਵਿੱਚ ਸਾਡੇ ਸਾਰੇ ਪਲੇਅਰ ਆ ਗਏ ਆ, ਜਿਹਦੇ 'ਚ ਜਿਹੜੇ ਐਥਲੀਟ ਨੇ ਸਾਰੇ ਹਿੰਦੁਸਤਾਨ ਦੇ, ਉਹ ਇਹਦੇ ਵਿੱਚ ਇਕੱਠੇ ਹੋ ਗਏ ਆ। ਉਹਦੇ ਵਿੱਚ ਵਕੀਲ ਆ ਗਏ ਆ, ਨੌਜਵਾਨ ਆ ਗਏ ਆ, ਸਾਰੇ ਇਕੱਠੇ ਹੋ ਕੇ ਇਹਨਾਂ ਦੀ ਹਮਾਇਤ ਕਰ ਰਹੇ ਆ। ਔਰ ਜਦੋਂ ਇਹ ਮਸਲਾ ਕਰਵਟ ਲੈ ਗਿਆ, ਕਿਸਾਨਾਂ ਦੇ ਮਸਲੇ ਵਰਗਾ ਜਿਹੜਾ ਅੰਦੋਲਨ ਆ ਗਿਆ, ਫਿਰ ਇਹਨਾਂ ਨੇ ਕਰਨਾ ਵੀ ਐਲਾਨ ਤਾਂ ਹੋਣਾ ਜਿੱਦਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਮੋਦੀ ਸਾਹਿਬ ਨੇ ਕਹਿਤਾ ਸੀਗਾ ਕਿ ਇਹਨਾਂ ਦੇ ਤਿੰਨੇ ਕਾਲੇ ਕਾਨੂੰਨ ਬਿਲਕੁਲ ਮਾਫ ਹੋ ਗਏ ਆ, ਰੱਦ ਕਰ ਦਿੱਤੇ ਗਏ ਆ। ਇਸੇ ਤਰ੍ਹਾਂ ਦਾ ਹੋਊਗਾ, ਪਰ ਇਹਨੂੰ ਪ੍ਰਲੌਂਗ, ਇਹਨੂੰ ਲੰਬਾ, ਇਹਨੂੰ ਠੰਡਾ ਬਸਤੇ 'ਚ ਪਾ ਕੇ ਕਰਨ ਦਾ ਕੋਈ ਮਨਸ਼ਾ ਨਹੀਂ ਹੋਣਾ ਚਾਹੀਦਾ। ਇਹ ਓਲੰਪਿਕ ਜੇਤੂ ਮੁੰਡੇ ਨੇ, ਤਮਗੇ ਜੇਤੂ ਮੁੰਡੇ ਨੇ, ਜਿਨ੍ਹਾਂ ਨੇ ਹਿੰਦੁਸਤਾਨ ਦਾ ਨਾਂ ਰੌਸ਼ਨ ਕੀਤਾ ਪੂਰੇ ਵਿਸ਼ਵ ਵਿੱਚ। ਉਹ ਚਰਚਾ ਰਹੀ ਉਹਨਾਂ ਦੀ, ਔਰ ਉਹਨਾਂ ਨੂੰ ਪਾਲਣ ਲਈ, ਉਹਨਾਂ ਨੂੰ ਟ੍ਰੇਨਿੰਗ ਲਈ ਹਿੰਦੁਸਤਾਨ ਦਾ ਫਰਜ਼ ਬਣਦਾ। ਔਰ ਉਹਨਾਂ 'ਤੇ ਜਿਹੜੀ ਦੁੱਖ ਦੀ, ਤਕਲੀਫ ਦੀ ਘੜੀ ਆਉਂਦੀ ਆ, ਉਹ ਵੀ ਸਾਨੂੰ ਸਾਰਿਆਂ ਨੂੰ ਸਾਂਝੀ ਕਰਨੀ ਚਾਹੀਦੀ ਆ। ਜੋ ਵੀ ਹੈਗਾ, ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਕਰਕੇ ਪਾਸੇ ਕਰ ਦੇਣ। ਉਹਨਾਂ ਨੇ ਕੀ ਲੈਣਾ ਬ੍ਰਿਜ ਭੂਸ਼ਣ ਤੋਂ ਜਾਂ ਇਹਨਾਂ ਤੋਂ? ਜੋ ਨਰੋਲ ਗੱਲ ਹੈਗੀ ਉਹਨੂੰ ਸਾਹਮਣੇ ਲਿਆਉਣ। ਜੁਡੀਸ਼ਰੀ ਕਾਦਰੀ ਬੈਠੀ ਆ, ਪੁਲਿਸ ਕਾਦਰੀ ਬੈਠੀ ਆ। ਜੇ ਇਸ ਨੂੰ ਲੰਬਾ ਕਰੀ ਜਾਓਗੇ, ਲੰਬਾ ਕਰੇਗਾ, ਤੇ ਫਿਰ ਸਾਡੀਆਂ ਗੇਮਾਂ, ਐਥਲੈਟਿਕਸ, ਸਾਡਾ ਸਾਰਾ ਕੁਝ ਵੀ ਖਤਮ ਹੋ ਜਾਊਗਾ। ਸਪੋਰਟਸ ਕਲਚਰ ਮਤਲਬ ਇਹ ਕਿੱਥੇ ਚਲਾ ਗਿਆ? ਅਸੀਂ ਕਹਿੰਦੇ ਹਾਂ ਕਿ ਜੇ ਕਿਸੇ ਵੀ ਖੇਤਰ 'ਚ ਤੁਸੀਂ ਕੰਮ ਕਰਨਾ ਤਾਂ ਤੁਹਾਡੇ ਜੀਵਨ ਦੇ ਵਿੱਚ ਸਪੋਰਟਸ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਸਪੋਰਟਸ ਦੇ ਵਿੱਚ ਤੁਸੀਂ ਅਨੁਸ਼ਾਸਨ ਸਿੱਖਦੇ ਹੋ, ਟੀਮ ਵਰਕ ਸਿੱਖਦੇ ਹੋ, ਉਹ ਹਰ ਥਾਂ ਦੇ ਉੱਤੇ ਕੰਮ ਆਉਂਦਾ, ਹਰ ਪ੍ਰੋਫੈਸ਼ਨ ਦੇ ਵਿੱਚ ਕੰਮ ਆਉਂਦਾ ਹੈ। ਸੋ ਸਪੋਰਟਸ ਦਾ ਇਹ ਹਾਲ ਹੋਇਆ ਹੈ। ਸਪੋਰਟਸ ਦੇ ਵਿੱਚ ਰਾਜਨੀਤੀ, ਉਹ ਵੀ ਗੰਦਲੀ ਰਾਜਨੀਤੀ, ਉਹ ਵੀ ਲੜਕੀਆਂ ਦੇ ਉੱਤੇ, ਉਹਨਾਂ ਦੀ ਇੱਜ਼ਤ ਦੇ ਉੱਤੇ ਗੱਲ ਆਉਂਦੀ ਪਈ ਹੈ। ਸ਼ੋਸ਼ਣ ਜਿਹੜਾ ਹੋਇਆ ਉਹਦੇ ਤੇ ਹੁਣ ਕੁੜੀਆਂ ਨੇ ਬੋਲਿਆ, ਕੁੜੀਆਂ ਨੇ ਬਿਆਨ ਦਿੱਤੇ, 7 ਕੁੜੀਆਂ ਨੇ ਜਿਹੜੀਆਂ ਓਲੰਪੀਅਨ ਕੁੜੀਆਂ ਹੈਗੀਆਂ, ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਆਹ ਕੁਝ ਹੋਇਆ। ਔਰ ਉਹਨੂੰ ਪਤਾ ਨਹੀਂ, ਜਾਂ ਤਾਂ ਝੂਠਾ ਮੰਨ ਰਿਹਾ, ਜਾਂ ਉਹਨੂੰ ਸੱਚ ਤੋਂ ਦੂਰ ਮੰਨ ਰਿਹਾ, ਜਾਂ ਉਹਨਾਂ ਦੀ ਗੱਲ ਨੂੰ ਸ਼ਾਇਦ ਟਰਕਾ ਰਿਹਾ। ਇਹ ਤਿੰਨੇ ਚੀਜ਼ਾਂ ਦਾ ਵਿੱਚ ਗੱਲ ਹੋਊਗੀ, ਔਰ ਇਸ ਗੱਲ ਦਾ ਨਿਖੇੜਾ ਹੋਣਾ ਚਾਹੀਦਾ, ਕਿਉਂਕਿ ਉਹ ਪੜ੍ਹੇ ਲਿਖੇ ਬੱਚੇ ਨੇ ਔਰ ਉਹਨਾਂ ਨੇ ਹਿੰਮਤ ਕੀਤੀ ਹੈ। ਜਿੱਥੇ ਇੰਡੀਆ ਹੋਈ ਹੈ, ਜਿੱਥੇ ਉਹਨਾਂ ਨੇ ਜਾ ਕੇ ਤਮਗੇ ਲਏ, ਉਹਨਾਂ ਦੇ ਮੋਢਿਆਂ 'ਤੇ ਤਮਗੇ ਜਿੱਥੇ ਲਾਏ ਆ, ਉਹਨਾਂ ਦੀ ਜੇਬਾਂ ਨਾਲ ਲਾਏ ਆ, ਔਰ ਬੜੀ ਵੱਡੀ ਗੱਲ ਹੈ। ਬਿਲਕੁਲ। ਹੁਣ ਤੇ ਇਹ ਵੀ ਕਹਿ ਰਹੇ ਨੇ ਕਿ ਨਾਰਕੋ ਟੈਸਟ ਵਾਸਤੇ ਵੀ ਤਿਆਰ ਨੇ ਬ੍ਰਿਜ ਭੂਸ਼ਣ ਜੀ ਵੀ, ਤੇ ਨਾਲ ਜਿਹੜੇ ਖਿਡਾਰੀ ਨੇ ਉਹ ਵੀ ਤਿਆਰ ਨੇ, ਵੀ ਤਿਆਰ, ਤੇ ਜਿਹੜਾ ਲਾਈ ਡਿਟੈਕਟਰ ਵਾਸਤੇ ਵੀ ਤਿਆਰ ਨੇ। ਹੁਣ ਦੇਖੋ ਕਿੱਦਾਂ ਬਣਦਾ। ਉਹ ਨਾਲੇ ਵੀ ਸ਼ਰਤ ਰੱਖੀ ਹੈ ਉਹਨਾਂ ਨੇ ਕਿ ਇਹ ਜਿਹੜਾ ਟੈਸਟ ਹੋਏਗਾ, ਇਹਦਾ ਲਾਈਵ ਪ੍ਰਸਾਰਣ ਹੋਏਗਾ ਔਰ ਟੀਵੀ ਦੇ ਉੱਤੇ ਹੋਏਗਾ, ਔਰ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਹੋਏਗਾ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਧਾਂਦਲੀ ਨਾ ਹੋਵੇ। ਸਾਨੂੰ ਪਤਾ ਲੱਗਣਾ ਚਾਹੀਦਾ ਕਿ ਕਿਹਨੂੰ ਕਿਹੜੇ ਸਵਾਲ ਪੁੱਛੇ ਗਏ ਨੇ ਇਹਨਾਂ ਟੈਸਟਾਂ ਦੇ ਦੌਰਾਨ। ਇਹ ਵੀ ਸਾਰੀਆਂ ਗੱਲਾਂ ਹੁੰਦੀਆਂ ਪਈਆਂ ਜੀ। ਸੋ ਆਪਾਂ ਅੱਗੇ ਵਧੀਏ। ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੋ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ, ਪਿੱਛੇ ਦੀ ਗੱਲ ਚੱਲੀ ਸੀ ਕਿ ਸਾਰੇ ਚੈਨਲਸ ਕੋਲ ਇਹਦੇ ਰਾਈਟਸ ਹੋਣੇ ਚਾਹੀਦੇ ਨੇ। ਸੀਐਮ ਮਾਨ ਨੇ ਗੱਲ ਕੀਤੀ ਸੀ, ਤੇ ਹੁਣ ਇਹ ਟੈਂਡਰ ਖੁੱਲ੍ਹੇਗਾ, ਤੇ ਖੁੱਲ੍ਹਾ ਟੈਂਡਰ ਹੋਏਗਾ, ਜਿਹਦੇ ਵਿੱਚ ਜਿਹੜਾ ਚੈਨਲ ਗੇਮ ਲੈ ਗਿਆ ਉਹਦੇ ਹੱਕ ਦੇ ਵਿੱਚ ਇਹ ਗੇਮ ਜਾਏਗੀ ਕਿ ਕੌਣ ਪ੍ਰਸਾਰਣ ਕਰੇਗਾ। ਇਹ ਖੁੱਲ੍ਹੇ ਟੈਂਡਰ ਨੂੰ, ਇਹ ਇੱਕ ਨਵੀਂ ਡਿਵੈਲਪਮੈਂਟ ਹੈ, ਪਹਿਲੀ ਵਾਰ ਹੋਣ ਜਾ ਰਹੀ ਹੈ ਇਸ ਖੇਤਰ ਦੇ ਵਿੱਚ। ਜਿਹੜਾ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦਾ ਟੈਲੀਕਾਸਟ ਪ੍ਰਸਾਰਣ ਦੀ ਇੱਕ ਵੱਡਾ ਇਸ਼ੂ ਚੱਲਿਆ ਸੀਗਾ ਪੰਜਾਬ ਵਿੱਚ, ਇਹ ਸਾਰਾ ਕੁਝ ਇਹਨਾਂ ਨੇ ਰਾਜ ਕੀਤਾ ਸੀਗਾ। ਭਗਵੰਤ ਮਾਨ ਜੀ ਨੇ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਇਹ ਸਾਰੇ ਚੈਨਲਾਂ ਨੂੰ ਦਿੱਤਾ ਜਾਵੇ, ਇੱਕ ਚੈਨਲ ਦੀ ਜਿਹੜੀ ਉਹਦੇ 'ਤੇ ਸਰਦਾਰੀ ਨਾ ਰਵੇ, ਇੱਕੋ ਚੈਨਲ ਨਾ ਚਲਾਵੇ ਇਹਨੂੰ। ਜਦੋਂ ਕਿ PTC ਚੈਨਲ ਚਲਾ ਰਿਹਾ ਸੀ, ਉਹ ਬਾਦਲ ਸਾਹਿਬ ਦਾ ਚੈਨਲ ਆ, ਔਰ ਇਹਦੇ ਤੋਂ ਪਹਿਲਾਂ ਇਹਦੇ CEO ਜਿਹੜੇ ਸੀ ਰਹੇ PTC ਚੈਨਲ ਦੇ, ਉਹਨਾਂ 'ਤੇ ਕੋਈ ਇਸ ਤਰ੍ਹਾਂ ਦਾ ਮਸਲਾ ਹੋ ਗਿਆ ਸੀਗਾ। ਉਹ ਮਸਲੇ ਨੂੰ ਜਿਹੜਾ ਹੈਗਾ ਜੁਡੀਸ਼ਰੀ 'ਚ ਵੀ ਆ ਚੁੱਕਿਆ ਸੀਗਾ, ਔਰ ਉਹਨਾਂ ਦੀ ਜ਼ਮਾਨਤ ਵੀ ਹੋਈ ਸੀਗਾ। ਔਰ ਉਦੋਂ ਪਹਿਲਾਂ ਇਹ ਕਹਿੰਦੇ ਸੀ ਇਹਨੂੰ ਬੰਦ ਕਰ ਦੇਣਾ, ਔਰ ਇਹਦੇ 'ਤੇ YouTube 'ਤੇ ਸ਼ੁਰੂ ਕਰਾਂਗੇ। ਸ਼੍ਰੋਮਣੀ ਕਮੇਟੀ ਨੇ ਇਹ ਡਿਸੀਜਨ ਲਿਆ ਸੀਗਾ। ਹੁਣ ਇਹਨਾਂ ਨੇ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਉਹ ਕਮੇਟੀ ਨੇ ਡਿਸਕਸ ਕੀਤਾ ਕਿ ਕਿਸ ਤਰ੍ਹਾਂ ਦਾ ਕਿਸ ਚੈਨਲ ਕੋ ਜਾਣਾ ਚਾਹੀਦਾ ਹੈਗਾ। ਹੁਣ ਕਮੇਟੀ ਵੀ ਤਾਂ ਇਹਨਾਂ ਦੀ ਆਪਣੀ ਹੋਊਗੀ, ਚੈਨਲ ਤਾਂ ਜਿਹੜੇ ਹੈਗੇ ਡਿਫਰੈਂਟ ਹੈਗੇ ਸਾਰੇ ਚੈਨਲਾਂ ਤੋਂ, ਤਾਂ ਕੋਈ ਬੰਦਾ ਜਾਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਨਹੀਂ ਲਿਆ। ਇਹਦੇ ਕਰਤਾ ਧਰਤਾ ਹਰਜਿੰਦਰ ਸਿੰਘ ਧਾਮੀ ਨੇ, ਜਿਹੜੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ, ਔਰ ਇਹਦੇ ਵਿੱਚ ਇਹਨਾਂ ਨੇ ਇਸ ਵੇਲੇ ਫੈਸਲਾ ਲਿਆ ਕਿ ਜਿਹੜਾ ਇਹਦਾ ਖੁੱਲ੍ਹਾ ਟੈਂਡਰ ਹੋਊਗਾ, ਟੈਂਡਰ ਦਿੱਤਾ ਜਾਊਗਾ। ਜਿਹੜਾ ਉਹਨੂੰ ਵੱਧ ਤੋਂ ਵੱਧ ਲੈ ਕੇ ਦੇ ਕੇ ਖਰੀਦ ਲਊਗਾ, ਉਹ ਉਸ ਸਮੇਂ ਤੱਕ, ਟੈਂਡਰ ਦੀ ਡੇਟ ਤੱਕ ਇਹ ਪ੍ਰਸਾਰਣ ਕਰੂਗਾ। ਜਦੋਂ ਕਿ ਕੁਝ ਵੀ ਬਾਕੀ ਚੈਨਲਾਂ ਨੂੰ ਇਹ ਮੌਕਾ ਨਹੀਂ ਸੀ ਮਿਲਿਆ। ਹੁਣ ਇਹਨਾਂ ਨੇ ਇਹ ਗੱਲ ਕਹਿਤੀ ਟੈਂਡਰ ਦੀ। ਹੁਣ ਇਹਦਾ ਪਤਾ ਨਹੀਂ ਕਿ ਦੁਬਾਰਾ ਟੈਂਡਰ ਫਿਰ PTC ਚੈਨਲ ਲੈ ਜੀ, ਇਹਦਾ ਕੋਈ ਪਤਾ ਨਹੀਂ ਹੈਗਾ ਕਿ ਵੱਧ ਤੋਂ ਵੱਧ ਪੈਸਾ ਇਹਨਾਂ ਕੋਲ ਬਹੁਤ ਹੈਗਾ, ਬਜਟ ਇਹਨਾਂ ਕੋਲ ਜ਼ਿਆਦਾ ਹੈਗਾ। ਉਸ ਬਜਟ ਦੇ ਬਲਬੂਤੇ ਵੀ ਇਹ ਹੋ ਸਕਦਾ ਕਿ ਦੁਬਾਰਾ ਲੈ ਸਕਦੇ ਹੋ। ਇਹ ਅਸਲ ਵਿੱਚ ਜਿਹੜੀ ਗੱਲ ਹੈਗੀ ਹੈ, ਇਹ ਨਹੀਂ ਛੱਡਣਾ ਚਾਹ ਰਹੇ ਇਸ ਚੈਨਲ ਦਾ ਰਾਹੀਂ ਪ੍ਰਸਾਰਣ
ਗੁਰਬਾਣੀ ਪ੍ਰਸਾਰਣ ਲੋਕਾਂ ਤੱਕ ਪਹੁੰਚਾਉਣ ਲਈ। ਔਰ ਦੂਜਾ ਇਹਨਾਂ ਨੇ ਕਿਹਾ ਹੈਗਾ ਕਿ ਇਹਦੇ ਵਿੱਚ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ, ਜਿਸ 'ਚ ਸਾਰੇ ਅੰਦਰ ਆਉਂਦੇ ਨੇ ਲੋਕ ਜਾਂ ਜਿਹੜੇ ਉਹਦੇ ਚੈਨਲ ਦੀ ਟੀਮ ਆਊਗੀ ਉਹ ਜਿੱਥੇ ਕੰਮ ਕਰ ਰਹੀ ਹੈ, ਉਹ ਪਰੰਪਰਾ ਨੂੰ ਜੇ ਤੋੜਿਆ ਤਾਂ ਅਸੀਂ ਉਹਦੇ 'ਤੇ ਉਸ ਤਰ੍ਹਾਂ ਦਾ ਹੁਕਮ ਦਾ ਕਰਾਂਗੇ ਜਿਹੜਾ ਸਤਿਕਾਰਤ ਹੁਕਮ ਹੋਏਗਾ, ਜਿਹਦੇ ਵਿੱਚ ਜਿਹੜਾ ਵੀ ਪਰੰਪਰਾ ਨੂੰ ਤੋੜੇਗਾ ਅਸੀਂ ਉਹਦੇ 'ਤੇ ਐਕਸ਼ਨ ਲਵਾਂਗੇ। ਔਰ ਇਸ ਤਰ੍ਹਾਂ ਦੀਆਂ ਉਲਝਣਾਂ 'ਚ ਪੈ ਕੇ ਵੀ ਮੈਨੂੰ ਲੱਗਦਾ ਕੋਈ ਚੈਨਲ ਅੱਗੇ ਆਉਂਦਾ ਹੀ ਨਹੀਂਗਾ, ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਜਾਣਾ ਜਾਂ ਟੈਕਨੀਕਲ ਟੀਮ ਨੇ ਅੰਦਰ ਜਾ ਕੇ ਕੰਮ ਕਰਨਾ, ਕੈਮਰੇ ਮਾਊਂਟ ਕਰਨੇ ਆ, ਕੈਮਰੇ ਰਾਹੀਂ ਸਾਰੇ ਸ਼ਾਟ ਕਲੈਕਟ ਕਰਨੇ ਆ ਔਰ ਦਿਨ ਰਾਤ ਚੱਲਣਾ ਹੈਗਾ। ਔਰ ਇਹ ਬਾਕੀ ਸਾਰੇ ਵਿਸ਼ਵ ਵਿੱਚ ਜਾਊਗਾ, 195 ਦੇਸ਼ਾਂ ਵਿੱਚ ਜਾਊਗਾ। 195 ਮਤਲਬ ਹੈਗਾ ਵਰਲਡ ਦੇ ਸਾਰੇ ਪੂਰੇ ਵਰਲਡ ਦੇ ਵਿੱਚ, ਪੂਰੇ ਵਰਲਡ ਵਿੱਚ ਹੀ। ਔਰ ਡਿਜੀਟਲ ਇਹਦਾ ਹੁੰਦਾ ਹੈ, ਇਹਦੀ ਜਿਹੜੀ ਟੈਕਨੀਕ ਹੈ ਡਿਜੀਟਲ ਟੈਕਨੀਕ ਹੈ, ਔਰ ਵਾਇਆ ਸੈਟੇਲਾਈਟ ਜਾਂਦਾ। ਔਰ ਪਿੱਛੇ ਜੇ ਵੀ ਗੱਲ ਹੋਈ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ YouTube ਦੇ ਰਾਹੀਂ ਵੀ ਇਹਨਾਂ ਕਿਹਾ ਸੀਗਾ ਉੱਤੇ ਪ੍ਰਸਾਰਣ ਹੋਏਗਾ ਔਰ SGPC ਇਹਦਾ ਖਾਸ ਖਿਆਲ ਰੱਖੇਗੀ। ਪਰ ਜਿਹੜਾ SGPC ਜਿਹੜਾ YouTube ਤੇ ਜਾਊਗਾ ਉਹਦੀ ਕੁਆਲਿਟੀ ਦੇ ਵਿੱਚ ਉਹ ਕੁਆਲਿਟੀ ਨਹੀਂ ਸੀ ਮਿਲਣੀ। YouTube ਤੇ ਜਿਹੜਾ ਜਾਣਾ ਸੀਗਾ ਕਿਉਂਕਿ ਦਰਬਾਰ ਸਾਹਿਬ ਦੇ ਵਿੱਚੋਂ ਸਾਰਾ ਕੁਝ ਜੋ ਕੀਰਤਨ ਦਾ ਪ੍ਰਸਾਰਣ ਹੋਣਾ ਔਰ ਜਿਹੜੇ ਸ਼ਰਧਾਲੂ ਆ ਰਹੇ ਆ ਉਹਨਾਂ ਦਾ ਔਰ ਬਾਕੀ ਲੋਕ ਜਿਹੜੇ ਇੱਥੇ ਆ ਰਹੇ ਆ ਸ਼ਰਧਾਲੂ ਪਰਿਕਰਮਾ ਲੈ ਰਹੇ ਆ ਔਰ ਗੁਰੂ ਸਾਹਿਬ ਦਾ ਲੰਗਰ ਉੱਥੇ ਅਟੁੱਟ ਵਰਦਾ ਉਹ ਸਾਰਾ ਏਰੀਆ 'ਚ ਉਹਨਾਂ ਲੋਕੇਸ਼ਨਾਂ 'ਤੇ ਕੈਮਰੇ ਮਾਊਂਟ ਹੋਣੇ ਆ ਔਰ ਉਹਦੇ ਨਾਲ ਹੀ ਸਾਰਾ ਕੁਝ ਚੱਲਣਾ ਔਰ ਉਹਦਾ ਵਾਇਆ ਸੈਟੇਲਾਈਟ ਜਾਣਾ। ਖਰਚਾ ਤਾਂ ਸੈਟੇਲਾਈਟ ਦਾ ਵੀ ਚੈਨਲ ਨੂੰ ਦੇਣਾ ਪੈਂਦਾ, ਉਹਦੀ ਇੱਕ ਫੀਸ ਹੈਗੀ ਆ ਔਰ ਉਹਦੇ ਵਿੱਚ ਜੋ ਕੁਝ ਇਹਨਾਂ ਨੂੰ ਆ ਰਿਹਾ ਜਾਂ ਕੁਝ। ਫਿਰ ਇਹਨਾਂ ਨੇ ਇੱਕ ਵੀ ਗੱਲ ਕਹੀ ਹੈ ਕਿ ਜਿਹੜੀਆਂ ਐਡ ਜਾਣਗੀਆਂ, ਜਿਹੜੀਆਂ ਐਡ ਜਾਂਦੀਆਂ ਜਾਂ ਜਦੋਂ ਉਹ ਐਡ ਦਿੱਤੀਆਂ ਉਹ ਵੀ ਗਲਤ ਜਾਣਗੀਆਂ, ਕਿਉਂਕਿ ਕੀਰਤਨ ਚੱਲ ਰਿਹਾ ਉਹਦੇ ਵਿੱਚ ਕਈ ਤਰ੍ਹਾਂ ਦੀ ਐਡ ਜਾਣਗੀਆਂ, ਉਹਦੇ 'ਤੇ ਵੀ ਨੁਕਤਾਚੀਨੀ ਹੋਊਗੀ, ਇਹ ਗਲਤ ਹੈਗਾ। ਔਰ ਵੈਸੇ ਤਾਂ ਸਮੂਥਲੀ ਚੱਲ ਰਿਹਾ ਸੀਗਾ ਜਿਹੜਾ PTC ਚੈਨਲ 'ਤੇ ਚੱਲਿਆ, 'ਚ ਕੋਈ ਸ਼ਿਕਾਇਤ ਨਹੀਂ ਆਈ ਕਿਸੇ ਦੀ, ਕਿਉਂਕਿ ਪਰੰਪਰਾ ਨੂੰ ਔਰ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਸਤਿਕਾਰ ਨੂੰ ਤਾਂ ਜਾਣਦੇ ਸਾਰੇ। ਔਰ ਹੁਣ ਦੇਖੋ ਕੀ ਡਿਸਾਈਡ ਹੁੰਦਾ, ਜੇ ਚੈਨਲ ਨੇ ਕਿਸੇ ਨੇ ਖਰੀਦ ਲਿਆ ਔਰ ਇਹ ਤੋਂ ਪਹਿਲਾਂ ਵੀ ਇੱਕ ਚੈਨਲ ਸੀਗਾ ਪ੍ਰਾਈਵੇਟ ਉਹ ਕਰਦਾ ਰਿਹਾ, PTC ਤੋਂ ਪਹਿਲਾਂ ਇੱਕ ਪ੍ਰਾਈਵੇਟ ਚੈਨਲ ਸੀਗਾ ਔਰ ਉਹਦੇ ਵਿੱਚ ਹੁਣ ਜਿਹੜਾ ਪੈਸਾ ਵੱਧ ਤੋਂ ਵੱਧ ਦੇ ਕੇ ਖਰੀਦ ਕੇ ਲੈ ਗਿਆ ਚੈਨਲ, ਖੁੱਲ੍ਹਾ ਚੈਨਲ ਜਿਹੜਾ ਟੈਂਡਰ, ਇਹ ਚੀਜ਼ ਹੁਣ ਟੈਂਡਰ ਦੇ ਰਾਹੀਂ ਕਮਰਸ਼ੀਅਲ ਹੋ ਗਈ ਹੈ। ਹਾਂ ਔਰ ਕਈ ਵਾਰ ਨਾ ਤੁਸੀਂ ਇਹ ਸਾਰੇ ਗਰੁੱਪਸ ਦੇ ਕੋਲ ਬੈਠੋ ਜਿਹੜੇ ਮਾਰਕੀਟਿੰਗ ਦੇ ਹੈਗੇ ਨੇ, ਤਾਂ ਇੱਕ ਆਪਸ 'ਚ ਪਤਾ ਕਿੱਦਾਂ ਗੱਲਾਂ ਕਰਦੇ ਨੇ ਜਿਹੜੇ ਪ੍ਰੋਗਰਾਮ ਡਿਜ਼ਾਈਨਰਸ ਹੁੰਦੇ ਨੇ, ਇਹ ਵਾਲਾ ਪ੍ਰੋਗਰਾਮ ਸ਼ੁਰੂ ਕਰੋ ਜੋ ਧਾਰਮਿਕ ਪ੍ਰੋਗਰਾਮ ਹੋਵੇ, ਇਹ ਸ਼ੁਰੂ ਕਰੋ, ਕਿਉਂਕਿ ਤੁਸੀਂ ਧਾਰਮਿਕ ਪ੍ਰੋਗਰਾਮ ਨੂੰ ਤਾਂ ਵੇਚ ਸਕਦੇ ਹੋ, ਤੁਹਾਨੂੰ ਸਪਾਂਸਰਸ ਮਿਲ ਸਕਦੇ ਨੇ, ਇਹਦੇ ਉੱਤੇ ਮੁਸ਼ਕਿਲ ਹੈ। ਮੈਂ ਕਈ ਵਾਰ ਸੋਚਦਾ ਹੁੰਦਾ ਮਤਲਬ ਇੰਨੇ ਅਸੀਂ ਕਮਰਸ਼ੀਅਲ ਹੋ ਗਏ ਹਾਂ ਕਿ ਅਸੀਂ ਇਹ ਕਹਿੰਦੇ ਹਾਂ ਇਹ ਧਾਰਮਿਕ ਪ੍ਰੋਗਰਾਮ ਵਿਕ ਸਕਦੇ ਨੇ, ਇਹਨਾਂ ਦੇ ਗਾਹਕ ਮਿਲ ਸਕਦੇ ਨੇ, ਸਪਾਂਸਰਸ ਮਿਲ ਸਕਦੇ ਨੇ, ਮਤਲਬ ਇਹ ਧਰਮ ਦੀ ਜਾਂ ਧਾਰਮਿਕ ਪ੍ਰੋਗਰਾਮਾਂ ਦੀ ਵੈਲਿਊ ਹੁਣ ਪੈਸਾ ਕਮਾਣੀ ਰਹਿ ਗਈ ਕਿ ਬੰਦੇ ਨੂੰ ਸੁਧਾਰਨਾ ਵੀ ਹੈ। ਧਰਮ ਦੀ ਆੜ ਵਿੱਚ ਦੁਕਾਨਦਾਰੀ ਹੈ, ਇਹ ਹੈਗਾ ਕਿ ਧਰਮ ਦੇ ਨਾਂ 'ਤੇ ਪੈਸਾ ਵੱਟੋ, ਧਰਮ ਦੇ ਨਾਂ 'ਤੇ ਹੈ ਨਾ, ਦੱਸੋ ਕਿ ਇਹ ਗੁਰੂ ਸਾਹਿਬ ਦੇ ਸੰਦੇਸ਼ ਆ ਸਾਰਾ ਕੁਝ ਹੈਗਾ। ਇਹ ਜਦੋਂ ਕਿ ਕੰਮ ਫ੍ਰੀ ਕਰਨਾ ਚਾਹੀਦਾ, ਫ੍ਰੀ ਆਫ ਕਾਸਟ ਕੰਮ ਕਰਨਾ ਚਾਹੀਦਾ, ਲੋਕਾਂ ਤੱਕ ਜੇ ਗੱਲ ਪਹੁੰਚਾਉਣੀ ਆ ਤੇ ਸੱਚੇ ਸੁੱਚੇ ਤਰੀਕੇ ਨਾਲ, ਸੱਚੇ ਹਿਰਦੇ ਨਾਲ ਗੱਲ ਪਹੁੰਚਾਓ। ਜਿਹਦੇ ਪਿੱਛੇ ਪੈਸਾ ਆ ਗਿਆ, TRP ਆ ਗਈ, ਜਿਹਦੇ ਵਿੱਚ ਕਮਰਸ਼ੀਅਲ ਆ ਗਏ, ਐਡ ਆ ਗਈਆਂ, ਜਿਹਦੇ ਵਿੱਚ ਪੈਸਾ ਇਨਵੋਲਵ ਹੋ ਗਿਆ, ਉੱਥੇ ਸਾਰਾ ਕੁਝ ਇਹੀ ਹੋਣਾ। ਜਦੋਂ ਕਿ ਸੇਵਾਦਾਰ ਜਾਂ ਕੰਮ ਕਰਨ ਵਾਲੇ ਫ੍ਰੀ ਆਫ ਕਾਸਟ ਕੰਮ ਕਰਨਾ ਜਾਣਦੇ ਆ, ਐਡੀਟਰ ਚਾਹੀਦੇ ਆ, ਕੈਮਰਾਮੈਨ ਚਾਹੀਦੇ ਉਹਦੇ ਵਿੱਚ ਉਹ ਵੀ ਨੂੰ ਬ੍ਰਾਡਕਾਸਟ ਵੈਨ ਨੂੰ ਚਲਾਉਣ ਵਾਲੇ ਬੰਦੇ ਚਾਹੀਦੇ ਆ, ਉਹਦੇ ਵਿੱਚ ਇਫੈਕਟ ਆ, ਮਿਊਜ਼ਿਕ ਆ, ਜਿਹਦੇ ਵਿੱਚ ਜਿਹਦਾ ਉਹਦਾ montage ਆ, ਸ਼ੁਰੂਆਤ ਆ, ਬਿਗਨਿੰਗ। ਜਿਹੜਾ PTC ਚੈਨਲ ਨੇ montage ਬੜਾ ਅੱਛਾ ਬਣਾਇਆ। ਫਿਰ ਗੁਰੂ ਨਾਨਕ ਸਾਹਿਬ ਦੀ ਆਰਤੀ ਹੈ ਐਂਡ 'ਤੇ, ਗੁਰੂ ਨਾਨਕ ਜੀ ਦੀ ਆਰਤੀ ਹੈ ਨਾ, ਗਗਨ ਮੇਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ, ਉਹ ਸਾਰੀ ਆਰਤੀ ਐਂਡ 'ਤੇ ਜਾਂਦੀ ਹੈ। ਜਗਨਨਾਥਪੁਰੀ 'ਚ ਜੋ ਉਹਨਾਂ ਨੇ ਲਿਖੀ ਹੈ ਉਹ ਵਾਲੀ ਆਰਤੀ ਉਹ ਸ਼ਾਮਿਲ ਹੈ। ਹਾਂ ਚਲੋ ਕਰਤਾਰਪੁਰ ਸਾਹਿਬ ਜਾ ਕੇ ਉੱਥੇ ਤਨਾਸਰੀ ਰਾਗ 'ਚ ਕੰਪੋਜ਼ ਕੀਤੀ ਸੀ। ਬਿਲਕੁਲ। ਔਰ ਉੱਚ ਮਰਦਾਨਾ ਜੀ ਨੇ ਰਬਾਬ ਵਜਾਈ ਸੀ, ਦੇਖੋ ਸਾਰਾ ਕੁਝ। ਸਾਡੇ ਗੁਰੂ ਸਾਹਿਬ ਜਦੋਂ ਬਾਣੀ ਦਾ ਉਚਾਰਨ ਕਰਦੇ ਨੇ, ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ ਜਦੋਂ ਕਹਿੰਦੇ ਨੇ, ਤਾਂ ਸਭ ਕੁਝ ਮਿਊਜ਼ੀਕਲ 31 ਰਾਗਾਂ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ 11 ਭੱਟਾਂ ਦੀ ਔਰ 15 ਭਗਤਾਂ ਦੀ ਬਾਣੀ ਉਹਦੇ ਵਿੱਚ, ਜਿੱਥੋਂ ਉਦੋਂ ਭਗਤੀ ਲਹਿਰ ਸੀ ਨਾ, ਕੁਝ ਮਿਊਜ਼ੀਕਲ ਮੂਵਮੈਂਟ ਸੀ ਉਦੋਂ, ਸਾਰੇ ਭਗਤਾਂ ਦੀ ਇਕੱਠੀ ਬਾਣੀ, ਸਭ ਕੁਝ ਸੰਗੀਤਮਈ, ਸਭ ਕੁਝ ਮਿਊਜ਼ੀਕਲ। ਗੁਰੂ ਸਾਹਿਬ ਨੇ ਵੀ ਦੱਸਿਆ ਕਿ ਕਿਹੜਾ ਸ਼ਬਦ ਕਿਹੜੇ ਰਾਗ ਦੇ ਵਿੱਚ ਗਾਉਣਾ। ਉਹ ਜਿਹੜੇ ਪੁਰਾਤਨ ਰਾਗੀ ਨੇ ਜਦੋਂ ਉਹਨਾਂ ਰਾਗਾਂ ਦੇ ਵਿੱਚ ਗਾਉਂਦੇ ਨੇ ਨਾ ਤੰਤੀ ਸਾਜ਼ਾਂ ਦੇ ਨਾਲ, ਤਾਂ ਕਿਆ ਸਵਾਦ ਆਉਂਦਾ, ਮਜ਼ਾ ਆ ਜਾਂਦਾ। ਹਿੰਦੁਸਤਾਨੀ ਕਲਾਸੀਕਲ ਰਾਗ ਜਿਹੜੇ ਆ, ਹਿੰਦੁਸਤਾਨ ਦੇ ਕਲਾਸੀਕਲ ਰਾਗ ਜਿਹੜੇ ਆ, ਪੱਕੇ ਰਾਗ ਜਿਹੜੇ ਉਹਨਾਂ ਨੂੰ ਲੈ ਕੇ ਬਹੁਤ ਵਧੀਆ ਸਾਰੇ ਕੰਪੋਜ਼ ਕੀਤੇ, ਬਹੁਤ ਵਧੀਆ। ਹਾਂ ਲੋ ਬਲਕਾਰ ਜੀ, ਇਹਦੇ ਨਾਲ ਨਾ ਹੁਣ ਆਪਾਂ ਆਖਰੀ ਮਸਲੇ ਵੱਲ ਵੱਧਦੇ ਹਾਂ। ਹੋਇਆ ਕਿ ਮੈਂ ਨਾ ਮਾਰਕੀਟ ਵਿੱਚ ਸੀ ਤੇ ਮਾਤਾ ਜੀ ਨੇ ਮੈਨੂੰ ਫੋਨ ਕੀਤਾ, ਕਹਿੰਦੇ ਬਦਾਮ ਲੈ ਕੇ ਆਈ, ਬਦਾਮ ਮੁੱਕ ਚੱਲੇ ਨੇ ਤਾਂ ਚੇਤੇ ਨਾਲ। ਮੈਂ ਕਿਹਾ ਅੱਛਾ ਜੀ। ਤੇ ਮੈਂ ਜਾ ਰਿਹਾ ਤੇ ਮੇਰੇ ਸਾਹਮਣੇ ਇੱਕ ਟਰੱਕ ਲੰਘਿਆ, ਟਰੱਕ ਦੇ ਪਿੱਛੇ ਲਿਖਿਆ ਹੋਇਆ ਸੀ ਅਕਲ
ਬਦਾਮ ਖਾਣ ਨਾਲ ਨਹੀਂ ਆਉਂਦੀ, ਧੱਕੇ ਖਾਣ ਨਾਲ ਆਉਂਦੀ ਹੈ। ਹਾਂ ਮੈਂ ਕਿਹਾ ਲਓ ਜੀ, ਤੇ ਟਾਈਮਿੰਗ ਹੀ ਬਹੁਤ ਵਧੀਆ। ਮੈਂ ਗਿਆ ਉਹਨਾਂ ਭਾਜੀ ਕੋਲ ਜਿੱਥੋਂ ਬਦਾਮ ਅਕਸਰ ਲਈਦੇ ਨੇ, ਮੈਂ ਕਿਹਾ ਜੀ ਟਰੱਕ ਦੇ ਪਿੱਛੇ ਇਹ ਲਿਖਿਆ ਹੋਇਆ ਸੀ। ਕਹਿੰਦੇ ਉਹਨੇ ਬਿਲਕੁਲ ਠੀਕ ਲਿਖਿਆ, ਪਰ ਜੇ ਬਦਾਮ ਖਾ ਕੇ ਧੱਕੇ ਖਾਓ ਨਾ ਤਾਂ ਅਕਲ ਵੱਧ ਆਉਂਦੀ ਹੈ। ਮੈਂ ਕਿਹਾ ਇਹ ਬਹੁਤ ਵਧੀਆ ਤੁਸੀਂ ਵੀ ਗੱਲ ਕੀਤੀ। ਉਹਨੇ ਟਰੱਕਾਂ ਦੇ ਪਿੱਛੇ ਜਿਹੜਾ ਇਹ ਲਿਖਿਆ ਹੁੰਦਾ। ਹਾਂ, ਮੇਰੇ ਕਹਿਣ ਤੋਂ ਭਾਵ ਹੈ ਕਿ ਅਸਲ 'ਚ ਮਾਂ ਦਾ ਕਿਹਾ ਰੱਬ ਵਰਗਾ ਹੁਕਮ ਹੁੰਦਾ। ਜੋ ਮਾਂ ਨੇ ਕਿਹਾ ਨਾ, ਤੁਸੀਂ ਉਹਨੂੰ ਇੱਕ ਤਾਂ ਮਾਂ ਦੇ ਹੁਕਮ ਨੂੰ ਮੋੜ ਨਹੀਂ ਸਕਦੇ, ਦੂਜਾ ਹੈਗਾ ਉਹ ਕਿਤੇ ਨਾ ਕਿਤੇ ਪੂਰਾ ਆਪੇ ਹੀ ਹੋ ਜਾਂਦਾ। ਮਾਂ ਦਾ ਜਿਹੜਾ ਹਿਰਦੇ ਵੱਲੋਂ ਕੀਤੀ ਗੱਲ ਹੁੰਦੀ ਨਾ, ਆਪਣੇ ਆਪ ਸਾਹਮਣੇ ਆਉਂਦੀ ਹੈ। ਤਾਂ ਮੈਂ ਟਰੱਕਾਂ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਰਾਹੁਲ ਗਾਂਧੀ ਟਰੱਕਾਂ ਦੇ ਉੱਤੇ ਸਫ਼ਰ ਕਰਦੇ ਪਏ ਨੇ, ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ, ਤੇ ਟਰੱਕਾਂ ਵਾਲਿਆਂ ਨਾਲ ਆਪਣੇ ਦਿਲ ਦੀ ਗੱਲ ਕਰਦੇ ਪਏ ਨੇ, ਆਪਣੀ ਪਾਰਟੀ ਦੇ ਏਜੰਡੇ ਬਾਰੇ ਜਾਂ ਦੇਸ਼ ਦੇ ਬਾਰੇ ਜੋ ਵੀ ਗੱਲਾਂ ਉਹਨਾਂ ਨੇ ਕੀਤੀਆਂ ਨੇ। ਇਹ ਕੀ ਨਵਾਂ ਜਲਵਾ, ਭਾਰਤ ਜੋੜੋ ਯਾਤਰਾ ਤੋਂ ਬਾਅਦ ਹੁਣ ਟਰੱਕ ਜੋੜੋ ਇਹ ਯਾਤਰਾ ਸ਼ੁਰੂ ਕਰ ਲਈ ਹੈ। ਇਹ ਸਹੀ ਗੱਲ ਹੈ। ਇਹਨਾਂ ਨੇ ਦਿੱਲੀ ਤੋਂ ਸਫ਼ਰ ਕੀਤਾ ਟਰੱਕ ਦੀ ਅਗਲੀ ਸੀਟ ਤੇ ਡਰਾਈਵਰ ਨਾਲ ਬੈਠ ਕੇ। ਵਾਹ ਜੀ ਵਾਹ। ਔਰ ਉਸ ਤੋਂ ਬਾਅਦ ਬਾਈ ਰੋਡ ਚੰਡੀਗੜ੍ਹ ਪਹੁੰਚਿਆ। ਚੰਡੀਗੜ੍ਹ ਪਹਿਲਾਂ ਹੀ ਸਾਰੇ ਇਕੱਠੇ ਹੋਏ ਸੀ ਟਰੱਕ ਡਰਾਈਵਰ ਜਿੰਨੇ ਆਏ ਉੱਥੇ, ਬਾਹਰਲੇ ਸੂਬਿਆਂ ਤੋਂ ਇਕੱਠੇ ਹੋ ਕੇ ਉਹਨਾਂ ਨੇ ਟਰੱਕ ਲਾਤੇ ਆਪਣੇ, ਔਰ ਕਈ ਟਰੱਕ ਨਾਲ ਪਰਾਂਦੀ ਬੰਨੀ ਹੈ, ਕਿਸੇ ਨਾਲ ਸ਼ੀਸ਼ਾ ਬੰਨਿਆ, ਕਿਸੇ ਨਾਲ ਉੱਦਾਂ ਦੇ ਸਲੋਗਨ ਲਿਖੇ ਆ, ਔਰ ਉਹ ਸਾਰਾ ਕੁਝ ਇਕੱਠਾ ਕਰਕੇ ਫਿਰ ਇਹਨਾਂ ਨੇ ਉੱਥੇ ਭਾਸ਼ਣ ਦਿੱਤਾ, ਉਹਨਾਂ ਨਾਲ ਦਿਲ ਦੀਆਂ ਗੱਲਾਂ ਕੀਤੀਆਂ, ਔਰ ਟਰੱਕ ਡਰਾਈਵਰ ਤਕਰੀਬਨ ਸਾਰੇ ਖੁਸ਼ ਹੋਏ। ਔਰ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਜਿਹੜੀਆਂ ਕੁਝ ਪ੍ਰੋਬਲਮ ਨੇ, ਸਮੱਸਿਆਵਾਂ ਨੇ ਬਾਹਰਲੇ ਸੂਬਿਆਂ ਵਿੱਚ ਇੱਥੋਂ ਜਾ ਕੇ, ਖਾਸ ਤੌਰ 'ਤੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਟਰੱਕ ਡਰਾਈਵਰ ਆ ਜਿਹੜੇ ਬਾਹਰਲੇ ਸੂਬਿਆਂ ਵਿੱਚ ਜਾ ਰਹੇ ਆ, ਔਰ ਬੰਬੇ ਤੋਂ ਲੈ ਕੇ ਅੰਮ੍ਰਿਤਸਰ ਨੂੰ ਸਿੱਧਾ ਜਦੋਂ ਟਰੱਕ ਚਲਾਉਂਦੇ ਆ, ਔਰ ਬਹੁਤ ਜਲਦੀ ਔਰ 100 ਦੀ ਸਪੀਡ ਤੱਕ ਇਹ ਟਰੱਕ ਨੂੰ ਲੈ ਆਉਂਦੇ ਆ। ਇੱਕ ਹੋਰ ਗੱਲ ਹੈ ਕਿ ਟਰੱਕਾਂ ਦਾ ਜਿਹੜਾ ਚੱਲਣਾ 9:30 ਤੋਂ ਬਾਅਦ ਚੱਲਦਾ, ਜਦੋਂ ਬਾਕੀ ਟ੍ਰੈਫਿਕ ਰੁਕ ਜਾਂਦੀ ਹੈ ਫਿਰ ਟਰੱਕ ਇਕੱਲੇ ਰਾਤ ਨੂੰ। ਔਰ ਤੀਜੀ ਗੱਲ ਇਹ ਹੈਗੀ ਕਿ ਪਠਾਨਕੋਟ ਤੋਂ ਜਿਹੜਾ ਪੱਥਰ ਆ ਰਿਹਾ, ਬੱਜਰੀ ਆ ਰਹੀ ਹੈ, ਰੇਤਾ ਆ ਰਹੀ ਹੈ ਪੰਜਾਬ ਵੱਲ ਨੂੰ, ਬਾਕੀ ਸੂਬਿਆਂ ਨੂੰ, ਪਠਾਨਕੋਟ ਦਾ ਏਰੀਆ ਸਾਰਾ ਇਹ ਹੈਗਾ, ਔਰ ਉਹਦੇ ਵਿੱਚ ਟਰੱਕ ਜਿਹੜੇ ਹੈਗੇ ਆ ਸਾਰੇ ਪੰਜਾਬ ਦੇ ਟਰੱਕ ਚੱਲਦੇ ਆ, ਵੱਡੇ ਵੀ ਆ, ਛੋਟੇ ਟਰੱਕ ਵੀ ਹੈਗੇ ਆ, ਔਰ ਮਜ਼ਬੂਤ ਟਰੱਕ ਹੈਗੇ ਆ, ਔਰ ਇਹਨਾਂ ਦੀ ਲਾਈਫ ਬੜੀ ਅੱਛੀ ਲਾਈਫ ਹੈਗੀ ਆ। ਤੇ ਉਹਦੇ ਵਿੱਚ ਇਹਨਾਂ ਦੇ ਟਰੱਕਾਂ ਵਾਲਿਆਂ ਦੇ ਗੀਤ ਵੀ ਬੜੇ ਬਣੇ ਹੈਗੇ। ਤੇ ਰਾਹੁਲ ਗਾਂਧੀ, ਸੁਰਿੰਦਰ ਸ਼ਿੰਦੇ ਨੇ ਗੀਤ ਵੀ ਗਾਇਆ ਇਹਨਾਂ ਦਾ, ਤੇ ਇਹਦੇ 'ਚ ਇਹਨਾਂ ਨੇ ਜੀਟੀ ਰੋਡ ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ, ਔਰ ਮਾਨਕ ਦਾ ਵੀ ਹੈਗਾ ਯਾਰਾਂ ਦਾ ਟਰੱਕ ਬੱਲੀਏ। ਉਹਦੇ ਵਿੱਚ ਹੈਗਾ ਬੰਬੇ ਤੋਂ ਤੇ ਆਉਂਦੇ ਸਾਰੇ ਟਰੱਕਾਂ ਦੇ ਬਾਬਿਆਂ ਦੇ ਮੱਥਾ ਟੇਕਣ ਚੱਲੀਏ, ਟਰੱਕ ਲੈ ਲਿਆ ਤੇਰੇ ਯਾਰ ਨੇ, ਕੁਝ ਇਦਾਂ ਦਾ ਹੈ। ਬਹੁਤ ਬੜੇ ਗਾਣੇ ਹੈਗੇ, ਸਾਰੇ ਗਾਇਕਾਂ ਦੇ ਲਿਖੇ ਵੀ ਹੈਗਾ, ਦੇਵ ਤਰੀਕੇ ਵਾਲਿਆਂ ਨੇ ਲਿਖੇ ਸੀ ਗਾਣੇ, ਬਹੁਤ ਵਧੀਆ। ਅੱਛਾ, ਰਾਹੁਲ ਗਾਂਧੀ ਗਾਣੇ ਸੁਣਦੇ ਹੋਏ ਆਏ ਨੇ। ਗਾਣੇ ਤਾਂ ਹੁੰਦੇ ਇਹਨਾਂ ਦੇ, ਗਾਣੇ ਵੱਖਰੇ ਹੁੰਦੇ, ਗਾਣੇ ਵਿੱਚ ਟੇਪ ਟਰੱਕਾਂ ਵਾਲਿਆਂ ਵਾਕਣ ਉਹ ਜਿਹੜਾ ਭੋਜਨ ਕਰਦੇ ਨੇ ਜਿਵੇਂ ਰਸਤੇ 'ਚ ਬਣਾਉਂਦੇ ਨੇ, ਉਹ ਵੀ ਦੇਖਿਆ ਹੋਏਗਾ ਉਹਨਾਂ ਨੇ ਕਿੱਦਾਂ ਬਣਾਉਂਦੇ ਨੇ ਟਰੱਕ ਦੇ ਵਿੱਚ, ਟਰੱਕ ਨੂੰ ਧੋਣਾ, ਇਹਨਾਂ ਦੀ ਲਾਈਫ ਕਿੱਦਾਂ ਦੀ ਹੈ, 2-2 ਮਹੀਨੇ ਘਰ ਨਹੀਂ ਆਉਂਦੇ, ਇਹ ਵੀ ਦੇਖਿਆ ਹੋਏਗਾ, ਉਹਨਾਂ ਦੀਆਂ ਮੁਸੀਬਤਾਂ ਕੀ ਨੇ। ਅੱਛਾ, ਰਾਹੁਲ ਗਾਂਧੀ ਦੀ ਸਿਕਿਉਰਿਟੀ ਦਾ ਕਿੱਦਾਂ ਇੰਤਜ਼ਾਮ ਕੀਤਾ ਹੋਏਗਾ? Z+ ਹੈ, ਉਹਨੇ ਅੱਗੇ ਪਿੱਛੇ ਸਿਕਿਉਰਿਟੀ, ਜੇ ਟਰੱਕ 'ਚ ਬੈਠਣਗੇ ਅੱਗੇ ਸਿਕਿਉਰਿਟੀ ਅੱਗੇ ਵੀ ਹੋਊਗੀ, ਪਿੱਛੇ ਵੀ ਸਿਕਿਉਰਿਟੀ ਹੋਊਗੀ। ਟਰੱਕ ਵਾਲੇ ਨੂੰ ਵੀ ਫੀਲਿੰਗ ਆਈ ਹੋਏਗੀ ਕਿ ਦੱਸੋ Z+ ਸਿਕਿਉਰਿਟੀ ਦੇ ਵਿੱਚ ਮੈਂ ਅੱਜ ਟਰੱਕ ਚਲਾ ਰਿਹਾ। ਵੈਸੇ ਰਾਹੁਲ ਗਾਂਧੀ ਥੋੜਾ ਜਿਹਾ ਆਪਣੀ ਤਰ੍ਹਾਂ ਦਾ ਯੂਨੀਕ ਤਰੀਕੇ ਨਾਲ ਆਉਂਦਾ, ਟੈਸਟਿੰਗ ਹੋ ਰਹੀ ਹੈ, ਮਨ ਮੌਜੀ ਇਹਨੂੰ ਕਹਿ ਲਓ, ਆਪਣੇ ਤਰੀਕੇ ਨਾਲ ਆਉਂਦਾ। ਨਵੇਂ ਸਟੰਟ ਨੇ, ਬਹੁਤ ਵਧੀਆ ਤਰੀਕਾ ਹੈ ਦੁਨੀਆ ਨੂੰ ਆਪਣੇ ਨਾਲ ਜੋੜਨ ਦਾ ਤੇ ਆਪ ਦੁਨੀਆ ਦੇ ਨਾਲ ਜੁੜਨ ਦਾ। ਇੱਕ ਗੱਲ ਹੈਗੀ ਹੈ, ਜਿਹੜਾ ਕਾਂਗਰਸ ਦਾ ਸਾਬਕਾ ਪ੍ਰਧਾਨ ਰਿਹਾ ਹੋਵੇ ਔਰ ਬਹੁਤ ਖਾਨਦਾਨੀ ਹੋ ਰਿਹਾ ਹੋਵੇ, ਜਿਹਦੇ ਸਾਰੀ ਉਹਨਾਂ ਦਾ ਪਰਿਵਾਰ ਦੇਸ਼ ਦੀ ਵਾਗਡੋਰ ਸੰਭਾਲਦਾ ਰਿਹਾ, ਗੁੱਡ ਸਟੈਪ ਉਹ ਟਰੱਕ ਤੇ ਬਹਿ ਕੇ ਆਉਂਦਾ ਟਰੱਕ ਵਾਲਿਆਂ ਨਾਲ, ਤਾਂ ਬੜੀ ਵੱਡੀ ਗੱਲ ਆ, ਔਰ ਬੜਾ ਗੁੱਡ ਮੂਵ ਆ, ਬੜੀਆ ਮੂਵ ਆ। ਕਿਉਂਕਿ ਭਾਰਤ ਜੋੜੋ ਯਾਤਰਾ ਤੋਂ ਬਾਅਦ ਇਹ ਜਿਹੜੀ ਮੂਵ ਲਿੱਤੀ ਜਾ ਰਹੀ ਹੈ, ਚਾਹੇ ਉਹ ਸਾਰੀ ਮਾਰਕੀਟਿੰਗ ਟੀਮ ਨਾਲ ਹੈਗੀ ਆ ਜਿਨ੍ਹਾਂ ਨੇ ਨਵੇਂ ਆਈਡੀਆਜ਼ ਦੇਣੇ ਨੇ, ਉਹ ਤਾਂ ਹੁੰਦੀ ਹੀ ਹੈ ਪ੍ਰਮੋਸ਼ਨ ਵਾਸਤੇ, ਪਰ ਇਟਸ ਅ ਗੁੱਡ ਮੂਵ, ਸਮਾਰਟ ਮੂਵ ਆ। ਦੇਖੋ ਹੁਣ ਇਹਦਾ ਰਿਜ਼ਲਟ ਕੀ ਆਉਂਦਾ। ਇੱਕ ਚੀਜ਼ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ ਜੀ, ਕਿ ਕਈ ਵਾਰ ਅਸੀਂ ਦੇਖਦੇ ਹਾਂ ਨਾ, ਜਿਹੜੇ ਟਰੱਕ ਦੇ ਵਿੱਚ ਤੇਲ ਜਾਂਦਾ ਪਿਆ, ਪੈਟਰੋਲ ਜਾਂਦਾ ਪਿਆ, ਇਦਾਂ ਦੀਆਂ ਜਿਹੜੀਆਂ ਇਨਫਲੇਮੇਬਲ ਲਿਖਿਆ ਹੈ ਨਾ, ਜਿਹੜੀਆਂ ਜਵਲਨਸ਼ੀਲ ਨੇ, ਜਿਹਨਾਂ ਨੂੰ ਅੱਗ ਲੱਗ ਸਕਦੀ ਆ, ਉਹਨਾਂ ਟਰੱਕਾਂ ਦੇ ਪਿੱਛੇ ਨਾ ਇੱਕ ਲੋਹੇ ਦੀ ਚੇਨ ਬੰਨੀ ਹੁੰਦੀ ਹੈ, ਜਿਹੜੀ ਸੜਕ ਦੇ ਉੱਤੇ ਘਸੜਦੀ ਜਾਂਦੀ ਹੈ, ਚਿੰਗਿਆੜੇ ਨਿਕਲਦੇ ਜਾਂਦੇ ਨੇ, ਘਸੜਦੀ ਜਾਂਦੀ ਹੈ। ਤੇ ਕਈ ਵਾਰ ਅਸੀਂ ਸਮਝ ਲੈਂਦੇ ਹਾਂ ਵੈਸੇ ਫੈਸ਼ਨ ਵਾਸਤੇ ਲਗਾਈ ਹੋਈ ਹੈ। ਨੋ, ਕੀ ਹੁੰਦਾ ਹੈ ਕਿ ਜਿਹੜੇ ਇਹ ਸਾਰੀਆਂ ਤੇਲ ਵਾਲੇ ਟਰੱਕ ਨੇ ਜਾਂ ਜਿਨ੍ਹਾਂ 'ਚ ਇਦਾਂ ਦੇ ਕੈਮੀਕਲਸ ਜਾ ਰਹੇ ਨੇ ਜਿਨ੍ਹਾਂ ਨੂੰ ਅੱਗ ਲੱਗ ਸਕਦੀ ਹੈ, ਉਹਨਾਂ ਦੇ ਵਿੱਚ ਨਾ ਜਦੋਂ ਟਰੱਕ ਤੁਰਦਾ ਚੱਲਦਾ, ਉਹ ਚਾਰਜ ਬਣਨ ਲੱਗ ਪੈਂਦਾ, ਉਹਦੇ ਵਿੱਚ ਇਲੈਕਟ੍ਰਿਸਿਟੀ ਬਣਨ ਲੱਗ ਪੈਂਦੀ ਹੈ, ਚਾਰਜ ਬਣਨ ਲੱਗ ਪੈਂਦਾ। ਜੇ ਉਹ ਉਹਦੇ ਟਰੱਕ ਦੇ ਵਿੱਚ ਹੀ ਰਵੇ ਤਾਂ ਬਲਾਸਟ ਹੋ ਸਕਦਾ। ਤੇ ਜਿਹੜੀ ਉਹ ਚੇਨ ਲੋਹੇ ਦੀ ਆ, ਉਹਦੇ ਜ਼ਰੀਏ ਉਹ ਚਾਰਜ ਸਾਰਾ ਧਰਤੀ 'ਚ ਚਲਾ ਜਾਂਦਾ। ਜਦੋਂ ਚੇਨ ਘਿਸੜਦੀ ਹੈ ਨਾ ਸੜਕ ਦੇ ਨਾਲ, ਉਹ ਚਿੰਗਿਆੜੇ ਨਿਕਲਦੇ ਨੇ, ਉਹ ਸਾਰਾ ਚਾਰਜ ਧਰਤੀ 'ਚ ਜਾਂਦਾ। ਇੱਕ ਗੱਲ ਹੋਰ ਹੈ ਕਿ ਜਦੋਂ ਆਪਾਂ ਬਿਜਲੀ ਦਾ ਰੱਖਦੇ ਆ ਨਾ ਅਰਥ, ਜਾਂ ਅਸੀਂ ਆਪਾਂ ਬਣਾਉਂਦੇ, ਇਹ ਅਰਥਿੰਗ ਹੀ ਹੋ ਰਹੀ ਹੈ, ਮਕਾਨ ਬਣਾਉਂਦੇ ਆ ਬਹੁਤ ਵੱਡਾ, ਇੱਕ ਉੱਪਰ ਆਪਾਂ ਉੱਚਾ ਰੱਖ ਲੈਂਦੇ ਆ, ਹੈ ਨਾ, ਉਹ ਚਬੂਤਰਾ, ਉਹਦੇ ਵਿੱਚ ਦੀ ਤਾਰ ਪਾ ਕੇ ਉਹਨੂੰ ਜ਼ਮੀਨ 'ਚ ਗੱਡ ਦਿੰਦੀ ਹੈ ਕਿ ਅਰਥ ਨਾਲ ਜ਼ਮੀਨ ਬਚਾਉਂਦੀ ਆ। ਜਦੋਂ ਅਰਥ ਨਾਲ ਨਿਊਟਰਲ ਕਰ ਦਿੱਤਾ, ਉਹਨੂੰ ਨਾਲ ਤਾਰ ਲਾ ਦਿੱਤੀ, ਤਾਂ ਉਹਦੇ ਨਾਲ ਕੋਈ ਅਰਥਿੰਗ ਹੋ ਜਾਂਦੀ ਆ।
ਇਹੀ ਚੀਜ਼ ਜਿਹੜੀ ਉਹ ਇਲੈਕਟ੍ਰੋਨਿਕ ਟਰੱਕ ਦੇ ਵਿੱਚ ਹੀ use ਕੀਤੀ ਹੈ, ਧਰਤੀ ਨਾਲ ਖਿੰਦੀ ਜਾ ਰਹੀ ਹੈ ਔਰ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਅੱਗ ਨਹੀਂ ਲੱਗੂਗੀ, ਹਾਦਸਾ ਨਹੀਂ ਹੋ ਸਕਦਾ ਔਰ ਟਰੱਕ ਡਰਾਈਵਰ ਟਰੱਕ ਬਚੇ ਰਹਿਣਗੇ, ਉਹ ਸਾਰਾ ਜਿਹੜਾ ਚਾਰਜ ਹੈ ਬਿਜਲੀ ਹੈ ਉਹ ਅਰਥ ਹੋ ਜਾਏਗੀ। ਅਰਥ ਹੋ ਜਾਂਦੀ ਹੈ, ਇਹ ਬਹੁਤ ਵਧੀਆ ਗੱਲ ਹੈ। ਜੀ 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 ਬਿਲਕੁਲ। ਸੋ ਚੱਲਿਆ ਜਾਵੇ, ਆਪਾਂ ਹੁਣ ਜਾਣਾ ਵੀ ਹੈ ਅੰਮ੍ਰਿਤਸਰ ਛੋਲੇ ਖਾਣ ਵਾਸਤੇ, ਮੱਥਾ ਟੇਕਣ ਵੀ ਜਾਣਾ ਔਰ ਲੰਗਰ ਵੀ ਛਕਣੇ ਔਰ ਬਾਜ਼ਾਰਾਂ 'ਚ ਵੀ ਘੁੰਮਣਾ ਤੇ ਲਾਹੌਰ ਨੂੰ ਯਾਦ ਕਰਨਾ। ਔਰ ਤੇ ਜਾਣ ਤੋਂ ਪਹਿਲਾਂ ਨਾ ਆਪਾਂ ਪੈਟਰੋਲ ਪੂਰਾ ਟੈਂਕੀ 'ਚ ਪਵਾਉਣਾ ਹੈ ਤੇ 2-2 ਹਜ਼ਾਰ ਦੇ ਨੋਟ ਕੱਢ ਲਈਓ। ਉਹ ਅੱਜ ਕੱਲ੍ਹ ਲੋਕ ਜ਼ਿਆਦਾ ਦਿੰਦੇ ਪਏ ਨੇ ਤੁਹਾਡੇ ਕੋਲ, ਉਹਨੂੰ ਉਦੋਂ ਤੱਕ ਖਤਮ ਕਰ ਦਿੱਤਾ, ਅੱਗੇ ਲੈਂਦਾ ਕੋਈ ਨਹੀਂ ਦਿੰਦਾ, ਅੱਗੇ ਲੈਣਾ ਨਹੀਂ ਕਿਸੇ ਨੇ ਵੀ, ਅੱਗੇ ਬੈਂਕ ਵਾਲੇ ਲੈਣਗੇ। ਪੈਟਰੋਲ ਪੰਪ ਤੇ ਆਪਾਂ 2-2 ਹਜ਼ਾਰ ਦੇ ਨੋਟ ਦੇ ਦਾਂਗੇ ਤੇ ਪੈਟਰੋਲ ਪੰਪ ਵਾਲੇ ਵੀ ਸਪੈਸ਼ਲ ਪਰਮਿਸ਼ਨ ਮੰਗਦੇ ਪਏ ਨੇ ਸਰਕਾਰਾਂ ਕੋਲੋਂ ਕਿ ਸਾਰੇ ਜਾਣੇ ਸਾਡੇ ਪੱਲੇ ਪਾਈ ਜਾਂਦੇ ਨੇ 2-2 ਹਜ਼ਾਰ ਦੇ ਨੋਟ ਤੇ ਸਾਡੇ ਕੋਲੋਂ ਤੁਸੀਂ ਪਲੀਜ਼ ਵਾਪਸ ਲੈ ਲਈਓ ਜੇ ਟਾਈਮ ਵੀ ਬੀਤ ਜਾਂਦਾ ਤਾਂ ਵੀ। ਬੈਂਕਾਂ 'ਚ ਕੋਈ ਆਈਡੀ ਨਹੀਂ ਮੰਗ ਰਹੇ, ਪੰਜਾਬ ਸਟੇਟ ਬੈਂਕ ਜਿਹੜੀ ਯਾ ਸਿੱਧੇ ਤੌਰ ਤੇ ਲੋਕ ਜਮ੍ਹਾਂ ਕਰਵਾ ਰਹੇ ਆ, ਜਿੱਥੇ ਜਿਨ੍ਹਾਂ ਕੋਲ ਪੈਸਾ ਹੈਗਾ ਤੇ ਜਨਾਨੀਆਂ ਵਿਚਾਰੀਆਂ ਪੈਸੇ ਕੱਢ ਕੇ ਰੋਣ ਲੱਗ ਪੈਂਦੀਆਂ ਕਿ ਆਹ ਪੈਸੇ ਜਮ੍ਹਾਂ ਕੀਤੇ ਧੀ ਲਈ, ਆਹ ਜਵਾਈ ਦੇ ਕੱਪੜਿਆਂ ਲਈ, ਹੈ ਨਾ, ਦੋਤੇ ਲਈ। ਉਹ ਵਿਚਾਰੀਆਂ ਪੈਸੇ ਜਿਹੜੇ ਰੱਖੇ ਕੁੱਜਿਆਂ ਦੇ ਵਿੱਚ ਜਮ੍ਹਾਂ ਕਰਕੇ ਕਿਚਨ 'ਚੋਂ ਕੱਢ ਕੇ ਫੜਾਈ ਜਾਂਦੀਆਂ ਕਿ ਲੈ ਜਾਓ। ਲਓ ਜੀ ਲੈ ਜਾਓ। ਤੇ ਹੁਣ ਰਾਜ਼ ਖੁੱਲਦੇ ਪਏ ਨੇ ਕਿ ਇੰਨੇ ਪੈਸੇ ਘਰ ਪਏ ਸੀਗੇ, ਵੀ ਘਰ ਖੁਸ਼ਹਾਲ ਹੋ ਜਾਣੇ ਇਹਦੇ ਨਾਲ। ਪੈਸਾ ਜਿਹੜਾ ਨੱਪਿਆ ਪੈਸਾ ਕੀ ਨਾ ਥੱਲੇ ਵਾਲੇ, ਉਹ ਸਾਰਾ ਆ ਗਿਆ ਅੱਗੇ ਪਾਸੇ, ਜਦੋਂ ਜਮ੍ਹਾਂ ਹੋ ਗਿਆ ਬੈਂਕ ਦੇ ਵਿੱਚ ਉੱਤੇ 500 ਦੇ ਨੋਟ ਮਿਲ ਜਾਣੇ ਤੇ ਤੁਹਾਡਾ ਘਰ ਖੁਸ਼ਹਾਲ ਹੋ ਗਿਆ ਸਾਰਾ। ਜੇ ਇਦਾਂ ਹੀ ਸਾਰੀ ਬਲੈਕ ਮਨੀ ਵੀ ਬਾਹਰ ਆ ਜਾਵੇ ਨਾ, ਸੇਵਿੰਗ ਮਨੀ ਹੈ, ਸੇਵਿੰਗ ਮਨੀ। ਹਾਂ, ਤੇ ਜੇ ਬਲੈਕ ਮਨੀ ਵੀ ਇਦਾਂ ਬਾਹਰ ਆ ਜਾਵੇ, ਜਿਹੜੇ 2-2 ਹਜ਼ਾਰ ਦੇ ਨੋਟਾਂ ਦੇ ਬੋਰੇ ਭਰ ਕੇ ਰੱਖੇ ਨੇ ਬਲੈਕ ਮਨੀ ਜਮ੍ਹਾਂ ਕਰਨ ਵਾਲਿਆਂ ਨੇ, ਉਹ ਬਲੈਕ ਮਨੀ ਬਾਹਰ ਆ ਜਾਵੇ ਤਾਂ ਸਵਾਦ ਹੀ ਆ ਜਾਵੇ ਬਲਕਾਰ ਜੀ। ਬਿਲਕੁਲ ਬਿਲਕੁਲ। ਸੋ ਚੱਲਿਆ ਜਾਏ ਜ਼ਰੂਰ ਜੀ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਹਾਂ ਜੀ, ਸਤਿ ਸ਼੍ਰੀ ਅਕਾਲ।